ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਾਰਟਿਸਪੈਂਟਸ ਤੇ ਸਰੋਤਿਆਂ ਨੂੰ ਵੈਲਕਮ, ਸਭ ਨੂੰ ਸਲਾਮ, ਸਤਿ ਸ਼੍ਰੀ ਅਕਾਲ, ਗੁਰਫਤਿਹ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ, ਰਾਮ ਰਾਮ, ਜੋ ਵੀ ਤੁਹਾਡਾ ਪਿਛੋਕੜ ਹੋਵੇ। ਮੇਰਾ ਨਾਮ ਡਾਕਟਰ ਕਿਰਪਾਲ ਸਿੰਘ ਤੇ ਮੇਰੇ ਨਾਲ ਹੈ ਨੇ ਐਸੋਸੀਏਟਸ ਡਾਕਟਰ ਕੁਲਵਿੰਦਰ ਸਿੰਘ ਖਾਲਸਾ ਤੇ ਗਿਆਨੀ ਧਰਮ ਸਿੰਘ ਜੀ। ਵੈਲਕਮ। ਤੇ ਸਰੋਤਿਆਂ ਨੂੰ ਬੇਨਤੀ ਹੈ ਕਿ ਬਈ ਜੇ ਤੁਸੀਂ ਸਾਡੇ ਪ੍ਰੋਗਰਾਮ ਨੂੰ ਆਲਰੇਡੀ ਸਬਸਕ੍ਰਾਈਬ ਕਰ ਰਹੇ ਆ, ਥੈਂਕ ਯੂ। ਜੇ ਨਹੀਂ ਤੇ ਪਲੀਜ਼ ਕਰੋ, ਤੇ ਨਾਲੇ ਜੋ ਵੀ ਤੁਸੀਂ ਫਾਈਨੈਂਸ਼ੀਅਲ ਹੈਲਪ ਕਰ ਸਕਦੇ ਆ ਉਹ ਕਰਨ ਦੀ ਕਿਰਪਾ ਕਰੋ, ਤਾਂ ਕਿ ਪ੍ਰੋਗਰਾਮ ਹੋਰ ਵੀ ਵੱਧ ਚੜ ਕੇ ਸਕਸੈਸਫੁਲ ਹੋਵੇ। ਤੇ ਨਾਲੇ ਜੇ ਜੋ ਤੁਹਾਡੇ ਸਵਾਲ ਹੋਣ, ਤੁਸੀਂ ਮੇਰਾ ਸਿੰਘ ਉਹਨਾਂ ਨੂੰ ਭੇਜੋ ਤਾਂ ਕਿ ਅਸੀਂ ਉਹਨਾਂ ਨੂੰ ਡਿਸਕਸ ਕਰ ਸਕੀਏ ਆਪਣੇ ਸਬਸੀਕੁਐਂਟ ਪ੍ਰੋਗਰਾਮ ਦੇ ਵਿੱਚ। So our program is Tips for Good Life, and Punjabi we may call it Sukhi Jeevan de Raaz. We've been discussing a series on caste system. How does it relate to the Guru's Gurmat philosophy? Well, as we know that all the Gurus, rejected the idea of caste system, and they established different institutions such as langar and srovers and volunteership for people to come forward and participate in the program, along with Naam Japna Kit Karna Van Chakna, so that the whole society will progress in the form of with what we end our ardas usually when we say Nanak Naam Chaddi Kala Tere Pane Sarvatra Phala. Because Guru Sahib's ਮੇਨ ਮਕਸਦ ਜੋ ਸੀ ਕਿ ਅਸੀਂ ਸਰਬੱਤ ਦੇ ਭਲੇ ਲਈ ਜਿਹੜਾ ਇਹ ਆ ਆਪਣੀ ਤਾਰੀਖ ਜਿਹੜੀ ਹੈ ਮੂਵਮੈਂਟ, ਦਿਸ ਵਾਟ ਇਟ ਡੂ, ਸਰਬੱਤ ਦਾ ਭਲਾ ਸੋਚਣਾ, ਤਾਂ ਕਿ ਇਹਦੇ ਨਾਲ ਜੋ ਮਹਾਰਾਜ ਦੇ ਹੈਗੇ ਨੇ ਆਉਂਦੇ ਨੇ ਸ਼ਬਦ ਜਿੰਦੇ ਹੱਸਣਦਿਆਂ ਖਲੰਦਿਆਂ ਵਿੱਚ ਹੋਵੇ ਮੁਕਤ ਖੇਤਿਆਂ ਦਾ ਸ਼ਬਦ, ਤੇ ਇਸ ਤਰ੍ਹਾਂ ਦੇ ਅਸੂਲ ਜਿਹੜੇ ਨੇ ਉਹਨਾਂ ਨੂੰ ਕਿਵੇਂ ਪ੍ਰਗਟ ਕੀਤਾ ਜਾਵੇ ਤੇ ਕਿਵੇਂ ਸਭ ਦੀ ਬਰੋਬਰਤਾ ਤੇ ਬਰੋਬਰ ਦੀ ਅਪਰਚੁਨਿਟੀ ਦੇ ਨਾਲ ਸਮਾਜ ਦੀ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਜਾ ਸਕੇ। So we'll be talking about our first four gurus, and now I think we will make it move further, and I will start with Gyani Dharm Singh ji, especially Bhai Gurdas ji the observations ਕਿ ਵੀ ਕਿਸ ਤਰ੍ਹਾਂ ਉਹ ਮੈਂਸ਼ਨ ਕਰਦੇ ਨੇ ਜਿਹੜੇ ਸਿੱਖ ਨੇ, ਜਿਹੜੇ ਵਾਲੰਟੀਅਰਸ ਨੇ, ਕਿਸ ਤਰ੍ਹਾਂ ਉਹ ਗੁਰੂ ਘਰ ਦੇ ਨਾਲ ਜੁੜਦੇ ਨੇ। ਗਿਆਨੀ ਜੀ ਵੈਲਕਮ। ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ, ਆਪਾਂ ਸਾਰੇ ਜਾਣਦੇ ਹਾਂ ਕਿ ਗੁਰਮਤਿ ਫਿਲਾਸਫੀ ਦੇ ਮਹਾਨ ਵਿਦਵਾਨ ਸੀਗੇ, ਸਕਾਲਰ ਸੀ। ਉਹਨਾਂ ਨੂੰ ਸਿੱਖੀ ਦੇ ਵੇਦ ਵਿਆਸ ਵੀ ਕਿਹਾ ਜਾਂਦਾ, ਪਰ ਉਹਨਾਂ ਦੀ ਸੋਚ ਜਿਹੜੀ ਆ ਉਹ ਬਹੁਤ ਮਹਾਨ ਸੀਗੀ। ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਵੇਲੇ ਦੇ ਸਿੱਖਾਂ ਦੇ ਜ਼ਿਕਰ ਕੀਤੇ, 6ਵੇਂ ਪਾਤਸ਼ਾਹ ਤੱਕ, ਜਦੋਂ ਤੱਕ ਉਹ ਆਪ ਲਿਖ ਸਕਦੇ ਸੀ ਲਿਖਦੇ ਰਹੇ। ਤੇ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਨਾਂ ਲਏ ਨੇ ਉਹ ਬਹੁਤ ਸਾਰੇ ਨੇ, ਔਰ ਬੜੇ ਵੱਖ-ਵੱਖ ਇਲਾਕਿਆਂ ਦੇ। ਉੱਥੋਂ ਪਤਾ ਲੱਗਦਾ ਹੈ ਕਿ ਗੁਰੂ ਕੀ ਸਿੱਖੀ ਕਿੱਥੋਂ ਤੱਕ ਫੈਲੀ ਸੀ। ਉਹਦੇ 'ਚ ਪਟਨਾ ਤੇ ਢਾਕਾ ਤੱਕ ਦੇ ਸਿੱਖਾਂ ਦੇ ਨਾਮ ਵੀ ਹੈ ਨੇ, ਇੱਧਰ ਗੁਜਰਾਤ ਤੇ ਹੋਰ ਬਹੁਤ ਦੂਰ ਦੂਰ ਤੱਕ ਦੇ। ਔਰ ਉਹਨਾਂ ਸਾਰਿਆਂ ਦੇ ਵਿੱਚ ਉਹਨਾਂ ਨੇ ਜਾਤਾਂ ਦੇ ਨਾਮ ਵੀ ਨਾਲ ਲਿਖੇ ਨੇ, ਕਈਆਂ ਸਿੱਖਾਂ ਦੇ, ਸਾਰਿਆਂ ਦੇ ਨਹੀਂ। ਪਰ ਉਹਦਾ ਮਤਲਬ ਇਹ ਨਹੀਂ ਕਿ ਉਹ ਜਾਤ ਪਾਤ ਨੂੰ ਮੰਨਦੇ ਸੀਗੇ, ਸਿਰਫ ਇਹ ਦੱਸਣ ਵਾਸਤੇ ਕਿ ਗੁਰਸਿੱਖੀ ਦੇ ਵਿੱਚ ਜਾਤ ਪਾਤ ਦਾ ਕੋਈ ਥਾਂ ਨਹੀਂ। ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ, ਮਨੁੱਖਤਾ ਦੀ ਸੇਵਾ ਵਿੱਚ ਤੇ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜੀਵਨ ਬਤੀਤ ਕਰਦਾ, ਉਹ ਗੁਰੂ ਦੇ ਦਰ ਤੋਂ ਓਨਾ ਹੀ ਮਾਣ ਪ੍ਰਾਪਤ ਕਰਦਾ ਜਿੰਨਾ ਕੋਈ ਉੱਚੀ ਜਾਤ ਦਾ ਵੀ ਕਰ ਸਕਦਾ। ਭਾਈ ਗੁਰਦਾਸ ਜੀ ਨੇ ਇਹ ਜਿਹੜੀ 11ਵੀਂ ਵਾਰ ਆ ਉਹਦੇ ਵਿੱਚ ਇਹਨਾਂ ਗੁਰਸਿੱਖਾਂ ਦਾ ਜ਼ਿਕਰ ਕੀਤਾ। ਉਹਦੀਆਂ ਜਿਹੜੀਆਂ ਪਹਿਲੀਆਂ ਲਗਭਗ 10-12 ਪੌੜੀਆਂ ਨੇ 11ਵੀਂ ਵਾਰ ਦੀਆਂ, ਜਿਹਦੇ ਵਿੱਚ ਉਹਨਾਂ ਨੇ ਸਾਰਾ ਇਹੋ ਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਗੁਰੂ ਦੇ ਚਰਨਾਂ 'ਚ ਆ ਕੇ ਜਿਹੜੀ ਜਾਤ ਪਾਤ ਗੋਤ ਪਾਪ ਅਪਰਾਧ ਸਾਰੇ ਜਿਹੜੇ ਮਿਟ ਕੇ ਤੇ ਇੱਕ ਵਰਨ ਹੋ ਜਾਂਦਾ। ਉਹਨਾਂ ਨੇ ਬੜੀਆਂ ਹੀ ਉਦਾਹਰਨਾਂ ਦਿੱਤੀਆਂ ਨੇ। ਉਹਨਾਂ ਨੇ ਉਦਾਹਰਨ ਦਿੱਤੀ ਆ ਜਿਵੇਂ ਜਿਹੜਾ
ਚੰਦਨ ਆ ਉਹਦੀ ਸੁਗੰਧੀ ਸਾਰਿਆਂ ਹੀ ਉੱਚੇ ਨੀਵੇਂ ਦਰਖਤ ਜਿਹੜੇ ਨੇ ਇੱਕ ਬਾਂਸ ਨੂੰ ਛੱਡ ਕੇ ਸਾਰਿਆਂ ਦੇ ਵਿੱਚ ਇੱਕੋ ਜਿਹੀ ਹੋ ਜਾਂਦੀ ਆ। ਅੱਠਾਂ ਧਾਤਾਂ ਨੂੰ ਪਾਰਸ ਛੋਹ ਕੇ ਸੋਨਾ ਬਣਾ ਦਿੰਦਾ, ਜਿਹਦੇ ਚ ਕੋਈ ਅੰਤਰ ਨਹੀਂ ਰਹਿੰਦਾ। ਉਹਨਾਂ ਦੇ ਬਚਨ ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾ ਦਿੰਦਾ ਵਾਂ। ਇਹ 7ਵੀਂ ਪੌੜੀ ਆ 11ਵੀਂ ਵਾਰ ਦੀ, ਜਿਹਦੇ ਚ ਕਹਿੰਦੇ ਚਾਰ ਵਰਨ ਇੱਕ ਵਰਨ ਕਰ, ਵਰਨ ਅਵਰਨ ਤਮੋਲ ਗੁਲਾਲੇ। ਇਹ ਕਿੰਨਾ ਪਿਆਰਾ ਲਿਖਿਆ ਉਹਨਾਂ ਨੇ। ਫਿਰ ਕਹਿੰਦੇ ਅਸ਼ਟ ਧਾਤ ਇੱਕ ਧਾਤ ਕਰ, ਵੇਦ ਕਤੇਬ ਨਾ ਭੇਦ ਵਿਚਾਲੇ। ਇਹਦਾ ਅਰਥ ਬਣਦਾ ਕਿ ਜਿਸ ਤਰ੍ਹਾਂ ਪਾਰਸ ਅੱਠਾਂ ਧਾਤਾਂ ਨੂੰ ਛੋਹ ਕੇ ਇੱਕ ਸੋਨਾ ਰੂਪ ਕਰ ਦਿੰਦਾ, ਇਸੇ ਤਰ੍ਹਾਂ ਗੁਰੂ ਜੀ ਨੇ ਗੁਰਸਿੱਖ ਲਈ ਵੇਦ ਕਤੇਬ ਵਿਚਾਲੇ ਭੇਦ ਨੂੰ ਮਿਟਾ ਕੇ ਸਭ ਨੂੰ ਇੱਕੋ ਪ੍ਰਭੂ ਦੀ ਪੈਦਾਇਸ਼ ਦਾ ਉਪਦੇਸ਼ ਦੇ ਕੇ ਸਿੱਖ ਵਿੱਚੋਂ ਨਫ਼ਰਤ ਤੇ ਦੁਜੈਗੀ ਨੂੰ ਦੂਰ ਕਰ ਦਿੱਤਾ ਹੈ। ਤੇ ਫਿਰ ਕਹਿੰਦੇ ਚੰਦਨ ਵਾਸ ਵਨਾਸਪਤ, ਅਫਲ ਸਫਲ ਵਿੱਚ ਵਾਸ ਬਹਾਲੇ। ਲੋਹਾ ਸੋਇਨਾ ਹੋਏ ਸੋਇਨਾ ਹੋਏ ਸੁਗੰਧ ਵਿਖਾਲੇ, ਸੋਇਨੇ ਅੰਦਰ ਰੰਗ ਰਸ ਚਰਣਾ ਅੰਮ੍ਰਿਤ ਮਤਵਾਲੇ। ਮਾਣਕ ਮੋਤੀ ਸੋਨਿਓ ਜਗਮਗ ਜੋਤ ਹੀਰੇ ਪਰਵਾਲੇ, ਦਿਵ ਦੇਹ ਦਿਵ ਦ੍ਰਿਸ਼ਟ ਹੋਏ ਸ਼ਬਦ ਸੁਰਤ ਦਿਵ ਜੋਤ ਉਜਾਲੇ। ਗੁਰਮੁਖ ਸੁਖ ਫਲ ਰਸਕ ਰਸਾਲੇ। ਇਹ ਸਾਰੀਆਂ ਪੌੜੀਆਂ ਦੇ ਵਿੱਚ ਉਹਨਾਂ ਨੇ ਇਹ ਵੱਖਰੀਆਂ ਵੱਖਰੀਆਂ ਉਦਾਹਰਨਾਂ ਦੇ ਕੇ, ਕਿਉਂਕਿ ਭਾਈ ਗੁਰਦਾਸ ਜੀ ਦੇ ਬਾਰੇ ਕਿਹਾ ਜਾਂਦਾ ਕਿ ਜਿੰਨੀ ਵੋਕੈਬਲਰੀ ਜਿੰਨਾ ਗਿਆਨ ਭਾਈ ਗੁਰਦਾਸ ਜੀ ਨੂੰ ਸੀਗਾ ਉਹਦਾ ਕੋਈ ਅੰਤ ਨਹੀਂ ਆ। ਤੇ ਮੈਂ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਪੌੜੀਆਂ ਦੇ ਵਿੱਚੋਂ ਕੁਝ ਪੰਕਤੀਆਂ ਨੋਟ ਕੀਤੀਆਂ, ਜਿੱਥੇ ਸਾਰਿਆਂ ਨੇ ਮੈਂ ਜਿਸ ਤਰ੍ਹਾਂ ਉਹ ਕਹਿੰਦੇ ਗੁੱਜਰ ਜਾਤ ਲੋਹਾਰ ਹੈ ਗੁਰਸਿੱਖੀ ਗੁਰਸਿੱਖ ਸੁਣਾਵੇ, ਕਿ ਗੁੱਜਰ ਭਾਈ ਗੁੱਜਰ ਲੋਹਾਰ ਜਾਤ ਦੇ ਵਿੱਚੋਂ ਤੇ ਉਹ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ, ਗੁਰੂ ਦੀ ਸਿੱਖਿਆ ਦੂਸਰਿਆਂ ਨੂੰ ਸੁਣਾਉਂਦੇ ਰਹੇ। ਇਸੇ ਤਰ੍ਹਾਂ ਇੱਕ ਪੌੜੀ ਚ ਕਹਿੰਦੇ ਨਾਈ ਢਿੰਗ ਵਖਾਣੀਐ ਸਤਿਗੁਰ ਸੇਵ ਕੁਟੰਬ ਤਰਾਵੈ, ਕਿ ਭਾਈ ਢਿੰਗ ਨਾਈ ਜਾਤ ਚੋਂ ਉਹ ਗੁਰੂ ਦੀ ਸੇਵਾ ਕਰਕੇ ਆਪਣੇ ਪਰਿਵਾਰ ਨੂੰ ਉਹਨੇ ਤਾਰ ਲਿਆ। ਫਿਰ ਕਹਿੰਦੇ ਜੱਟੂ ਭੱਟੂ ਵੰਤਿਆ ਫਿਰਨਾ ਸੂਦ ਵੱਡਾ ਸਤ ਭਾਈ। ਇਹ ਸ਼ੂਦਰ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਦੇ ਵਿੱਚੋਂ ਸੀਗੇ। ਫਿਰ ਕਹਿੰਦੇ ਗੁਰਮੁਖ ਵਿਸ਼ਨੂੰ ਬੀਥੜਾ ਮਾਛੀ ਸੁੰਦਰ ਗੁਰਮਤਿ ਪਾਈ। ਹੁਣ ਦੇਖੋ ਅੱਜ ਦੇ ਜੇ ਧਰਮ ਦੇ ਹਿਸਾਬ ਨਾਲ ਜਿਸ ਤਰ੍ਹਾਂ ਦਾ ਬਣਾ ਦਿੱਤਾ ਗਿਆ, ਕੋਈ ਮਾਛੀ ਵੀ ਧਰਮੀ ਮੰਨ ਲਿਆ ਜਾਊਗਾ ਕੋਈ, ਪਰ ਇਹ ਮਾਛੀ ਸੀ ਮੱਛੀਆਂ ਫੜਨ ਵਾਲਾ, ਤੇ ਉਹ ਵੀ ਉਹਨੇ ਗੁਰਮਤਿ ਦੀ ਪ੍ਰਾਪਤੀ ਕੀਤੀ। ਫਿਰ ਕਹਿੰਦੇ ਹੇਮਾ ਵਿੱਚ ਕਪਾਹੀਆ ਗੋਬਿੰਦ ਘੇਈ ਗੁਰ ਨਿਸਤਾਰਾ। ਹੇਮਾ ਭਾਈ ਹੇਮਾ ਕਪਾਹ ਵੇਚਣ ਦਾ ਕੰਮ ਕਰਨ ਵਾਲਾ, ਗੋਬਿੰਦ ਕਾ ਘਿਓ ਵੇਚ ਕੇ ਤੇ ਆਪਣਾ ਗੁਜ਼ਾਰਾ ਕਰਨ ਵਾਲਾ। ਭਿੱਖਾ ਟੋਡਾ ਭੱਟ ਦੋਏ ਧਾਰੂ ਸੂਦ ਮਹਿਲ ਤੇ ਸਪਾਰਾ, ਕਿ ਇਹ ਭਿੱਟਾ ਟੋਡਾ ਜਿਹੜੇ ਆਦਿਕ ਨੇ ਇਹ ਭੱਟ ਨੇ, ਤੇ ਜਿਹੜਾ ਧਾਰੂ ਆ ਉਹ ਸੂਦਰ ਆ। ਫਿਰ ਗੁਰਮੁਖ ਰਾਮੂ ਕੋਹਲੀ ਕੋਹਲੀ ਆਪਾਂ ਜਾਣਦੇ ਹੀ ਆ, ਨਾਲ ਨਿਹਾਲੂ ਸੇਵਕ ਸਾਰਾ ਭਾਨਾ ਅਵਰ ਵਿਗਾਹ ਮਲ ਬੁੱਧੂ ਸ਼ੀਂਬਾ ਗੁਰ ਦਰਬਾਰਾ। ਇਹ ਇਸ ਤਰ੍ਹਾਂ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਵੱਖ-ਵੱਖ ਸ਼੍ਰੇਣੀਆਂ, ਵੱਖ-ਵੱਖ ਜਾਤਾਂ, ਵੱਖ-ਵੱਖ ਮਜ਼ਹਬਾਂ ਦੇ ਲੋਕ ਵੀ ਜਿਹੜੇ ਗੁਰੂ ਕੇ ਚਰਨਾਂ ਦੇ ਵਿੱਚ ਆਏ। ਮੁਸਲਮਾਨ ਵੀ ਆਪਾਂ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਬਾਣੀ ਵੀ ਪੜ੍ਹਦੇ ਹਾਂ। ਭਾਈ ਸੱਤਾ ਬਲਵੰਡ ਜੀ ਮਰਾਸੀ ਸੀਗੇ, ਤੇ ਇਹ ਇਸ ਤਰ੍ਹਾਂ ਕਰਕੇ ਗੁਰੂ ਸਾਹਿਬ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ, ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੋਇਆ। ਥੈਂਕ ਯੂ ਜੀ, ਦੈਟਸ ਵੈਰੀ ਨੌਲੇਜੇਬਲ। ਮੈਂ ਵੀ ਪਹਿਲੀ ਦਫਾ ਮੇਰੇ ਗੱਲ ਪਈ ਹੈ ਕੰਨਾਂ ਦੇ ਵਿੱਚ, ਸੁਣਿਆ ਤਾਂ ਮੈਂ ਬਹੁਤ ਭਾਈ ਗੁਰਦਾਸ ਜੀ ਦੀਆਂ ਹੋਰ ਚੀਜ਼ਾਂ ਪੜ੍ਹੀਆਂ ਨੇ, ਪਰ ਆ ਜਿਹੜੀ ਵਾਰ ਦੀ ਤੁਸੀਂ ਦਿੱਤੀ ਹੈ ਵਿਆਖਿਆ, ਇਹ ਮੇਰੇ ਅਸਲ 'ਚ ਕਦੇ ਮੌਕਾ ਹੀ ਨਹੀਂ ਲੱਗਿਆ ਪੜ੍ਹਨ ਦਾ। ਤੇ ਤੁਸੀਂ ਦੱਸੋ ਡਾਕਟਰ ਕੁਲਵਿੰਦਰ ਸਿੰਘ ਜੀ, ਤੁਹਾਡੇ ਖਿਆਲ ਅਨੁਸਾਰ ਇਹ ਭਾਈ ਗੁਰਦਾਸ ਜੀ ਨੇ ਕਿਸ ਤਰ੍ਹਾਂ ਆਪਣੇ ਵਿਆਖਿਆ ਕੀਤੀ ਹੈ ਕਿ ਵੀ ਕਿਵੇਂ ਗੁਰੂ ਮਹਾਰਾਜ ਨੇ ਸਾਰਾ ਕੁਛ ਜਾਤ ਬਰਾਦਰੀਆਂ ਛੱਡ ਕੇ ਇੱਕੋ ਹੀ ਬਰੋਬਰਤਾ ਦਾ ਉਪਦੇਸ਼ ਦਿੱਤਾ? ਪ੍ਰਿੰਸੀਪਲ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਵਾਰ ਪੜ੍ਹੀ ਹੈ, ਜਿਹਦੇ ਵਿੱਚ ਅਲੱਗ-ਅਲੱਗ ਸਾਰੀਆਂ ਜਾਤਾਂ ਦੇ ਜਿੰਨੇ ਗੁਰਸਿੱਖ ਹੋਏ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ। ਹਾਂਜੀ, ਤੇ ਬੜਾ ਕਲੀਅਰਲੀ ਦੱਸਿਆ ਹੋਇਆ ਕਿ ਜਾਤ ਲਿਖਣ ਦਾ ਮਤਲਬ ਇਹ ਨਹੀਂ ਹੈ ਕਿ ਜਾਤ ਪਾਤ 'ਚ ਵਿਸ਼ਵਾਸ ਹੈਗਾ। ਇਹਦਾ ਮਤਲਬ ਇਹ ਹੈ ਕਿ ਸਾਰੇ ਹੀ ਉੱਥੇ ਬਰਾਬਰ ਸਨ ਤੇ ਸਾਰਿਆਂ ਨੂੰ ਜੀ ਆਇਆ ਸੀ, ਕੋਈ ਵਿਤਕਰਾ ਨਹੀਂ ਸੀ। ਜਿੱਦਾਂ ਸਾਡੇ ਪਿਛਲੇ ਐਪੀਸੋਡ 'ਚ ਕੋਈ ਸਵਾਲ ਉੱਠਿਆ ਸੀ ਨਾ ਕਿ ਜਾਤ ਲਿਖਦੇ ਕਿਉਂ ਹੈ,
ਜਾਤ ਇੱਕ ਤੇ ਬੰਦਾ ਲਿਖਦਾ ਹੈ ਆਪਣੇ ਹਉਮੈ ਦੇ ਕਰਕੇ ਕਿ ਮੈਂ ਵੱਡੀ ਜਾਤ ਦਾ ਵਾਂ, ਉਹਨੂੰ ਮੈਂ ਇਸ ਕਰਕੇ ਲਿਖਣਾ। ਦੂਸਰਾ, ਜਿਸ ਤਰ੍ਹਾਂ ਪਹਿਲਾਂ ਜ਼ਿਕਰ ਆਇਆ ਸੀ ਕਿ ਜਾਤ ਪਾਤ ਦਾ ਇੰਨਾ ਜ਼ਿਆਦਾ ਵਿਤਕਰਾ ਵੱਧ ਗਿਆ ਸੀ ਕਿ ਭਗਤਾਂ ਨੇ ਫਿਰ ਠੋਕ ਕੇ ਆਪਣਾ ਲਿਖਿਆ ਵੀ ਕਬੀਰ ਜੀ ਨੇ ਥਾਂ ਥਾਂ ਤੇ ਆਪਣੇ ਨੂੰ ਜਾਤ ਦੇ ਨਾਲ ਸੰਬੋਧਨ ਕੀਤਾ ਵੀ ਤੁਸੀਂ ਮਾੜਾ ਕਹਿੰਦੇ ਹੋ ਤੇ ਮੈਂ ਆਪਣੇ ਆਪ ਨੂੰ ਕਿਸੇ ਤੋਂ ਮਾੜਾ ਨਹੀਂ ਸਮਝਦਾ। ਉਹਨਾਂ ਨੇ ਬੜੇ ਮਾਣ ਦੇ ਨਾਲ, ਫਖਰ ਦੇ ਨਾਲ ਆਪਣੀ ਜਾਤ ਨੂੰ, ਸਾਰੇ ਭਗਤਾਂ ਨੇ ਆਪਣੀ ਜਾਤ ਨੂੰ ਬੜੀ ਫਖਰ ਦੇ ਨਾਲ ਪ੍ਰੈਜ਼ੈਂਟ ਕੀਤਾ ਕਿ ਤੁਸੀਂ ਮਾੜਾ ਸਮਝਦੇ ਹੋ ਪਰ ਮੈਨੂੰ ਪਤਾ ਹੈ ਕਿ ਮੈਂ ਬਰਾਬਰ ਹਾਂ, ਮੈਂ ਕਿਸੇ ਤੋਂ ਘੱਟ। ਸੋ ਇਸੇ ਤਰ੍ਹਾਂ ਸਵਾਲ ਉੱਠਿਆ ਸੀ ਕਿ ਗੁਰੂ ਸਾਹਿਬਾਂ ਦੇ ਨਾਲ ਵੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਸਵਾਲ ਆ ਜਾਂਦਾ ਹੈ ਕਿ ਸੋਢੀ ਕਿਉਂ ਲਿਖਿਆ। ਇਸੇ ਤਰ੍ਹਾਂ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਨਾਵੇ। ਉਹ ਬੜੇ ਉਹਦੇ ਸ਼ਲੋਕ ਹੈਗੇ ਨੇ, ਧਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੇ, ਰਵ ਸਸ ਕਿਰਨ ਉਦਰ ਸਾਧਕ ਸਾਗਰ ਕੋ, ਗੰਗ ਤਰੰਗ ਉਨਹਿ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਨਾਵੇ। ਸੋ ਇਹਨਾਂ ਦੇ ਵਿੱਚ, ਸ਼ਬਦਾਂ ਦੇ ਵਿੱਚ ਤੁਸੀਂ ਆਪਣੇ ਨਾਂ ਕਈਆਂ ਦੇ ਸੇਮ ਹੋ ਸਕਦੇ ਨੇ। ਅਮਰਦਾਸ ਕਈਆਂ ਦਾ ਨਾਮ ਹੋ ਸਕਦਾ ਹੈ, ਰਾਮਦਾਸ ਕਈਆਂ ਦਾ ਨਾਮ ਹੋ ਸਕਦਾ ਹੈ। ਆਪਣੇ ਆਪ ਨੂੰ ਹੰਕਾਰ ਦੇ ਤੌਰ ਤੇ ਜਾਤ ਦਾ ਲਿਖਣਾ ਅਲੱਗ ਵਿਸ਼ਾ ਹੈ ਤੇ ਉਸੇ ਜਾਤ ਪਾਤ ਨੂੰ ਸਿਰਫ ਨਿਸ਼ਾਨੀ ਦੇ ਤੌਰ ਤੇ ਲਿਖਣਾ ਅਲੱਗ ਵਿਸ਼ਾ ਹੈ। ਲਿਖਣ ਦੇ ਨਾਲ ਜਾਤ ਪਾਤ ਨਹੀਂ, ਜਾਤ ਪਾਤ ਮਨ ਦੇ ਵਿੱਚੋਂ ਪੈਦਾ ਹੁੰਦੀ ਹੈ ਜੇ ਮੇਰੇ ਅੰਦਰ ਹੰਕਾਰ ਹੋਵੇ ਕਿ ਮੈਂ ਵੱਡੀ ਜਾਤ ਹਾਂ। ਇਸੇ ਤਰ੍ਹਾਂ ਜੇ ਛੋਟਾ ਬੰਦਾ ਆਪਣੀ ਜਾਤ ਲੁਕਾਉਂਦਾ ਹੈ ਤੇ ਉਹ ਵੀ ਜਾਤ ਪਾਤ ਦਾ ਸ਼ਿਕਾਰ ਹੈ, ਕਿਉਂਕਿ ਉਹਦੇ ਅੰਦਰ ਇੱਕ ਇਨਫੀਰੀਅਰਿਟੀ ਕੰਪਲੈਕਸ ਆ ਜਾਵੇ ਕਿ ਮੈਂ ਛੋਟੀ ਜਾਤ ਦਾ। ਨਾ ਇਨਫੀਰੀਅਰਿਟੀ ਕੰਪਲੈਕਸ ਹੋਣਾ ਚੰਗਾ ਵੈ ਤੇ ਨਾ ਹੀ ਸੁਪੀਰੀਅਰਿਟੀ ਕੰਪਲੈਕਸ ਚੰਗਾ, ਦੋਨੋਂ ਹੀ ਮਾੜੇ ਨੇ। ਯਾ ਦੈਟਸ ਵੈਰੀ ਟਰੂ। ਕਿਉਂਕਿ ਇਧਰਲੇ ਮੁਲਕਾਂ 'ਚ ਜੇ ਫਰਕ ਕਰੋ, ਇੱਕ ਦਾ ਨਾਂ ਜਾਰਜ ਹੈ, ਜਿਹੜਾ ਬਜ਼ੁਰਗ ਉਹਦਾ ਜਾਰਜ 1, ਜਾਰਜ 2, ਜਾਰਜ 3 ਇਸ ਤਰ੍ਹਾਂ ਕਰਕੇ ਡਿਫਰੈਂਸ਼ੀਏਟ ਕਰਦੇ ਨੇ। ਤੇ ਆਪਣੇ ਜਿਹੜੇ ਨੇ, ਜਿਵੇਂ ਹੁਣ ਕਹਿੰਦੇ ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਉਹ ਇਸ ਤਰ੍ਹਾਂ ਡਿਫਰੈਂਸ਼ੀਏਟ ਕਰਦੇ ਆ। ਇਸੇ ਤਰ੍ਹਾਂ ਹੀ ਭਗਤਾਂ ਨੇ, ਜਿਵੇਂ ਤੁਸੀਂ ਫਰਮਾਇਆ ਕਿ ਵੀ ਆਪਣੇ ਆਪ ਨੂੰ ਜਾਂ ਗੁਰੂਆਂ ਦੇ ਤਾਂ ਲੱਗੇ ਨੇ ਨਾਲ ਟੂ ਗਿਵ ਐਨ ਆਈਡੀਆ ਕਿ ਵੀ ਕਿੱਥੋਂ ਆਏ ਉਹ, ਕਿੱਥੋਂ ਆਏ। ਰਾਈਟ। ਤੇ ਸੋ ਉਹਦੇ ਵਿੱਚ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਭਾਈ ਸਾਹਿਬ ਦੀ ਵਾਰ ਪੜ੍ਹੀ ਹੈ, ਉਹਦੇ ਨਾਲ ਦੇ ਹੀ ਉਦਾਹਰਣ, ਪ੍ਰਮਾਣ, ਦ੍ਰਿਸ਼ਟਾਂਤ ਗੁਰਬਾਣੀ ਚਾਹੁੰਦੇ ਨੇ। ਕਬੀਰ ਜੀ ਦਾ ਸ਼ਲੋਕ ਹੈ, ਕਬੀਰ ਚੰਦਨ ਕਾ ਬਿਰਵਾ ਭਲਾ, ਭੇੜਿਓ ਢਾਕ ਪਲਾਸ। ਉਹ ਕਹਿੰਦੇ ਚੰਦਨ ਦੇ ਵਿੱਚ ਇੱਕ ਗੁਣ ਹੈ। ਚੰਦਨ ਇੱਥੇ ਗੁਰੂ ਨੂੰ ਐਡਰੈਸ ਕਰਕੇ ਕਿਹਾ ਗਿਆ, ਉਦਾਹਰਣ ਚੰਦਨ ਦੀ ਦਿੱਤੀ ਗਈ ਹੈ ਕਿ ਚੰਦਨ ਦੇ ਵਿੱਚ ਇੰਨੀ ਜ਼ਿਆਦਾ ਖੁਸ਼ਬੂ ਹੈ, ਇੰਨੀ ਜ਼ਿਆਦਾ ਖੁਸ਼ਬੂ ਹੈ ਕਿ ਚੰਦਨ ਦੇ ਆਸ-ਪਾਸ, ਜਿਸ ਜੰਗਲ 'ਚ ਚੰਦਨ ਲੱਗਾ ਹੁੰਦਾ ਹੈ, ਉੱਥੋਂ ਦੇ ਆਸ-ਪਾਸ ਦੇ ਜਿੰਨੇ ਵੀ ਦਰਖਤ ਨੇ ਉਹ ਸਾਰਿਆਂ ਦੇ ਵਿੱਚ ਹੀ ਖੁਸ਼ਬੂ ਆ ਜਾਂਦੀ ਹੈ। ਸੋ ਚੰਦਨ ਕਾ, ਕਬੀਰ ਚੰਦਨ ਕਾ ਬਿਰਵਾ ਭਲਾ, ਭੇੜਿਓ ਢਾਕ ਪਲਾਸ। ਕਿਉਂਕਿ ਕਹਿੰਦੇ ਕਿਉਂ ਉਹਦੇ ਨਾਲ ਜਿਹੜਾ ਲੱਗਾ ਕਿਉਂ ਚੰਗਾ, ਓਏ ਵੀ ਚੰਦਨ ਹੋਏ ਰਹੇ, ਬੱਸੇ ਜੋ ਚੰਦਨ ਪਾਸ। ਜਿਹੜਾ ਚੰਦਨ ਦੇ ਕੋਲ ਦਰਖਤ ਹੁੰਦਾ ਹੈ ਨਾ, ਭਾਵੇਂ ਕਿੱਕਰ ਦਾ ਦਰਖਤ ਕਿਉਂ ਨਾ ਹੋਵੇ, ਉਹ ਦਰਖਤ ਦੀ ਲੱਕੜ ਵੀ ਜਿਹੜੀ ਚੰਦਨ ਦੇ ਭਾਅ ਵਿਕ ਜਾਂਦੀ ਹੈ। ਜਿੰਨੇ ਅਸੀਂ ਆਮ ਤੌਰ ਤੇ ਮਾਰਕੀਟ 'ਚੋਂ ਚੰਦਨ ਬਾਏ ਕਰਦੇ ਹਾਂ, ਉਹ ਰੀਅਲ ਚੰਦਨ ਨਹੀਂ ਹੁੰਦਾ, ਉਹਦੇ ਲਾਗੇ ਛਾਗੇ ਦੇ ਦਰਖਤਾਂ ਨੂੰ ਹੀ ਕੱਟ ਕੇ ਚੰਦਨ ਕਰਕੇ ਵੇਚਿਆ ਜਾਂਦਾ ਹੈ, ਕਿਉਂਕਿ ਉਹਨਾਂ ਸਾਰਿਆਂ 'ਚ ਖੁਸ਼ਬੂ ਆ। ਅੱਛਾ ਜੀ। ਯੈਸ। ਤੇ ਕਿਉਂਕਿ ਚੰਦਨ ਨੇ ਤੇ ਹੋਰਨਾਂ ਨੂੰ ਖੁਸ਼ਬੂ ਦਈ ਜਾਣੀ ਹੈ। ਸਿਮਿਲਰਲੀ ਗੁਰਬਾਣੀ ਚ ਲਾਈਨ ਆਉਂਦੀ ਹੈ, ਪ੍ਰਿੰਸੀਪਲ ਸਾਹਿਬ ਨੇ ਲੋਹੇ ਦੀ ਉਦਾਹਰਨ ਵੀ ਦਿੱਤੀ ਸੀ, ਤੇ ਗੁਰਬਾਣੀ ਚ ਕੀ ਆਉਂਦੀ ਹੈ, ਗੁਰ ਪਾਰਸ ਹਮਲੋ। ਗੁਰੂ ਜਿਹੜਾ ਹੈ ਉਹ ਪਾਰਸ ਸਮਾਨ ਹੈ ਤੇ ਅਸੀਂ ਲੋਹੇ ਦੇ ਸਮਾਨ ਆ, ਕਿਸੇ ਵੀ ਜਾਤੀ ਦੇ ਹੋਈਏ। ਤੇ ਮਿਲ ਕੰਚਨ ਹੋਇਆ ਰਾਮ। ਜਦੋਂ ਮੈਂ ਗੁਰੂ ਦੇ ਲੜ ਲੱਗਾ ਵਾਂ, ਜਦੋਂ ਮੈਂ ਗੁਰੂ ਦੇ ਨਾਲ ਜੁੜਿਆ ਵਾਂ, ਤੇ ਉਦੋਂ ਦਾ ਮੇਰੇ ਚ ਵੀ ਕੰਚਨ ਵਾਂਗੂ ਖੁਸ਼ਬੂ ਆਣੀ ਸ਼ੁਰੂ ਹੋ ਗਈ ਹੈ, ਸ਼ੁਭ ਗੁਣ ਆਣੇ ਸ਼ੁਰੂ ਹੋ ਗਏ ਨੇ। ਬਿਊਟੀਫੁਲ। ਸੋ ਹਾਂਜੀ, ਸੋ ਇੱਥੇ ਜਦੋਂ ਅਸੀਂ ਜਾਤ ਪਾਤ ਦੀ ਗੱਲ ਕਰਦੇ ਹਾਂ, ਪਿਛਲੇ ਐਪੀਸੋਡ ਨੂੰ ਮੈਂ ਟੱਚ ਕਰਨਾ ਚਾਹਾਂਗਾ। ਪਿਛਲੇ ਐਪੀਸੋਡ ਦੇ ਵਿੱਚ ਜਿੱਦਾਂ ਇੱਕ ਸਵਾਲ ਉੱਠਿਆ ਸੀ, ਮੈਂ ਹੁਣੇ ਵਿਚਾਰ ਕੀਤਾ ਨਾ ਵੀ ਜਾਤ ਦਾ ਮੈਂਸ਼ਨ ਕਰਨਾ, ਉਹਦੇ ਨਾਲ ਹੀ ਡਾਕਟਰ ਸਾਹਿਬ ਨੇ, ਡਾਕਟਰ ਕਰਵਾਲ ਸਿੰਘ ਜੀ ਨੇ ਇੱਕ ਵਿਸ਼ਾ ਉਠਾਇਆ ਸੀ ਕਿ ਭਗਤ ਰਵਿਦਾਸ ਜੀ ਉਹ ਕਹਿੰਦੇ ਨੇ ਵੀ ਜੇਕਰ ਮੈਂ ਛੋਟੀ ਜਾਤ ਦਾ ਨਾ ਹੁੰਦਾ ਤੇ ਹੋ ਸਕਦਾ ਮੈਂ ਭਗਤੀ ਨਾ ਹੀ ਕਰਦਾ। ਇਹ ਇੱਕ ਵਿਸ਼ਾ ਹੈ। ਭਗਤ ਦੇ ਵਿੱਚ ਥੈਂਕਫੁਲਨੈਸ ਹੈ ਕਿ ਉਹ
ਮਾੜੀ ਚੀਜ਼ ਨੂੰ ਕਹਿੰਦੇ ਮਨੁੱਖ ਕੀ ਹੁੰਦਾ ਹੈ, ਉਹ ਹਰ ਇੱਕ ਚੀਜ਼ ਨੂੰ ਓਪਰਚੁਨਿਟੀ ਬਣਾ ਲੈਂਦਾ ਹੈ। ਭਗਤ ਰਵਿਦਾਸ ਜੀ ਨੇ ਆਪਣੀ ਛੋਟੀ ਜਾਤ ਨੂੰ ਲੋਕਾਂ ਦੀ ਦਬਾਓ ਨੀਤੀ ਨੂੰ ਓਪਰਚੁਨਿਟੀ ਬਣਾ ਲਿਆ। ਦੱਬੇ ਨਹੀਂ, ਓਪਰਚੁਨਿਟੀ ਬਣਾ ਕੇ ਉਹਨੂੰ ਯੂਜ਼ ਕੀਤਾ ਤੇ ਭਗਤ ਬਣ ਨਿਕਲੇ। ਕਿਉਂ? ਭਗਤ ਕਬੀਰ ਜੀ ਦਾ ਜਿਹੜਾ ਜਦੋਂ ਇਹਨਾਂ ਨੇ ਨਾਮ ਲਿੱਤਾ ਹੈ ਨਾ, ਉਹਦੇ ਬਾਰੇ ਇੱਕ ਭਾਈ ਗੁਰਦਾਸ ਜੀ ਦੀ ਵਾਰ ਆਉਂਦੀ ਹੈ। ਇਹਨਾਂ ਦੇ ਜਿਹੜੇ ਗੁਰੂ ਹੋਏ ਨੇ, ਗੁਰੂ ਰਾਮਾਨੰਦ ਜੀ ਉੱਚੀ ਜਾਤ ਦੇ ਸਨ। ਉਹ ਪਿਛਲੀਆਂ ਵਾਰਾਂ 'ਚ ਪ੍ਰਿੰਸੀਪਲ ਸਾਹਿਬ ਦੱਸ ਚੁੱਕੇ ਨੇ। ਪਿਛਲੀ ਵਾਰੀ 'ਚ ਭਗਤ ਜੈਦੇਵ ਜੀ ਤੇ ਰਾਮਾਨੰਦ ਜੀ ਉੱਚੀ ਜਾਤ ਦੇ ਭਗਤ ਹੋਏ ਨੇ। ਇਹਨਾਂ ਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ, ਇਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਹੁਣ ਉਹ ਕਹਿੰਦੇ ਭਗਤ ਰਾਮਾਨੰਦ ਜੀ ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਕਹਿੰਦੇ ਬਨਾਰਸ ਰਹਿੰਦੇ ਸੀ, ਵਿਰਖਤ ਰਹਿੰਦੇ ਸੀ, ਇਕੱਲੇ ਕਾਰੇ ਭਗਤੀ ਕਰਦੇ ਸਨ। ਤੇ ਰਾਮਾਨੰਦ ਗੁਸਾਈ ਇਹਨਾਂ ਦਾ ਨਾਮ ਹੈ, ਉੱਚੀ ਜਾਤੇ ਨੇ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਨ ਤਾਈ। ਸਵੇਰੇ ਸਵੇਰੇ ਉੱਠ ਕੇ ਬਨਾਰਸ ਦੇ ਵਿੱਚ ਗੰਗਾ ਦੇ ਕਿਨਾਰੇ ਦਰਸ਼ਨ ਇਸ਼ਨਾਨ ਕਰਨ ਜਾਂਦੇ ਨੇ। ਹੁਣ ਕਿਉਂਕਿ ਉਸ ਵੇਲੇ ਵੱਡੀ ਜਾਤ ਵੱਲੋਂ ਛੋਟੀ ਜਾਤ ਨੂੰ ਜਿਹੜਾ ਨਾਮ ਦੇਣਾ ਅਲਾਉਡ ਨਹੀਂ ਸੀ ਹੈਗਾ, ਤੇ ਸੁਣਾ ਸੁਣਾਈ ਹੀਰ ਸੇ ਤੋਂ ਸਾਡਿਆਂ ਦੇ ਸਾਰਿਆਂ ਦੇ ਮਨ 'ਚ ਗੱਲ ਹੁੰਦੀ ਹੈ। ਤੇ ਕਈ ਵਾਰੀ ਵੱਡੇ ਵੱਡੇ ਭਗਤ ਵੀ ਇਸ ਚੀਜ਼ ਤੋਂ ਬਾਉਂਡ ਹੋ ਜਾਂਦੇ ਨੇ ਕਿ ਸੁਸਾਇਟੀ ਦੇ ਖਿਲਾਫ ਉਹ ਆਵਾਜ਼ ਨਹੀਂ ਉਠਾ ਪਾਉਂਦੇ। ਸੋ ਕਬੀਰ ਜੀ ਨੂੰ ਪਤਾ ਹੈ ਕਿ ਜੇ ਮੈਂ ਰਾਮਾਨੰਦ ਜੀ ਕੋਲ ਗਿਆ ਤੇ ਇਹਨਾਂ ਨੇ ਮੈਨੂੰ ਨਾਮ ਨਹੀਂ ਦੇਣਾ, ਕਿਉਂਕਿ ਮੈਂ ਛੋਟੀ ਜਾਤ ਹਾਂ। ਤੇ ਕਹਿੰਦੇ ਕਬੀਰ ਜੀ ਨੇ ਕੀ ਕੀਤਾ, ਅੱਗੋਂ ਹੀ ਦੇ ਜਾਏ ਕਿ ਲੰਮਾ ਪਿਆ ਕਬੀਰ ਤੇ ਥਾਈ। ਕਬੀਰ ਜੀ ਨੇ ਪਤਾ ਕੀਤਾ ਵੀ ਕਿਹੜੇ ਰਸਤੇ ਉਹ ਰਾਮਾਨੰਦ ਜੀ ਜਾਂਦੇ ਨੇ। ਜਿਸ ਰਸਤੇ ਉਹ ਜਾਂਦੇ ਸੀ ਨਾ, ਉੱਥੇ ਜਾ ਕੇ ਰਸਤੇ ਵਿੱਚ ਲੰਮੇ ਪੈ ਗਏ, ਜਿੱਦਾਂ ਬੰਦਾ ਨਾ ਸੁੱਤਾ ਹੋਵੇ। ਹੁਣ ਜਦੋਂ ਰਸਤੇ ਛੋਟੇ ਸਨ, ਜਦੋਂ ਰਾਮਾਨੰਦ ਜੀ ਸਵੇਰ ਵੇਲੇ 12-1-2 ਵਜੇ ਜਾ ਰਹੇ ਨੇ, ਹਨੇਰੇ ਦੇ ਵਿੱਚ ਪੈਰ ਨੂੰ ਕੋਈ ਲੱਗਾ ਨਾ, ਤੇ ਉਹਨਾਂ ਨੂੰ ਲੱਗਾ ਕਿ ਬੰਦਾ ਸੁੱਤਾ ਹੈ। ਤੇ ਉਹਨਾਂ ਨੇ ਮੂੰਹ ਚੋਂ ਅਚਾਨਕ ਲਫ਼ਜ਼ ਨਿਕਲਿਆ, ਜਿੱਦਾਂ ਕਹਿੰਦਾ ਰਾਮ ਕੇ ਪਿਆਰੇ ਰਾਮ ਕਹੋ। ਪੈਰੀ ਟੁੰਬ ਉਠਾ ਲਿਆ ਬੋਲੋ ਸਿੱਖ ਰਾਮ ਸਮਝਾਈ। ਤੇ ਉਹਨਾਂ ਨੇ ਪੈਰਾਂ ਦੇ ਨਾਲ ਉਠਾ ਕੇ ਕਹਿਣ ਲੱਗੇ ਵੀ ਤੂੰ ਸੁੱਤਾ ਹੈ, ਉੱਠ ਕੇ ਰੱਬ ਦਾ ਨਾਮ ਜਪ। ਤੇ ਕਬੀਰ ਜੀ ਦੇ ਮਨ ਦੇ ਚ ਇੱਕੋ ਸੀ ਕਿ ਮੈਂ ਗੁਰੂ ਧਾਰਨ ਕਰਨਾ ਹੈ। ਉਦਾਂ ਇਹਨਾਂ ਨੇ ਮੈਨੂੰ ਆਪਣਾ ਗੁਰੂ ਬੰਨਣਾ ਨਹੀਂ, ਮੈਨੂੰ ਨਾਮ ਦੇਣਾ ਨਹੀਂ। ਐਸੇ ਬਹਾਨੇ ਇਹਨਾਂ ਨੇ ਮੂੰਹ ਕਹਿਤਾ ਤੇ ਕਬੀਰ ਜੀ ਨੇ ਆਪਣੇ ਮਨ 'ਚ ਮੰਨ ਲਿਆ, ਧਾਰਨ ਕਰ ਲਿਆ ਕਿ ਅੱਜ ਤੋਂ ਮੇਰੇ ਗੁਰੂ ਨੇ। ਸੋ ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਕੈ ਸਿੱਖ ਸਮਝਾਈ। ਅਗਲੀ ਪੰਕਤੀ ਫਿਰ ਉਹੀ ਆ ਗਈ, ਜਿਉ ਲੋਹਾ ਪਾਰਸ ਛੋਹੇ। ਉਹ ਕਹਿੰਦੇ ਹੋਇਆ ਕੀ ਕਿ ਜਿੱਦਾਂ ਲੋਹੇ ਨੂੰ ਪਾਰਸ ਹੋ ਜਵੇ ਤੇ ਲੋਹਾ ਉਸੇ ਵੇਲੇ ਹੀ ਸੋਨਾ ਬਣ ਜਾਂਦਾ ਨਾ। ਚੰਦਨ ਵਾਸ ਨਿੰਮ ਮੈਂ ਕਾਈ। ਤੇ ਚੰਦਨ ਦੇ ਨਾਲ ਰਹਿ ਕੇ ਨਿੰਮ 'ਚ ਵੀ ਖੁਸ਼ਬੂ ਆ ਜਾਂਦੀ ਹੈ। ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਤੇ ਕਹਿੰਦੇ ਜਿਹੜੇ ਪੂਰੇ ਸਤਿਗੁਰ ਦੀ ਕਿ ਵਡਿਆਈ ਹੈ ਕਿ ਪ੍ਰੇਤਾਂ ਨੂੰ ਤੇ ਪਸ਼ੂਆਂ ਨੂੰ ਉਹ ਦੇਵਤੇ ਬਣਾ ਦਿੰਦਾ। ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਖੜ ਖੜਾਈ। ਰਾਮ ਕਬੀਰੈ ਭੇਦ ਨਾ ਪਾਈ। ਤੇ ਕਹਿਣ ਲੱਗੇ ਖੀਰ ਤੇ ਕੀ ਹੋ ਗਿਆ, ਇਸੇ ਤਰ੍ਹਾਂ ਕਬੀਰ ਦੇ ਵਿੱਚ ਤੇ ਰਾਮ ਦੇ ਵਿੱਚ, ਪਰਮਾਤਮਾ ਦੇ ਵਿੱਚ ਫਰਕ ਖਤਮ ਹੋ ਗਿਆ। ਦੋਨੋਂ ਇੱਕੋ ਰੂਪ ਹੋ ਗਏ। ਹੁਣ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਚੀਜ਼ ਹੋਰ ਸ਼ੇਅਰ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਛੋਟੇ ਭਗਤਾਂ ਦੇ ਨਾਲ ਨੇ ਆਪਣੇ ਅੰਦਰ ਕੋਈ ਇਨਫੀਰੀਅਰਿਟੀ ਕੰਪਲੈਕਸ ਨਹੀਂ ਡਿਵੈਲਪ ਕੀਤਾ। ਇਨਫੀਰੀਅਰਿਟੀ ਕੰਪਲੈਕਸ ਹੋਵੇ ਤਾਂ ਤੁਸੀਂ ਭਗਤੀ ਕਰ ਹੀ ਨਹੀਂ ਸਕਦੇ। ਭਗਤੀ ਸਵੈਮਾਨ ਤੋਂ ਸ਼ੁਰੂ ਹੁੰਦੀ ਹੈ। ਜਿਸ ਤਰ੍ਹਾਂ ਗੁਰਬਾਣੀ ਚਾਹੁੰਦਾ ਨਾ, ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਏ। ਹਉਮੈ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਤੁਹਾਨੂੰ ਡਟਣਾ ਪੈਂਦਾ। ਤੋ ਇਸੇ ਤਰ੍ਹਾਂ ਗੁਰਬਾਣੀ 'ਚ ਇੱਕ ਹੋਰ ਸ਼ਬਦ ਆਉਂਦਾ ਹੈ, ਉਹਦੇ 'ਚ ਸਾਰੇ ਭਗਤਾਂ ਦਾ ਵੇਰਵਾ ਹੈ। ਤੇ ਜਿਸ ਤਰ੍ਹਾਂ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਵੱਡੀ ਜਾਤ ਵਾਲੇ ਆਪਣੀ ਜਾਤ ਦਾ ਹੰਕਾਰ ਕਹਿੰਦੇ ਆ, ਗੁਰੂ ਕਹਿੰਦੇ ਹੰਕਾਰ ਵੀ ਦੋ ਤਰ੍ਹਾਂ ਦਾ। ਇੱਕ ਪੋਜ਼ਿਟਿਵ ਹਉਮੈ ਹੈ, ਇੱਕ ਨੈਗੇਟਿਵ ਹਉਮੈ ਹੈ। ਨੈਗੇਟਿਵ ਹਉਮੈ ਹੈ ਖਾਲੀ ਹਉਮੈ, ਕਰਨਾ ਕੁਛ ਚੰਗਾ ਨਹੀਂ ਤੇ ਬਸ ਵੱਡੀ ਜਾਤ ਦਾ ਹੋਣ ਦਾ ਹੰਕਾਰ ਕਰੀ ਜਾਣਾ। ਉਹ ਤੇ ਬੰਦਾ ਪੱਕਾ ਨਰਕਾਂ ਦਾ ਭਾਗੀ। ਪਰ ਗੁਰਬਾਣੀ 'ਚ ਇੱਕ ਉਦਾਹਰਨ ਆਉਂਦੀ ਹੈ, ਉਹ 'ਚ ਭਗਤ ਧੰਨਾ ਜੀ ਜੱਟ ਜਾਤ ਦੇ ਹੋਏ ਨੇ। ਤੇ ਉਹ ਕਹਿੰਦੇ ਨੇ, ਭਗਤ ਧੰਨਾ ਜੀ ਬਾਰੇ ਆਉਂਦਾ ਹੈ ਗੁਰਬਾਣੀ ਵਿੱਚ। ਮੈਂ ਸਾਰਾ ਸ਼ਬਦ ਬਾਅਦ ਸੁਣਾਵਾਂਗਾ, ਸਭ ਤੋਂ ਪਹਿਲਾਂ ਪੰਕਤੀ ਸ਼ੇਅਰ ਕਰਦਾ। ਇਹ ਬਿਦ ਸੁਣ ਕੇ ਜੱਟ ਰੋ, ਜੱਟ ਰੋ ਮਤਲਬ ਜਾਟ, ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਕਹਿੰਦੇ ਹੁਣ ਧੰਨਾ ਜਾਤ ਨੂੰ ਪੋਜ਼ਿਟਿਵਲੀ ਕਿੱਦਾਂ ਯੂਜ਼ ਕੀਤਾ। ਉਹ ਕਹਿੰਦੇ ਧੰਨੇ ਨੇ ਜਦੋਂ ਬਾਕੀ ਭਗਤਾਂ ਦੀ ਉਸਤਤ ਸੁਣੀ ਨਾ, ਕੀ ਉਸਤਤ ਸੁਣੀ, ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ।
ਜਦੋਂ ਧੰਨੇ ਨੇ ਨਾਮਦੇਵ ਦਾ ਇਤਿਹਾਸ ਸੁਣਿਆ ਨਾ, ਵੀ ਨਾਮਦੇਵ ਰੱਬ ਦੀ ਭਗਤੀ ਕਰਕੇ, ਛੋਟੀ ਜਿਹੀ ਜਾਤ ਦਾ ਸੀ, ਇਹ ਛੀਬੇ ਸਨ ਜਾਤ ਦੇ, ਤੇ ਭਗਤੀ ਕਰਕੇ ਇੰਨਾ ਇਹਨਾਂ ਦਾ ਨਾਮ ਉੱਚਾ ਹੋ ਗਿਆ। ਆਂਡਦਾਨ ਕੋ ਛੀਪਰ ਹੋਇਓ ਲਖੀਨਾ, ਜਿਹਨੂੰ ਅੱਧੀ ਕੋਟੀ ਦਾ ਛੀਬਾ ਕਹਿੰਦੇ ਸੀ, ਇਹ ਲੱਖਾਂ ਦਾ ਹੋ ਗਿਆ। ਇੰਨੀ ਦੁਨੀਆ ਨੇ ਇਹਨੂੰ ਪੂਜਿਆ। ਗੋਬਿੰਦ 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 ਸੰਗ ਨਾਮ ਦਿਓ ਮਲ ਲੀਨਾ, ਆੜਦਾਮ ਕੋ ਛੀਪਰੋ ਹੋਇਓ ਲਖੀਨਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਹਿੰਦੇ ਏਦਾਂ ਕਬੀਰ ਵੀ ਛੋਟੀ ਜਾਂਦਾ ਸੀ, ਜੁਲਾਹੇ ਸਨ ਜਾਤ ਤੋਂ, ਪਰ ਕਹਿੰਦੇ ਉਹਨੇ ਕੀ ਕੰਮ ਕਾਰ ਦੇ ਵਿੱਚੋਂ ਤਵੱਜੋ ਘਟਾ ਦਿੱਤੀ ਤੇ ਰੱਬ ਦੇ ਨਾਲ ਭਗਤੀ ਜ਼ਿਆਦਾ ਕਰਨੀ ਸ਼ੁਰੂ ਕਰ ਦਿੱਤੀ। ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਹਰੋ, ਕਹਿਣ ਨੂੰ ਤੇ ਨੀਵੀਂ ਕੁਲਦਾ ਸੀ, ਪਰ ਹੋਇਆ ਕਿ ਭਇਓ ਗੁਨੀ ਗਹੀਰਾ, ਗੁਨਾ ਦੀ ਖਾਂਡ ਬਣ ਗਈ। ਫਿਰ ਰਵਿਦਾਸ ਭਗਤ ਜੀ ਦੀ ਗੱਲ ਕਹਿੰਦੇ, ਧੰਨਾ ਕਹਿੰਦਾ ਰਵਿਦਾਸ ਧਵੰਤਾ ਢੋਰ ਨੀਤ, ਉਹ ਤੇ ਪਸ਼ੂ ਢੋਂਦਾ ਸੀ ਮਰੇ ਹੋਏ, ਪਰ ਤਿੰਨ ਤਿਆਗੀ ਮਾਇਆ, ਮਾਇਆ ਤਿਆਗਣ ਤੋਂ ਬਾਅਦ ਪ੍ਰਗਟ ਹੋਆ ਸਾ ਸੰਘਾਰ ਦਰਸ਼ਨ ਪਾਇਆ। ਐਸੇ ਤਰ੍ਹਾਂ ਸੈਨ ਨਾਈ ਜੀ ਦੀ ਗੱਲ ਕਰਦੇ ਨੇ, ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਜਣੇ। ਹੁਣ 5ਵੀਂ ਲਾਈਨ 'ਚ ਹੈਗਾ ਮੇਨ ਤੱਤ ਭਾਵ। ਉਹ ਕਹਿੰਦੇ ਜੇ ਤੂੰ ਵੱਡੀ ਜਾਤ ਦਾ, ਤੂੰ ਵੱਡੀ ਜਾਤ ਦਾ ਬਣਿਆ ਰਹੋ, ਪਰ ਕੋਈ ਚੰਗਾ ਕੰਮ ਤੇ ਕਰ, ਜਿਸ ਤਰ੍ਹਾਂ ਧੰਨੇ ਨੇ ਕੀਤਾ। ਉਹ ਕਹਿੰਦੇ ਧੰਨੇ ਨੇ ਕੀ, ਧੰਨੇ ਦੇ ਸੀ ਮੈਂ ਜੱਟ ਜਾਤ ਦਾ ਵਾਂ, ਪਰ ਉਹਨੇ ਉਹਨੂੰ ਪੋਜ਼ਿਟਿਵਲੀ ਯੂਜ਼ ਕੀਤਾ। ਤੇ ਕਹਿੰਦੇ ਇਹ ਬਿਦ ਸੁਣ ਕੇ ਧੰਨਾ ਕਹਿਣ ਲੱਗਾ, ਉਹ ਛੋਟੀ ਜਾਤ ਦੇ ਇੰਨੇ ਭਗਤ ਹੋਏ ਨੇ, ਉਹ ਮੈਂ ਤੇ ਵੱਡੀ ਜਾਤ ਦਾ ਜੱਟ ਹਾਂ, ਤੇ ਮੈਂ ਕਿਉਂ ਨਹੀਂ ਭਗਤੀ ਕਰ ਸਕਦਾ। ਦੇਖੋ ਉਹਨੇ ਉਹਨੂੰ ਹਉਮੈ ਨੂੰ ਵੀ ਪੋਜ਼ਿਟਿਵਲੀ ਯੂਜ਼ ਕਰ ਲਿਆ। ਸੋ ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲੱਗਾ। ਉਹ ਜੱਟ ਕਹਿਣ ਲੱਗਾ ਵੀ ਹੁਣ ਮੈਂ ਵੀ ਪਿੱਛੇ ਨਹੀਂ ਰਹਿਣਾ। ਤੇ ਕਹਿੰਦੇ ਹੋਇਆ ਕਿ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਉਹ ਕਹਿੰਦੇ ਉਹ ਵਡਭਾਗ ਨੇ, ਜੇ ਉਹਨੇ ਜਾਤ ਦੇ ਹਉਮੈ ਕਰਕੇ ਚੰਗੇ ਪਾਸੇ ਉਹਨੂੰ ਵਰਤ ਲਿਆ ਨਾ, ਤੇ ਕਹਿੰਦੇ ਇਹੋ ਜਿਹਾ ਹੰਕਾਰ ਵੀ ਕਰ ਲੋ ਤੇ ਪ੍ਰਵਾਨ। ਕਿਉਂ ਹੰਕਾਰ ਕਿਉਂ ਪ੍ਰਵਾਨ ਕਿਹਾ ਗਿਆ, ਉਹਦਾ ਸਾਨੂੰ ਬੈਕ ਮੈਸੇਜ ਸੁਣਨਾ ਪਏਗਾ ਕਿ ਜਦੋਂ ਭਗਤੀ ਕਰੋਗੇ ਤਾਂ ਤੁਹਾਡਾ ਹੰਕਾਰ ਆਪੇ ਦੂਰ ਹੋ ਜਾਣਾ, ਤੇ ਤੁਸੀਂ ਰਿਐਲਿਟੀ 'ਚ ਆਈ ਨਾ ਕਿ ਸਾਰੇ ਬਰਾਬਰ, ਤੁਹਾਨੂੰ ਗਿਆਨ। Beautiful, beautiful. Thank you for explaining it, Andy. Thank you. It makes a big difference when you hear from other people, watch their lifestyle and hear what they have accomplished. Then that makes you wonder, sort of, why can't you do it if another person can do it? So it leads to sort of encouragement and improves your motivation. That's why I think it's so important that we should have these explanations in the form of these stories and references, which is missing from the current Sikh Jivan. Okay, we are so much involved in doing part over part and kirtan over kirtan that we're not really vichar nahi kar rahe. Due to that, what's happening is we are declining in our devotion to the ਨਾਮ ਸਿਮਰਨ ਐਂਡ ਸੇਵਾ ਸਿਮਰਨ। ਕੀ ਖਿਆਲ ਹੈ ਗਿਆਨੀ ਧਰਮ ਸਿੰਘ ਜੀ? ਬਿਲਕੁਲ ਆਪ ਜੀ ਨੇ ਠੀਕ ਕਿਹਾ। ਜਦੋਂ ਅਸੀਂ ਹੋਰ ਧਿਆਨ ਨਾਲ ਦੇਖਦੇ ਹਾਂ ਤੇ ਚਾਰ ਗੁਰੂ ਸਾਹਿਬ ਤੋਂ ਤੇ ਭਗਤਾਂ ਭੱਟਾਂ ਤੋਂ ਬਿਨਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਆ, 4 ਗੁਰਸਿੱਖਾਂ ਦੇ ਨਾਮ ਆਉਂਦੇ ਨੇ। ਉਹਨਾਂ ਵਿੱਚੋਂ 3 ਤੇ ਨੇ ਭਾਈ ਬਾਬਾ ਸੁੰਦਰ ਜੀ, ਜਿਹੜੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਪੜਪੋਤਰੇ ਸੀਗੇ, ਤੇ ਦੂਸਰੇ ਭਾਈ ਸੱਤਾ ਬਲਵੰਡ, ਤੇ ਚੌਥੇ ਨੇ ਭਾਈ ਮਰਦਾਨਾ ਜੀ। ਇਹਨਾਂ ਤਿੰਨਾਂ ਦੀ ਬਾਣੀ ਤੇ ਸਪਸ਼ਟ ਲਿਖਿਆ ਹੋਇਆ ਆ। ਬਾਬਾ ਸੁੰਦਰ ਜੀ ਦੀ ਰਾਮਕਲੀ ਰਾਗ 'ਚ ਜਿਹੜੀ ਸੱਧ ਵਾ, ਜਿਹੜੀ ਅੰਤਮ ਸੰਸਕਾਰ ਤੇ ਆਮ ਤੌਰ ਤੇ ਪੜ੍ਹਦੇ ਲੋਕ, ਤੇ ਦੂਸਰੀ ਜਿਹੜੀ ਭਾਈ ਬਾਬਾ ਸੱਤਾ ਬਲਵੰਡ ਜੀ ਦੀ ਆ, ਉਹਨਾਂ ਦੀ ਰਾਮਕਲੀ ਦੇ ਵਿੱਚ ਹੀ ਵਾਰ ਆ, ਰਾਏ ਬਲਵੰਡ ਤੱਥਾ ਸੱਤਾ ਡੂਮ ਆਖੀ ਸਰਲੇਖੇ ਹੇਠ। ਭਾਈ ਮਰਦਾਨਾ ਜੀ ਜਿਹੜੇ ਨੇ, ਉਹਨਾਂ ਦੇ ਨਾਲ ਜਿਹੜਾ ਸਲੋਕ ਨੇ, ਉਹਨਾਂ ਦੇ ਉੱਪਰ ਹੈਡਿੰਗ ਜਿਹੜਾ ਸਾਂਝਾ ਆ, ਸਲੋਕ ਮਰਦਾਨਾ ਪਹਿਲਾ ਮਹਲਾ ਪਹਿਲਾ। ਉਹਦੇ ਬਾਰੇ ਵਿਦਵਾਨਾਂ ਦੀ ਵੱਖ-ਵੱਖ ਰਾਏ ਆ। ਵੀ ਕੋਈ ਕਹਿੰਦਾ ਵੀ ਮਰਦਾਨਾ ਜੀ ਦਾ ਉਚਾਰਿਆ ਹੋਇਆ, ਕੋਈ ਕਹਿੰਦਾ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸੰਬੋਧਨ ਕੀਤਾ। ਜੋ ਵੀ ਆ, ਉਹਨਾਂ ਦਾ ਹੈਡਿੰਗ ਦੇ ਵਿੱਚ ਸਰਲੇਖ ਹੈਗਾ। ਇਹਨਾਂ 4 ਦੇ ਵਿੱਚੋਂ 3 ਜਿਹੜੇ ਨੇ ਇਹ ਮਰਾਸੀ ਜਾਤ ਨਾਲ ਸੰਬੰਧਿਤ ਨੇ। ਇਹ ਇੱਕ ਬਹੁਤ ਵੱਡੀ ਖੂਬੀ ਆ ਸਾਡੇ ਵਾਸਤੇ, ਇੱਕ ਉਦਾਹਰਣ ਆ
ਕਿ ਗੁਰੂ ਸਾਹਿਬ ਜੀ ਦੇ ਸਿੱਖ ਕਿੰਨੇ ਕਿੰਨੇ ਮਹਾਨ ਵੱਡੇ ਵੱਡੇ ਹੋਏ, ਪਰ ਜਿਹੜੇ ਜਿਨ੍ਹਾਂ ਦੀ ਬਾਣੀ ਦੇ ਵਿੱਚ ਜ਼ਿਕਰ ਆ, ਜਿਨ੍ਹਾਂ ਦੇ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆ, ਉਹਨਾਂ ਦੇ ਚੌਹਾਂ ਦੇ ਵਿੱਚੋਂ 3 ਜਿਹੜੇ ਆ ਉਹ ਤੇ ਮਰਾਸੀ ਜਾਤ ਨਾਲ ਆ ਤੇ ਸਭ ਤੋਂ ਘਟੀਆ ਇਹਨਾਂ ਨੂੰ ਕਿਹਾ ਜਾਂਦਾ। ਬਾਕੀ ਜਿਹੜੀ ਜੱਟ ਬਰਾਦਰੀ ਆ, ਇਹ ਜਦੋਂ ਅਸੀਂ ਜਾਤਾਂ ਪਾਤਾਂ ਦਾ ਵੇਖਦੇ ਆ ਤੇ ਜੱਟ ਜਿਹੜੇ ਨੇ ਇਹ ਵੀ ਸ਼ੂਦਰਾਂ ਦੇ ਵਿੱਚ ਆਉਂਦੇ ਨੇ। ਜਿਹੜੀ ਮਨੂ ਸਿਮਰਤੀ ਜਾਂ ਜਿਹੜਾ ਇਹਨਾਂ ਦਾ ਜਾਤ ਸਿਸਟਮ ਆ, ਉਹਦੇ ਵਿੱਚ ਇੱਕ ਬ੍ਰਾਹਮਣ ਹੋ ਗਏ, ਖੱਤਰੀ ਹੋ ਗਏ, ਤੀਸਰੇ ਵੈਸ ਜਿਨ੍ਹਾਂ ਦੇ ਵਿੱਚ ਬਾਣੀਏ ਵਪਾਰ ਕਰਨ ਵਾਲੇ, ਤੇ ਬਾਕੀ ਸਾਰੇ ਜਿਹੜੇ ਉਹ ਸ਼ੂਦਰਾਂ ਚ ਆਉਂਦੇ। ਉਹਨਾਂ ਦੇ ਅੱਗੇ ਫਿਰ ਹੋਰ ਨੀਵੀਆਂ ਜਿੱਦਾਂ ਨੀਚਾਂ ਅੰਦਰ ਨੀਚ ਜਾਤ ਆ। ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਤੇ ਇਹ ਕਮਾਲ ਕੀਤੀ ਕਿ ਜਾਤ ਦਾ ਤੇ ਮਤਲਬ ਹੀ ਕੋਈ ਨਹੀਂ ਆ। ਜਾਤ ਜਿਹੜੀ ਆ ਇਹ ਮਨੁੱਖਤਾ ਆ, ਤੇ ਮਨੁੱਖ ਦੀ ਜਾਤ ਮਨੁੱਖ ਆ, ਤੇ ਇਹਦੇ ਚ ਉੱਚਾ ਨੀਵਾਂ ਜਿਹੜਾ ਵਾ ਗੁਰੂ ਸਾਹਿਬ ਜੀ ਨੇ ਬੜਾ ਵਧੀਆ ਪਹਿਲੇ ਵੀ ਜ਼ਿਕਰ ਹੋ ਚੁੱਕਾ ਕਿ ਸਾ ਜਾਤ ਸਾ ਪਤ ਹੈ ਜਿਹਾ ਕਰਮ ਕਮਾਏ, ਕਿ ਜਿਹੋ ਜਿਹੇ ਮਨੁੱਖ ਕਰਮ ਕਰਦਾ ਉਹਦੇ ਨਾਲ ਉੱਚਾ ਨੀਵਾਂ ਆ। ਬਾਕੀ ਜਨਮ ਲੈਣ ਕਰਕੇ ਨਹੀਂ, ਜਾਤ ਜਨਮ ਨਾ ਪੁੱਛਿਆ ਸੱਚ ਕਰ ਲੇਹੋ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਨੇ ਤੇ ਇਹਨਾਂ ਗੱਲਾਂ ਦਾ ਜਿੱਥੇ ਮਾਸਾ ਜਿੰਨਾ ਵੀ ਆ ਅੰਦਰ, ਤੇ ਬੜਾ ਉਹਨਾਂ ਨੂੰ ਮੂਰਖ ਤੇ ਗਵਾਰ ਕਿਹਾ। ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚੱਲਣਾ ਬਹੁਤ ਵਿਕਾਰਾ, ਕਿ ਇਹ ਬੜੇ ਵਿਕਾਰਾਂ ਦਾ ਕਾਰਨ ਬਣਦੀ ਆ ਜਾਤ ਪਾਤ ਦਾ ਹੰਕਾਰ। ਇਸ ਕਰਕੇ ਗੁਰੂ ਸਾਹਿਬ ਜੀ ਨੇ ਤੇ ਬਾਣੀ ਦੇ ਵਿੱਚ ਹੰਕਾਰ ਨੂੰ ਦੀਰਘ ਰੋਗ ਕਿਹਾ। ਉਹ ਹੰਕਾਰ ਜਿਹੜਾ ਭਾਵੇਂ ਆਪਣੀ ਜਾਤ ਦਾ ਹੋਵੇ, ਆਪਣੇ ਗਿਆਨ ਦਾ ਹੋਵੇ, ਆਪਣੇ ਧਨ ਸੰਪਤੀ ਦਾ ਹੋਵੇ, ਬਲ ਦਾ ਹੋਵੇ, ਇੱਜ਼ਤ ਮਾਣ ਦਾ ਹੋਵੇ, ਉਹ ਕਿਸੇ ਤਰ੍ਹਾਂ ਦਾ ਵੀ ਪ੍ਰਮਾਣ ਨਹੀਂ ਹੈ। ਸੋ ਵੈਰੀ ਨਾਈਸ। ਸੋ ਸਾਨੂੰ ਇੱਥੋਂ ਸੋ ਫਾਰ ਵੀ ਗੈਦਰ ਦਾ ਐਵੀਡੈਂਸ ਵੀ ਮਹਾਰਾਜ ਆਪ ਕੀ ਕਹਿੰਦੇ ਨੇ ਤੇ ਭਾਈ ਗੁਰਦਾਸ ਜੀ ਨੇ ਸਾਨੂੰ ਉਹਨਾਂ ਦੀ ਆਬਜ਼ਰਵੇਸ਼ਨਸ ਕੀ ਨੇ, ਤੇ ਕਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਾਤ ਪਾਤ ਦਾ ਖੰਡਨ ਸਿਰਫ ਮੂੰਹ ਨਾਲ ਹੀ ਨਹੀਂ ਕੀਤਾ ਗਿਆ, ਸਗੋਂ ਜਿਹੜੇ ਛੋਟੀਆਂ ਜਾਤਾਂ ਦੇ ਵੀ ਬੰਦੇ ਸੀ ਉਹਨਾਂ ਨੂੰ ਅੱਗੇ ਲਿਆਂਦਾ ਗਿਆ ਐਜ਼ ਏ ਵੋਲੰਟੀਅਰਸ, ਹੈ ਜੀ। ਸਾਰਿਆਂ ਨੂੰ ਇਨਕਰੇਜ ਕੀਤਾ ਗਿਆ ਤੇ ਤੁਸੀਂ ਆਪੇ ਹੱਥ ਮਿਲਾ ਕੇ ਚੱਲੋ ਤੇ ਅੱਗੇ ਆਵੋ ਤੇ ਸੇਵਾ ਸਿਮਰਨ ਦੇ ਵਿੱਚ ਲੱਗੋ, ਤੇ ਜਿਹੜਾ ਵੀ ਸੇਵਾ ਸਿਮਰਨ ਦੇ ਵਿੱਚ ਲੱਗੇਗਾ ਉਹਦਾ ਪਾਰ ਉਤਾਰਾ, ਹੈ ਜੀ। ਆਏ ਨਹੀਂ ਕਿ ਵੀ ਚੁਣ ਕੇ ਮਹਾਰਾਜ ਨੇ ਲਾਏ ਨੇ ਕਿ ਵੀ ਫਲਾਨਾ ਆ ਜੇ ਫਲਾਨਾ ਆ ਜੇ। ਸੋ ਇਹ ਤਾਂ ਜੋ ਵੀ ਆਇਆ ਉਸ ਨੂੰ ਉਹਨਾਂ ਨੇ, ਜਿਵੇਂ ਦਰਬਾਰ ਸਾਹਿਬ ਦੇ 4 ਦਰਵਾਜ਼ੇ ਨੇ ਖੋਲੇ, ਜੋ ਵੀ ਆਇਆ ਸਭ ਪ੍ਰਵਾਨ ਹੈ ਗੁਰੂ ਘਰ ਦੇ ਵਿੱਚ, ਤੇ ਉਹਨਾਂ ਨੂੰ ਸਿੱਧੇ ਰਾਹ ਪਾਇਆ। ਸੋ ਦੈਟਸ ਇਹ ਜਿਹੜੀ ਹੈ ਬੜੀ ਵੱਡੀ ਵਿਲੱਖਣਤਾ ਸਿੱਖ ਧਰਮ ਦੀ, ਗੁਰੂ ਮਹਾਰਾਜ ਦੇ ਆਸ਼ੇ ਦੀ, ਕੰਪੇਅਰ ਟੂ ਅਦਰ ਪਲੇਸਿਸ ਜਿੱਥੇ ਕਿ ਉਹੀ ਬੰਦੇ ਜਾ ਸਕਦੇ ਆ, ਉਸੇ ਧਰਮ ਦੇ ਹੋਣ ਜਾਂ ਉਸੇ ਜਾਤ ਦੇ ਹੋਣ ਜਾਂ ਹੋਰ ਇਹੋ ਜਿਹੀਆਂ ਸਟੇਟਸ ਹੋਰ ਕਿਸੇ ਕਿਸਮ ਦਾ ਹੋਵੇ, ਕਿ ਵੀ ਹਰ ਇੱਕ ਲਈ ਸਾਂਝ ਨਹੀਂ ਹੈ। ਸੋ ਇਹ ਜਿਹੜਾ ਸਾਂਝੀ ਵਾਲਤਾ ਦਾ ਜਿਹੜਾ ਮਿਸ਼ਨ ਹੈ ਗੁਰੂ ਸਾਹਿਬ ਦਾ, ਇਟਸ ਰੀਅਲੀ ਅਮੇਜ਼ਿੰਗ, ਹੈ ਜੀ, ਇਟਸ ਅਮੇਜ਼ਿੰਗ। ਪਰ ਇਹ ਜਿਹੜਾ ਮਿਸ਼ਨ ਹੈ ਇਹ ਹੌਲੀ ਹੌਲੀ ਮੁੜ ਜਾਤ ਪਾਤ ਦਾ ਜਿਹੜਾ ਕੁਰੀਤੀਆਂ ਵਾਪਸ ਆ ਰਹੀਆਂ ਨੇ ਸਿੱਖ ਸਮਾਜ ਦੇ ਵਿੱਚ, ਜਿਵੇਂ ਕਿ ਭਗਤਾਂ ਦੀਆਂ ਵਿੱਚ ਆ ਗਈਆਂ ਨੇ। ਕਬੀਰ ਸਾਹਿਬ ਕਬੀਰ ਪੰਥੀ ਹੋਏ, ਨਾਮਦੇਵ ਪੰਥੀ ਹੋਏ, ਰਵਿਦਾਸ ਪੰਥੀ ਹੋਏ, ਸਾਰੇ ਕਹੀ ਜਾਂਦੇ ਆ ਮਨੂਵਾਦੀਆਂ ਨੇ ਆਹ ਕੀਤਾ, ਮਨੂਵਾਦੀਆਂ ਨੇ ਉਹ ਕੀਤਾ। ਹੈ ਉਹ ਆਪ ਉਹਦੇ, ਕਿਉਂਕਿ ਉਹਨਾਂ ਨੂੰ ਜਿਹੜੀ ਸੀਟ ਦਿੱਤੀ ਆ ਬਰੋਬਰ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਸ ਤੋਂ ਪਰੇ ਹੋ ਕੇ ਆਪਣੀਆਂ ਜਾਤਾਂ ਨੂੰ ਅਵਾਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਤਾਂ ਇੱਕ ਕਿਸਮ ਦਾ ਅਨਹੈਲਥੀ ਕੰਪੀਟੀਸ਼ਨ ਕ੍ਰੀਏਟ ਹੋਣ ਦੀ ਗੱਲਬਾਤ ਹੋ ਰਹੀ। ਕੀ ਖਿਆਲ ਹੈ ਜੀ ਡਾਕਟਰ ਸਾਹਿਬ? ਹਾਂਜੀ ਸਰ, ਬਹੁਤ ਸੋਹਣਾ ਤੁਸੀਂ ਟੱਚ ਕੀਤਾ ਹੈ ਜੀ। ਇਹਦੇ ਵਿੱਚ ਸਰ ਜੀ ਜਦੋਂ ਤੁਹਾਡਾ ਪਹਿਲਾ ਐਪੀਸੋਡ ਸੀ ਨਾ, ਤੁਸੀਂ ਡਿਸਕਸ਼ਨ ਸਟਾਰਟ ਕੀਤੀ ਸੀ, ਮੈਂ ਪਿੱਛੋਂ ਉਹਨੂੰ ਥੋੜਾ ਟੱਚ ਕਰਨਾ ਚਾਹਾਂਗਾ ਇਸੇ ਸੰਬੰਧ ਦੇ ਵਿੱਚ। ਹਾਂਜੀ, ਕਿ ਸਵਾਲ ਹੋਇਆ ਸੀ ਕਿ ਜਾਤ ਪਾਤ ਸ਼ੁਰੂ ਕਿੱਥੋਂ ਆਇਆ, ਤੇ ਆਪ ਜੀ ਨੇ ਜ਼ਿਕਰ ਕੀਤਾ ਸੀ ਵੀ ਜੀ ਕ੍ਰਿਸ਼ਨ ਜੀ ਮਹਾਰਾਜ ਜਿਹੜੇ ਨੇ, ਜਿਹੜੇ ਸਮੇਂ ਦੇ ਪੈਗੰਬਰ ਮੰਨੇ ਗਏ ਨੇ, ਸਮੇਂ ਦੇ ਉਸ ਵੇਲੇ ਦੇ ਪ੍ਰੋਫਿਟ ਮੰਨੇ ਗਏ ਨੇ, ਉਹ ਵੀ ਯਾਦਵ ਜਾਤ ਚੋਂ ਸਨ। ਹਾਂਜੀ, ਤੇ ਕਾਸਟਿਜ਼ਮ ਜਦੋਂ ਸਟਾਰਟ ਹੋਇਆ, ਜਦੋਂ ਅਸੀਂ ਵਿਚਾਰ ਦਿੰਦੇ ਆ ਨਾ, ਤੇ ਸਾਨੂੰ ਆਪਣੇ ਵਿਚਾਰਾਂ ਨੂੰ ਸਪੋਰਟ ਕਰਨਾ ਪੈਂਦਾ ਸੱਚਾਈ ਤੇ, ਨਹੀਂ ਤੇ ਹਰ ਬੰਦਾ ਸੋਚ ਲੈਂਦਾ ਖਰੇ ਇਹ ਆਪਣੇ ਕੋਲੋਂ ਹੀ ਕਹੀ ਜਾ ਰਹੇ ਨੇ। ਕਿਉਂਕਿ ਕਾਸਟਿਜ਼ਮ ਦਾ ਨਾ ਬਹੁਤਿਆਂ ਦੇ ਮਨ ਦੇ ਵਿੱਚ ਹੈ ਕਿ ਸ਼ੁਰੂ ਤੋਂ ਹੀ ਖਰੇ ਕਾਸਟਿਜ਼ਮ ਜਿਹੜਾ ਇਦਾਂ ਹੀ ਵੱਖਵਾਦ ਵਾਲਾ ਸੀ। ਤੇ ਡਾਕਟਰ ਸਾਹਿਬ ਜੀ ਆਪ ਜੀ ਨੇ ਬੜਾ ਕਲੀਅਰ ਕੀਤਾ ਸੀ ਵੀ ਪਹਿਲਾ ਜਿਹੜਾ ਕਾਸਟਿਜ਼ਮ ਸਟਾਰਟ ਹੋਇਆ, ਇਟ ਵਾਸ ਜਸਟ ਦਾ ਡਿਵੀਜ਼ਨ ਆਫ ਵਰਕ। ਪਹਿਲਾਂ
ਇਹ ਵੱਖਵਾਦ ਵਾਲਾ ਨਹੀਂ ਸੀ ਹੈਗਾ, ਵੱਡੇ ਛੋਟੇ ਵਾਲਾ ਜਾਤਵਾਦ ਨਹੀਂ ਸੀ। ਉਸ ਚੀਜ਼ ਨੂੰ ਮੈਂ ਟੱਚ ਕਰਨਾ ਚਾਹਾਂਗਾ ਕਿ ਇਹਨੂੰ ਕਹਿੰਦੇ ਨੇ ਫਲੂਇਡ ਕਾਸਟ ਸਿਸਟਮ। ਜਦੋਂ ਹਿੰਦੂ ਧਰਮ ਦੇ ਵਿੱਚ ਜਾਤਵਾਦ ਸ਼ੁਰੂ ਹੋਇਆ ਨਾ, ਤੇ ਅਸਲ 'ਚ ਉਹ ਜਾਤਵਾਦ ਨਹੀਂ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਕਹਿੰਦੇ ਆ ਨਾ ਜੀ, ਉਹ ਫਲਾਣੇ ਚੀਜ਼ ਦਾ ਸਪੈਸ਼ਲਿਸਟ ਹੈ। ਅਸੀਂ ਡਾਕਟਰੀ ਲਾਈਨ 'ਚ ਸਭ ਤੋਂ ਪਹਿਲਾਂ ਮੈਂ ਉੱਥੋਂ ਸਟਾਰਟ ਕਰਾਂਗਾ ਕਿ ਡਾਕਟਰੀ ਲਾਈਨ 'ਚ ਕਹਿ ਦਿੰਦੇ ਆ ਜੀ ਇਹ ਅੱਖਾਂ ਦੇ ਸਪੈਸ਼ਲਿਸਟ ਨੇ, ਇਹ ਕੰਨ ਨੱਕ ਗਲੇ ਦੇ ਸਪੈਸ਼ਲਿਸਟ ਨੇ, ਹੀ ਇਜ਼ ਏ ਸਾਈਕੈਟਰਿਸਟ, ਹੀ ਇਜ਼ ਪੈਡੀਟੀਸ਼ੀਅਨ, ਵੀ ਉਹ ਬੱਚਿਆਂ ਦਾ ਮਾਰ ਹੈ। ਇੱਦਾਂ ਇਕੱਲੇ ਡਾਕਟਰ ਸਪੈਸ਼ਲਿਸਟ ਨਹੀਂ ਹੈਗੇ, ਹਰ ਲਾਈਨ ਵਿੱਚ ਸਪੈਸ਼ਲਿਸਟ ਹੁੰਦੇ ਨੇ। ਵੀ ਇੱਕ ਬੰਦਾ ਕਾਰਾਂ ਦੇ, ਉਹ ਕਹਿੰਦੇ ਜੀ ਕਾਰਾਂ ਦਾ ਸਿਰਫ ਫਲਾਣਾ ਪੁਰਜਾ ਹੀ ਠੀਕ ਕਰਦਾ ਹੈ। ਮੇਰਾ ਮਤਲਬ ਹਰ ਲਾਈਨ ਦੇ ਵਿੱਚ ਸਪੈਸ਼ਲਿਸਟ ਹੈ ਜਿਹੜਾ ਇੱਕ ਪਰਟੀਕੂਲਰ ਫੀਲਡ ਨੂੰ ਡੀਲ ਕਰਦਾ ਹੈ। ਸੋ ਐਕਚੁਅਲੀ ਜਦੋਂ ਇਹ ਸ਼ੁਰੂ ਹੋਇਆ ਨਾ ਡਿਵੀਜ਼ਨ ਆਫ ਵਰਕ, ਇਹਨੂੰ ਮੈਂ ਕਾਸਟਿਜ਼ਮ ਨਹੀਂ ਕਹਾਂਗਾ, ਡਿਵੀਜ਼ਨ ਆਫ ਵਰਕ ਤੋਂ ਸ਼ੁਰੂ ਹੋਇਆ, ਉਦੋਂ ਭਾਵਨਾ ਇੱਕੋ ਹੀ ਸੀ, ਸਪੈਸ਼ਲਾਈਜੇਸ਼ਨ। ਕਿਉਂਕਿ ਸਕੂਲ ਕਾਲਜ ਯੂਨੀਵਰਸਿਟੀਆਂ ਤੇ ਹੁੰਦੀਆਂ ਨਹੀਂ ਸੀ। ਹਰ ਬੰਦੇ ਨੂੰ ਪਤਾ ਹੁੰਦਾ ਸੀ ਜੋ ਕੋਈ ਸਿੱਖਣਾ ਮਾਤਾ ਪਿਤਾ ਤੋਂ ਸਿੱਖਣਾ। ਹਾਂਜੀ। ਤੇ ਵੱਡਿਆਂ ਨੇ ਇਹ ਡਿਵੀਜ਼ਨ ਆਫ ਵਰਕ ਨੂੰ ਕਰ ਦਿੱਤਾ ਕਿ ਮਾਤਾ ਪਿਤਾ ਕੋਲੋਂ ਸਿੱਖਣਾ ਤੇ ਚਲੋ ਆਪਾਂ ਘਰ ਦੇ ਵਿੱਚ ਹੀ ਕੰਮ ਚੱਲਦਾ ਰਹੇ, ਵਧੀਆ ਗੱਲ ਹੈ, ਸਿਖਲਾਈ ਉਹਨੂੰ ਬੱਚੇ ਨੂੰ ਜੰਮਦੇ ਹੀ ਸਿਖਲਾਈ ਮਿਲਣੀ ਸ਼ੁਰੂ ਹੋ ਜਾਏਗੀ। ਹੁਣ ਪਰ ਉਦੋਂ ਸਿਸਟਮ ਜਿਹੜਾ ਸੀ ਫਲੂਇਡ ਕਾਸਟ ਸਿਸਟਮ ਸੀ। ਫਲੂਇਡ ਦਾ ਮਤਲਬ ਹੈ ਇੱਕ ਜਾਤ ਦੂਜੀ ਜਾਤ ਵਿੱਚ ਬਦਲੀ ਜਾ ਸਕਦੀ ਸੀ। ਜਦੋਂ ਸ਼ੁਰੂ ਹੋਇਆ, ਉਦਾਹਰਨ ਤੌਰ ਤੇ ਕ੍ਰਿਸ਼ਨ ਜੀ ਮਹਾਰਾਜ ਤੋਂ ਲੈ ਲੈਂਦੇ ਆ। ਕ੍ਰਿਸ਼ਨ ਜੀ ਮਹਾਰਾਜ ਯਾਦਵ ਜਾਤ ਵਿੱਚ ਪੈਦਾ ਹੋਏ। ਯਾਦਵ ਜਾਤ ਇਜ਼ ਏ ਲੋ ਕਾਸਟ ਇਨ ਦਾ ਪ੍ਰੈਜ਼ੈਂਟ ਹਿੰਦੂ ਸਿਸਟਮ। ਉਸ ਵੇਲੇ ਨਹੀਂ ਸੀ ਹੈਗਾ, ਉਸ ਵੇਲੇ ਇਹ ਇੱਕ ਡਿਵੀਜ਼ਨ ਆਫ ਵਰਕ ਸੀ। ਪਰ ਕ੍ਰਿਸ਼ਨ ਜੀ ਮਹਾਰਾਜ ਨੂੰ ਸਮੇਂ ਦਾ ਅਵਤਾਰ ਮੰਨਿਆ ਗਿਆ, ਸਾਰਿਆਂ ਨੇ ਉਹਨਾਂ ਦੀ ਭਗਤੀ ਕੀਤੀ। ਯੈਸ। ਦੂਸਰੀ ਉਦਾਹਰਨ, ਹਾਂਜੀ, ਰਾਵਣ ਇੱਕ ਬ੍ਰਾਹਮਣ ਸੀ ਬਾਈ ਬਰਥ। ਜਿਹਨੂੰ ਬਾਈ ਬਰਥ ਚ ਬਣੀ ਹੈ ਨਾ, ਤੇ ਰਾਵਣ ਜੀ ਸਨ, ਉਹ ਇੱਕ ਬ੍ਰਾਹਮਣ ਜਾਤ ਤੋਂ ਪੈਦਾ ਹੋਏ, ਬੜੀ ਭਗਤੀ ਕੀਤੀ। ਰਾਵਣ ਦੀ ਇੰਨੀ ਭਗਤੀ ਸੀ ਕਿ ਅਸੀਂ ਉਹਨੂੰ ਨੈਗੇਟਿਵ ਸੰਦਰਭ ਚ ਨਹੀਂ ਲੈਣਾ। ਰਾਵਣ ਦੇ ਇੱਕ ਗੁਣ ਨੂੰ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਨੇ ਡਿਸਕਸ ਕੀਤਾ ਭਈ ਜਿਹਨੂੰ ਰਾਖਸ਼ ਵੀ ਕਿਹਾ ਗਿਆ, ਉਹਦੇ ਚ ਇੱਕ ਬੜਾ ਵੱਡਾ ਗੁਣ ਸੀ। ਉਹ ਗਲਤੀ ਕਰਕੇ ਰਾਖਸ਼ ਬਣ ਗਿਆ। ਤੇ ਪਹਿਲਾਂ ਮੈਂ ਉਸ ਵਿਸ਼ੇ ਨੂੰ, ਰਾਖਸ਼ ਦੇ ਵਿਸ਼ੇ ਨੂੰ ਟੱਚ ਕਰ ਲਾਂ ਕਿ ਰਾਵਣ ਬ੍ਰਾਹਮਣ ਹੁੰਦਿਆਂ ਆ ਵੀ ਜਦੋਂ ਉਹਨੇ ਮਾੜੇ ਕਰਮ ਕੀਤੇ ਤੇ ਉਹਨੂੰ ਧਰਮ ਨੇ ਰਾਖਸ਼ ਦਾ ਸਥਾਨ ਦੇ ਦਿੱਤਾ। ਉਹਦੇ ਕੋਲੋਂ ਉਹਦੀ ਜਿਹੜੀ ਇੱਕ ਬ੍ਰਾਹਮਣ ਹੋਣ ਦੀ ਪਦਵੀ ਖੋਲੀ ਗਈ। ਸੋ ਕ੍ਰਿਸ਼ਨ ਜੀ ਛੋਟੀ ਜਾਤ ਦੇ ਹੁੰਦਿਆਂ ਵੀ ਪਰਮਾਤਮਾ ਕਹਿਲਾਏ, ਬ੍ਰਾਹਮਣ ਹੁੰਦਿਆਂ ਹੋਇਆਂ ਵੀ ਰਾਵਣ ਜਿਹੜਾ ਉਹਨੂੰ ਰਾਖਸ਼ ਦਾ ਪਦ ਦਿੱਤਾ ਗਿਆ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਚ ਪੰਕਤੀ ਆਉਂਦੀ ਹੈ, ਇਸ ਕਲ ਮੈਂ ਕਰਮ ਧਰਮ ਨਾ ਕੋਈ। ਉਹ ਕਹਿੰਦੇ ਕਲਯੁਗ ਦੇ ਵਿੱਚ ਬੜੀਆਂ ਹੀ ਸਪੈਸ਼ਲ ਚੀਜ਼ਾਂ ਹੈਗੀਆਂ ਨੇ ਕਿ ਕਲੀ ਕਾ ਜਨਮ ਚੰਡਾਲ ਕੇ ਘਰ ਹੋਈ। ਕਹਿੰਦੇ ਜਿਹੜੀ ਕਾਲੀ ਮਾਤਾ ਹੈ, ਇਹਨੂੰ ਸਾਰੇ ਪੂਜਦੇ ਆ, ਇਹ ਸ਼ਕਤੀ ਦੀ ਮਾਤਾ ਹੈ। ਲੇਕਿਨ ਕਹਿੰਦੇ ਇਹਦਾ ਜਿਹੜਾ ਮਾਤਾ ਸੀ ਨਾ, ਮਾਤਾ ਉਹ ਇਹਦੀ ਸ਼ਿਵਾ ਦੇ ਚੰਡਾਲ। ਹੁਣ ਹਾਂਜੀ, ਯੈਸ, ਕਲੀ ਕਾ ਜਨਮ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਜੀ, ਕਲੀ ਕਾ ਜਨਮ ਚੰਡਾਲ ਕੇ ਘਰ ਹੋਈ। ਹਾਂਜੀ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਨਾਮ ਤੋਂ ਬਿਨਾ ਮੁਕਤੀ ਨਹੀਂ ਹੁੰਦੀ, ਬਾਕੀ ਕੋਈ ਚੱਕਰ ਨਹੀਂ ਹੈਗਾ। ਹੁਣ ਚੰਡਾਲ ਕਿਹਨੂੰ ਕਹਿੰਦੇ ਨੇ, ਮੈਂ ਇਹ ਵੀ ਡਿਸਕਸ ਕਰਨਾ ਚਾਹੁੰਦਾ, ਕਿਉਂਕਿ ਤੁਹਾਨੂੰ ਦੱਸਿਆ ਕਿ ਪਹਿਲਾਂ ਇਹ ਡਿਵੀਜ਼ਨ ਆਫ ਵਰਕ ਸੀ। ਇਸੇ ਤਰ੍ਹਾਂ ਰਿਸ਼ੀ ਬਾਲਮੀਕ ਜੀ ਹੋਏ ਨੇ। ਬਾਲਮੀਕ ਜੀ ਵੀ ਬਿਲਕੁਲ ਛੋਟੀ ਜਾਤ ਦੇ ਵਿੱਚ ਪੈਦਾ ਹੋਏ, ਜਿਹਨੂੰ ਅੱਜ ਕੱਲ੍ਹ ਛੋਟੀ ਜਾਤ ਕਿਹਾ ਜਾਂਦਾ ਹੈ। ਲੇਕਿਨ ਉਹਨਾਂ ਨੇ ਜਦੋਂ ਇੰਨੀ ਭਗਤੀ ਕੀਤੀ ਤੇ ਉਹਨਾਂ ਨੂੰ ਮਹਾਰਿਸ਼ੀ ਦਾ ਦਰਜਾ ਦਿੱਤਾ ਗਿਆ। ਯੈਸ। ਸੋ ਇਟ ਵਾਸ to start with, it was a fluid caste system. Yes. ਵੀ ਜੇ ਬੰਦਾ ਆਪਣਾ ਕੰਮ ਬਦਲ ਲੈਂਦਾ ਸੀ ਨਾ ਤੇ ਉਹਦੀ ਜਾਤ ਬਦਲ ਜਾਂਦੀ ਸੀ। ਜੇ ਛੋਟੀ ਜਾਤ ਦਾ ਭਗਤੀ ਕਰਕੇ ਪ੍ਰੂਵ ਕਰ ਦਿੰਦਾ ਸੀ, ਭਗਤ ਹੋ ਗਿਆ, ਤੇ ਉਹਨੂੰ ਬ੍ਰਾਹਮਣ ਦਾ ਦਰਜਾ ਮਿਲ ਜਾਂਦਾ ਸੀ, ਜਿੱਦਾਂ ਮਹਾਰਿਸ਼ੀ ਬਾਲਮੀਕ ਜੀ ਨੂੰ ਮਿਲਿਆ। ਵੱਡੀ ਜਾਤ ਦਾ ਮਾੜਾ ਕੰਮ ਕਰਦਾ ਸੀ ਤਾਂ ਉਹਨੂੰ ਇੱਕ ਰਾਖਸ਼ ਦਾ ਦਰਜਾ ਦਿੱਤਾ ਜਾਂਦਾ ਸੀ, ਜਿੱਦਾਂ ਰਾਵਣ ਨੂੰ ਮਿਲ ਗਿਆ। ਹੁਣ ਸਵਾਲ ਇਹ ਹੈ ਕਿ 4 ਤੇ ਜਾਤਾਂ ਹੋ ਗਈਆਂ, ਕਿਉਂਕਿ ਪਿਛਲੀਆਂ ਸਾਡੇ ਐਪੀਸੋਡ ਸਵਾਲ ਉੱਠਿਆ ਸੀ, ਆਈ ਥਿੰਕ ਇਟ ਵਾਜ਼ ਐਪੀਸੋਡ 2, ਕਿ ਇੰਨੇ ਭਗਤ ਹੋਏ, ਗੁਰੂ ਸਾਹਿਬਾਂ ਨੇ ਇੰਨਾ ਪ੍ਰਚਾਰ ਕੀਤਾ ਜਾਤ ਪਾਤ ਦੇ ਨੂੰ ਖਤਮ ਕਰਨ ਵਾਸਤੇ। ਇਹ ਪ੍ਰਿੰਸੀਪਲ ਸਾਹਿਬ ਨੇ ਸਵਾਲ ਕੀਤਾ ਸੀ ਤੇ ਆਪ ਡਾਕਟਰ ਸਾਹਿਬ ਤੁਸੀਂ ਵੀ ਸਵਾਲ ਕੀਤਾ ਸੀ ਕਿ ਜਾਤ ਪਾਤ ਖਤਮ ਨਹੀਂ ਹੋਇਆ। ਮੈਂ ਇਸ ਵਿਸ਼ੇ ਨੂੰ ਥੋੜਾ ਜਿਹਾ ਫਿਰ ਵਿਚਾਰਨਾ ਚਾਹੁੰਦਾ। ਐਕਚੁਅਲੀ ਉਹ ਕਹਿੰਦੇ ਕੀ ਸੀ ਕਿ ਜਦੋਂ ਪਹਿਲਾਂ ਜਾਤਾਂ ਸਨ ਨਾ ਤੇ 5 ਗਰੁੱਪ ਸਨ, ਇੱਕ ਖੱਤਰੀ, ਬ੍ਰਾਹਮਣ,
ਸ਼ੂਦਰ, ਵੈਸ਼, ਇਹ ਤੇ ਫਿਕਸ ਸਨ। ਇੱਕ ਪੰਜਵੀਂ ਜਾਤ ਹੋਰ ਸੀ। ਉਦੋਂ ਸ਼ੂਦਰ ਅਨਟੱਚੇਬਲ ਨਹੀਂ ਸੀਗਾ ਸਟਾਰਟਿੰਗ ਦੇ ਵਿੱਚ, ਇਹ ਸਿਰਫ ਕਿੱਤੇ ਦੀ ਵੰਡ ਸੀ। ਅਨਟੱਚੇਬਲ ਕੌਣ ਸੀ ਕਿ ਜੇਕਰ ਕੋਈ ਹਾਇਰ ਕਾਸਟ ਦੀ ਲੜਕੀ, ਜਿੱਦਾਂ ਬ੍ਰਾਹਮਣ ਪਰਿਵਾਰ ਦੀ ਲੜਕੀ ਹੋਵੇ ਜਾਂ ਕਸ਼ਤਰੀ ਪਰਿਵਾਰ ਦੀ ਲੜਕੀ ਹੋਵੇ, ਅਗਰ ਉਹ ਕਿਸੇ ਵੈਸ਼ ਜਾਂ ਸ਼ੂਦਰ ਦੇ ਲੜਕੇ ਦੇ ਨਾਲ ਵਿਆਹ ਕਰਵਾ ਲੈਂਦੀ ਸੀ ਨਾ, ਤੇ ਉਹਨੂੰ ਆਊਟਕਾਸਟ ਕਰ ਦਿੱਤਾ ਜਾਂਦਾ ਸੀ। ਆਊਟਕਾਸਟ ਕਰਕੇ ਇੱਕ ਪੰਜਵਾਂ ਗਰੁੱਪ ਸੀ ਜਿਹਨੂੰ ਆਊਟਕਾਸਟਡ ਗਰੁੱਪ ਕਹਿੰਦੇ ਆ। ਐਕਚੁਅਲੀ ਕਿਉਂਕਿ ਉਹ ਮੰਨਿਆ ਜਾਂਦਾ ਸੀ ਕਿ ਇਹ ਸਮੇਂ ਦੀ ਜਿਹੜੀ ਡਿਸਪਲਿਨ ਦੇ ਵਿੱਚ ਨਹੀਂ ਹੈਗੇ, ਇਹਨਾਂ ਨੂੰ ਛੇਕਿਆ ਗਿਆ ਵਾ, ਇਸ ਲਈ ਉਹ ਜਿਹੜੀ ਛੇਕੀ ਜਾ ਸੀ ਅਸਲ ਚ ਅਨਟੱਚੇਬਲ ਉਹ ਸੀ। ਪਰ ਯੈਸ, ਅਨਟੱਚੇਬਲ ਉਹ ਸੀ। ਤੇ ਜਿਹੜੇ ਭਗਤਾਂ ਨੇ ਪ੍ਰਚਾਰ ਕੀਤਾ ਤੇ ਗੁਰੂ ਸਾਹਿਬਾਂ ਨੇ ਪ੍ਰਚਾਰ ਕੀਤਾ ਤੇ ਅਨਟੱਚੇਬਿਲਟੀ ਬਹੁਤ ਘਟ ਗਈ ਹੈ। ਅੱਜ ਦੇ ਸਮੇਂ 'ਚ ਅਨਟੱਚੇਬਿਲਟੀ ਹੈਗੀ ਹੈ, ਮੈਂ ਨਹੀਂ ਕਹਿੰਦਾ ਨਹੀਂ ਹੈਗੀ ਹੈ, ਲੇਕਿਨ ਪੁਰਾਣੇ ਸਮੇਂ ਦੀਆਂ ਜੋ ਅਸੀਂ ਗੱਲਾਂ ਸੁਣਦੇ ਹਾਂ, ਵੀ ਜਿੱਦਾਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਸੀ ਵੀ ਜੇ ਕਿਸੇ ਨੇ ਨਾਮ ਸੁਣ ਲਿਆ ਤੇ ਇਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿਓ, ਜੇ ਕਿਸੇ ਨੇ ਮੂੰਹ ਰਾਮ ਨਾਮ ਬੋਲ ਦਿੱਤਾ ਛੋਟੀ ਜਾਤ ਵਾਲੇ ਨੇ ਤੇ ਉਹਦੇ ਮੂੰਹ ਵਿੱਚ ਕਿਲ ਠੋਕ ਦਿਓ। ਇਹ ਪੁਰਾਣੀਆਂ ਗੱਲਾਂ ਸੀ। ਅੱਜ ਕੱਲ ਜਿਹੜੀ ਹੈ, ਹੁਣ ਦੂਜਾ ਸਵਾਲ ਉੱਠਦਾ ਹੈ ਕਿ ਸ਼ੂਦਰਾਂ ਦੇ ਵਿੱਚ, ਵੈਸ਼ਾਂ ਵਿੱਚ ਤੇ ਜਿਹੜੇ ਅਨਟੱਚੇਬਲ ਸਨ, ਇਹ ਫਰਕ ਕੀ ਸੀ? ਜਿਹਨਾਂ ਨੂੰ ਅਸੀਂ ਕਹਿੰਦੇ ਨਾ ਡੂਮ ਜਿੱਦਾਂ ਕਹਿ ਲਓ, ਠੀਕ ਹੈ। ਫਰਕ ਕੀ ਸੀ ਕਿ ਉਹ ਕਿੱਤੇ ਦੇ ਆਧਾਰ ਤੇ ਸਨ ਤੇ ਉਹਨਾਂ ਨੇ ਜਿਹੜੇ ਪੰਜਵਾਂ ਗਰੁੱਪ ਸੀ ਉਹਨਾਂ ਨੇ ਕਿਉਂਕਿ ਕਾਨੂੰਨ ਤੋੜਿਆ ਹੁੰਦਾ ਸੀ, ਇਸ ਲਈ ਉਹਨਾਂ ਨੂੰ ਸਾਰਿਆਂ ਦੇ ਵਿੱਚੋਂ ਬਾਹਰ ਕੱਢਤਾ ਜਾਂਦਾ ਸੀ ਵੀ ਇਹਨਾਂ ਦੀ ਜਾਤ ਪਾਤ ਕੋਈ ਨਹੀਂ ਹੈਗੀ। ਇਹ ਕਾਨੂੰਨ ਨੂੰ ਤੋੜੇ, ਇਹਨਾਂ ਕਾਨੂੰਨ ਨੂੰ ਤੋੜਿਆ। ਹੁਣ ਉਹ ਜਿਨ੍ਹਾਂ ਨੇ ਕਾਨੂੰਨ ਨੂੰ ਤੋੜਿਆ, ਹੌਲੀ ਹੌਲੀ, ਕਿਉਂਕਿ ਦੇਖੋ ਜਦੋਂ ਜਾਤਵਾਦ ਬਣਾਉਂਦੇ ਆ, ਮਨੁੱਖ ਤੇ ਵੱਖਰਾ ਹੈ ਨਹੀਂ, ਜਦੋਂ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ। ਤੇ ਦੂਜਾ ਸਵਾਲ ਕਿ ਦੇਖੋ ਕਾਨੂੰਨ ਬਣਾਉਣ ਵਾਲਿਆਂ ਨੇ ਕੀ ਸ਼ਰਾਰਤ ਕੀਤੀ ਕਿ ਜੇ ਵੱਡੀ ਜਾਤ ਦੀ ਲੜਕੀ ਬਾਹਰ ਸ਼ਾਦੀ ਕਰਾਉਂਦੀ ਆ ਤੇ ਉਹ ਆਊਟਕਾਸਟ ਹੈ, ਪਰ ਵੱਡੀ ਜਾਤ ਦਾ ਇਨਸਾਨ ਦੂਜੀ ਜਾਤ 'ਚ ਵਿਆਹ ਕਰਾਉਂਦਾ ਤੇ ਉਹ ਆਊਟਕਾਸਟ ਨਹੀਂ ਹੈ। ਦੈਟਸ ਇੰਟਰਸਟਿੰਗ। ਕਿਉਂਕਿ ਸਮਾਜ ਮਨੁੱਖ ਪ੍ਰਧਾਨ ਸੀ, ਔਰਤ ਨੂੰ ਦਬਾਇਆ ਗਿਆ ਸੀ। ਔਰਤ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੀ। ਕਾਨੂੰਨ ਔਰਤ ਵਾਸਤੇ ਤੇ ਹੈ, ਲੇਕਿਨ ਕਾਨੂੰਨ ਜਿਹੜਾ ਉਹ ਬੰਦੇ ਵਾਸਤੇ ਨਹੀਂ ਹੈਗਾ, ਬੰਦੇ ਲਈ ਕੋਈ ਨਹੀਂ ਹੈਗਾ। ਉਹਦੀ ਜਾਤ ਨਹੀਂ ਬਦਲੇਗੀ, ਉਹ ਜਿੰਨਾ ਮਰਜ਼ੀ ਵਿਆਹ ਕਰਾ ਸਕਦਾ। ਇੰਟਰਸਟਿੰਗ। ਹਾਂਜੀ, ਸੋ ਇਹਦੇ ਵਿੱਚ ਇੱਕ ਹੋਰ ਸਵਾਲ ਉੱਠਦਾ ਵਾ ਸਾਡਾ ਵੀ ਜਦੋਂ ਇਹ ਇੰਨੀਆਂ ਕਾਸਟਾਂ ਜਿਹੜੀਆਂ ਸਾਰੀਆਂ ਬਣਾ ਦਿੱਤੀਆਂ ਗਈਆਂ ਤੇ ਫਿਰ ਹੋਇਆ ਕਿ ਹੌਲੀ ਹੌਲੀ ਇਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਅਨਟੱਚੇਬਲ ਦੀ। ਪਰ ਕਿਉਂਕਿ ਜਿਸ ਪਰਿਵਾਰ ਦੇ ਵਿੱਚੋਂ ਕਿਸੇ ਲੜਕੀ ਨੇ ਦੂਜੀ ਜਾਤ ਵਿੱਚ ਵਿਆਹ ਕਰਾਇਆ ਹੁੰਦਾ, ਪਰਿਵਾਰ ਨੂੰ ਉਹਦੇ ਨਾਲ ਹਮਦਰਦੀ ਤੇ ਹੁੰਦੀ ਹੈ, ਪਤਾ ਹੁੰਦਾ ਵੀ ਸਾਡਾ ਬੱਚਾ। ਹੌਲੀ ਹੌਲੀ ਇਹਨਾਂ ਦੀ ਗਿਣਤੀ ਇੰਨੀ ਵੱਧ ਗਈ ਕਿ ਫਿਰ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਸ਼ੂਦਰਾਂ ਨੂੰ ਵੀ ਅਨਟੱਚੇਬਲ ਕਹਿਣਾ ਸ਼ੁਰੂ ਕਰਤਾ, ਤਾਂ ਜੋ ਚੀਜ਼ ਨੂੰ ਕਨਫਿਊਜ਼ ਕਰ ਦਿਓ। ਉਸ ਚੀਜ਼ ਨੂੰ ਕਨਫਿਊਜ਼ ਕਰਦਾ ਗਿਆ ਤੇ ਉਹ ਜਿਹੜੀ ਸ਼ੂਦਰ ਨੂੰ ਉਹਨੂੰ ਅਨਟੱਚੇਬਲ ਕਹਿ ਕੇ ਦੂਜਿਆਂ ਨੂੰ ਪ੍ਰੋਟੈਕਟ ਕਰ ਲਿਆ ਗਿਆ। ਸੋ ਕਾਸਟਿਜ਼ਮ ਜਿਹੜਾ ਹੈ ਨਾ, ਕਾਸਟਿਜ਼ਮ ਦਾ ਸਭ ਤੋਂ ਮਾੜਾ ਪਾਰਟ ਅਨਟੱਚੇਬਿਲਟੀ ਸੀ। ਅਨਟੱਚੇਬਿਲਟੀ ਜਿਹੜੀ ਭਗਤਾਂ ਦੇ ਪ੍ਰਚਾਰ ਨਾਲ ਤੇ ਗੁਰੂ ਸਾਹਿਬਾਂ ਦੇ ਪ੍ਰਚਾਰ ਨਾਲ ਬਹੁਤ ਜ਼ਿਆਦਾ ਘਟੀ ਹੈ। ਪੁਰਾਣੇ ਸਮੇਂ ਦਾ ਤਾਂ ਅਸੀਂ ਇਮੇਜਿਨ ਨਹੀਂ ਕਰ ਸਕਦੇ ਕਿਸ ਤਰ੍ਹਾਂ ਸੀ। ਤੇ ਇਹ ਜੋ ਵਿਸ਼ਾ ਸੀ ਸਾਡਾ, ਪਈ ਜਾਤ ਪਾਤ ਘਟੀ ਹੈ ਕਿ ਨਹੀਂ, ਅਨਟੱਚੇਬਿਲਟੀ ਜ਼ਰੂਰ ਘਟੀ ਹੈ। ਜਾਤ ਪਾਤ ਭਾਵੇਂ ਘਟੀ ਹੈ ਜਾਂ ਨਹੀਂ ਘਟੀ, ਕਿੰਨਾ ਘਟੀ ਹੈ ਇਹਦਾ ਤੇ ਜਿਸ ਤਰ੍ਹਾਂ ਮੈਂ ਪਿਛਲੀ ਡਿਸਕਸ਼ਨ 'ਚ ਕਿਹਾ ਸੀ ਨਾ ਕਿ ਜਦੋਂ ਵਰਲਡ ਗਲੋਬਲਾਈਜ਼ ਹੋ ਰਿਹਾ ਹੈ, ਜਦੋਂ ਦੂਜੇ ਦੇਸ਼ਾਂ ਵਿੱਚ ਪ੍ਰਿੰਸੀਪਲ ਸਾਹਿਬ ਨੇ ਡਿਸਕਸ ਕੀਤਾ ਸੀ, ਜਦੋਂ ਦੂਜੇ ਦੇਸ਼ਾਂ ਵਿੱਚ, ਹਾਂਜੀ, ਜਦੋਂ ਦੂਸਰੇ ਦੇਸ਼ਾਂ ਵਿੱਚ ਅਸੀਂ ਜਾਂਦੇ ਹਾਂ ਜਾਂ ਵੱਡੇ ਸ਼ਹਿਰਾਂ 'ਚ ਜਾਂਦੇ ਹਾਂ ਤੇ ਉੱਥੇ ਜਾਤ ਪਾਤ ਦਾ ਇੰਨਾ ਵਿਤਕਰਾ ਨਹੀਂ ਹੈਗਾ, ਬਲਕਿ ਕੋਈ ਮੈਟਰ ਹੀ ਨਹੀਂ ਕਰਦਾ, ਕੋਈ ਪੁੱਛਦਾ ਹੀ ਨਹੀਂ ਹੈਗਾ। ਠੀਕ ਹੈ ਤੁਹਾਡੀ। ਤੇ ਇਸੇ ਤਰ੍ਹਾਂ ਜਿਹੜੀ ਗੁਰਬਾਣੀ ਹੈ, ਗੁਰਬਾਣੀ ਦੇ ਵਿੱਚ ਕਰਮ ਪ੍ਰਧਾਨ ਸਾਰਾ ਕੰਮ ਹੈਗਾ। ਸੰਸਾਰ ਮਾਇਆ ਪ੍ਰਧਾਨ ਹੈ। ਸੰਸਾਰ ਜਿਹੜਾ ਹੈ ਉਹ ਮਾਇਆ ਦੇਖਦਾ ਹੈ। ਜਿਹਦੇ ਕੋਲ ਜ਼ਿਆਦਾ ਮਾਇਆ ਹੈ ਉਹ ਕਾਮਯਾਬ ਹੈ, ਜੇ ਮਾਇਆ ਘੱਟ ਹੈ ਤੇ ਉਹ ਨਹੀਂ, ਕਿਉਂਕਿ ਸੰਸਾਰ ਮਟੀਰੀਅਲਿਸਟਿਕ ਹੈ। ਪਰ ਦੋਨਾਂ ਚੀਜ਼ਾਂ ਦੇ ਵਿੱਚ ਚਾਹੇ ਮਟੀਰੀਅਲਿਜ਼ਮ ਹੈ ਤੇ ਚਾਹੇ ਸਪਿਰਿਚੁਅਲਿਜ਼ਮ ਹੈ, ਜਿਹੜੀ ਕਾਸਟ ਹੈ ਇਹਦਾ ਅਸਰ ਘਟ ਰਿਹਾ। ਇੰਟਰਸਟਿੰਗ। ਹਾਂਜੀ, ਥੈਂਕ ਯੂ ਜੀ। ਤੇ ਵੈਲਕਮ ਸਰ। तो ज्ञानी तुसी अपने विचार दसो, बहुत सोहणियां नवीं चीज़ां इन्हां ने पेश कीतियां डॉक्टर साहब ने। ਹਾਂਜੀ, ਬਹੁਤ ਵਧੀਆ ਡਾਕਟਰ ਸਾਹਿਬ ਨੇ ਬਹੁਤ ਕੁਝ ਦੱਸਿਆ। ਤੇ ਜਿਹੜੀ ਗੱਲ ਹੈਗੀ ਜਾਤ ਪਾਤ ਦੇ ਘਟਣ ਦੀ ਜਾਂ ਵਧਣ ਦੀ,
ਮੈਂ ਸਮਝਦਾ ਵੀ ਜਿੱਥੇ ਜਿੱਥੇ ਗੁਰਬਾਣੀ ਦਾ ਪ੍ਰਕਾਸ਼ ਹੋਇਆ ਉੱਥੇ ਇਹਦਾ ਬਹੁਤਾ ਪ੍ਰਭਾਵ ਨਹੀਂ। ਉਦਾਹਰਨ ਵਜੋਂ ਪੰਜਾਬ ਦੇ ਵਿੱਚ ਸਾਨੂੰ ਇਹੋ ਜਿਹੀ ਬਹੁਤੀ ਨਹੀਂ ਲੱਗਦੀ ਦਿੱਕਤ, ਪਰ ਜਦੋਂ ਅਸੀਂ ਬਾਹਰਲੀਆਂ ਸਟੇਟਾਂ ਦੀਆਂ ਕਹਾਣੀਆਂ ਪੜ੍ਹਦੇ ਹਾਂ, ਮੈਨੂੰ ਹੁਣ ਪੱਕਾ ਤੇ ਯਾਦ ਨਹੀਂ ਆ ਪਰ 15-20 ਸਾਲ ਪੁਰਾਣੀ ਗੱਲ ਆ, ਮਹਾਰਾਸ਼ਟਰ ਦੇ ਵਿੱਚ ਇੱਕ ਸਕੂਲ ਦੇ ਵਿੱਚ ਇੱਕ ਬੱਚੀ ਜਿਹੜੀ ਅਖੌਤੀ ਸ਼ੂਦਰ ਜਾਤ ਦੀ ਸੀਗੀ, ਉਹਨੇ ਉੱਥੇ ਪਾਣੀ ਜਿਹੜਾ ਬ੍ਰਾਹਮਣਾਂ ਵਾਲੇ ਘੜੇ ਚੋਂ ਪੀ ਲਿਆ ਸੀ ਤੇ ਉਹਨੇ ਇੰਨਾ ਕੁੱਟਿਆ ਸੀ ਕਿ ਕੁੱਟਦਿਆਂ ਕੁੱਟਦਿਆਂ ਉਹਦੀ ਅੱਖ ਦੇ ਵਿੱਚ ਸੋਟੀ ਮਾਰ ਕੇ ਅੱਖ ਕੱਢ ਦਿੱਤੀ ਸੀ। ਰਾਜਸਥਾਨ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਕਿ ਇੱਕ ਕਤਲ ਹੀ ਕਰ ਦਿੱਤਾ ਸੀਗਾ, ਮੁੰਡਾ ਵਿਆਹੁਣ ਜਾ ਰਿਹਾ ਸੀ ਵੀ ਘੋੜੀ ਤੇ ਕਿਉਂ ਚੜ ਗਿਆ, ਘੋੜੀ ਤੇ ਨਹੀਂ ਚੜ ਸਕਦਾ। ਫਿਰ ਜਿਹੜਾ ਬੀਬੀਆਂ ਦੇ ਨਾਲ ਵਿਤਕਰਾ, ਇੱਕ ਨੌਜਵਾਨ ਬੀਬੀ ਜਿਹਦੀ ਥੋੜਾ ਚਿਰ ਹੋਇਆ ਸੀ ਲੜਕੀ ਦੇ ਸ਼ਾਦੀ ਨੂੰ ਤੇ ਉਹਦਾ ਘਰ ਵਾਲਾ ਗੁਜ਼ਰ ਗਿਆ, ਉਹਨੂੰ ਜ਼ਬਰਦਸਤੀ ਚਿਖਾ ਦੇ ਵਿੱਚ ਸਤੀ ਕਰਨ ਦੀ ਰਸਮ ਜਿਹੜੀ ਕੀਤੀ ਗਈ, ਸਾੜਿਆ ਗਿਆ ਸੀਗਾ। ਉਹ ਤਰਲੇ ਲੈਂਦੀ ਰਹੀ ਵੀ ਮੈਂ ਜਿਉਣਾ ਚਾਹੁੰਦੀ ਹਾਂ, ਪਰ ਉਹਨੂੰ ਜਿਉਣ ਦਾ ਹੱਕ ਨਹੀਂ ਦਿੱਤਾ ਗਿਆ। ਇਹੋ ਜਿਹੀਆਂ ਘਟਨਾਵਾਂ ਅੱਜ ਵੀ ਕਈ ਥਾਵਾਂ ਤੇ ਵਾਪਰਦੀਆਂ। ਹਾਂਜੀ, ਤੇ ਜਿਹੜੀ ਸਾਡੇ ਵਾਹਿਗੁਰੂ ਜੀ ਦਾ ਸ਼ੁਕਰ ਆ, ਗੁਰੂ ਸਾਹਿਬ ਜੀ ਦਾ, ਵੀ ਉਹਨਾਂ ਨੇ ਸਾਡੇ ਚੋਂ ਇਹ ਅਲਾਮਤਾਂ ਕੱਢੀਆਂ। ਪਰ ਅੱਜ ਕਿਉਂਕਿ ਜਿੱਥੇ ਵੀ ਕੋਈ ਸੁਣਦਾ ਵਾ ਇਹ ਗੱਲਾਂ ਨੂੰ ਸਮਝਣਾ ਚਾਹੀਦਾ ਕਿ ਸਾਡੇ ਵਿੱਚ ਕੁਛ ਲੋਕ ਇਹੋ ਜਿਹੇ ਆ ਰਹੇ ਨੇ, ਆ ਚੁੱਕੇ ਨੇ। ਇੱਧਰ ਬਠਿੰਡੇ ਵੱਲ ਕੋਈ ਹੈਗਾ, ਕੋਈ ਮੈਂ ਨਾਂ ਨਹੀਂ ਲੈਂਦਾ ਪ੍ਰੋਪਰ, ਵੀ ਉੱਥੇ ਭਾਂਡੇ ਜਿਹੜੇ ਆ ਉਹ ਨਿੱਕੀਆਂ ਜਿਨ੍ਹਾਂ ਨੂੰ ਜਾਤਾਂ ਕਿਹਾ ਜਾਂਦਾ ਉਹਨਾਂ ਵਾਸਤੇ ਵੱਖਰੇ ਆ। ਤੇ ਇੱਕ ਥਾਂ ਦੀ ਮੈਂ ਤਾਜ਼ੀ ਖਬਰ ਪੜ੍ਹੀ ਵੀ ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ, ਬਾਹਰ ਬਿਠਾ ਕੇ ਤੇ ਉਹਨਾਂ ਨੂੰ ਲੰਗਰ ਛਕਾਇਆ ਜਾਂਦਾ। ਇਹ ਜਿਹੜੀਆਂ ਘਟਨਾਵਾਂ ਨੇ ਸਾਨੂੰ ਸ਼ਰਮਸਾਰ ਕਰਦੀਆਂ ਨੇ ਵੀ ਅਸੀਂ ਜਦੋਂ ਬਾਣੀ ਦੀ ਗੱਲ ਕਰਦੇ ਹਾਂ, ਗੁਰਮਤ ਦੀ ਕਰਦੇ ਹਾਂ, ਤੇ ਵੀ ਇਹਨਾਂ ਬੜੇ ਮਾਣ ਨਾਲ ਕਹਿੰਦੇ ਆ ਵੀ ਗੁਰੂ ਸਾਹਿਬ ਜੀ ਨੇ ਨੀਚ ਊਚ ਕਰਾ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਪਾਈ। ਭਗਤ ਰਵਿਦਾਸ ਜੀ ਦੇ ਬਚਨ ਨੇ ਕਿ ਨੀਵਿਆਂ ਤੋਂ ਉੱਚੇ ਕੀਤਾ, ਉਹਨਾਂ ਜਾਤ ਪਾਤ ਦਾ ਕੋੜ ਵੱਢਿਆ। ਤੇ ਜਦੋਂ ਫਿਰ ਇਹੋ ਜਿਹੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਤੇ ਸਾਡਾ ਜਿਹੜਾ ਸਿਰ ਆ ਉਹ ਸ਼ਰਮ ਨਾਲ ਝੁਕਦਾ ਤੇ ਗੁਰਮਤ ਨੂੰ ਬਹੁਤ ਵੱਡਾ ਕਲੰਕ ਲੱਗਦਾ। ਇਸ ਕਰਕੇ ਜਿੱਥੇ ਵੀ ਕਿਤੇ ਕੋਈ ਸੁਣਦੇ ਹੋਣ ਤੇ ਸਾਨੂੰ ਇਹ ਵੈਸੇ ਹੀ ਮਨੁੱਖਤਾ ਵਾਸਤੇ ਸਭ ਤੋਂ ਘਾਤਕ, ਸਭ ਤੋਂ ਮਾੜੀ ਗੱਲ ਜਿਹੜੀ ਹੈ ਜਾਤ ਪਾਤ ਆ, ਕਿ ਇੱਕ ਮਨੁੱਖ ਹੀ ਦੂਸਰੇ ਮਨੁੱਖ ਨੂੰ ਨੀਵਾਂ ਸਮਝੇ, ਉਹਦੇ ਨਾਲ ਖਾਣ ਪੀਣ ਵਰਤਣ ਵਿਹਾਰ ਜਿਹੜਾ ਵਾ ਉਹਦੇ ਤੋਂ ਉਹ ਦੂਰ ਹੋਵੇ। ਇਹ ਬੜੀ ਦੁਖਦਾਈ ਗੱਲ ਆ। ਗੁਰੂ ਸਾਹਿਬ ਜੀ ਨੇ ਸਾਨੂੰ ਇਹੋ ਹੀ ਉਪਦੇਸ਼ ਦਿੱਤਾ ਸੀ, ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ। ਤੇ ਇਹ ਸਮਝਣ ਦੀ ਲੋੜ ਆ ਇਸ ਗੱਲ ਨੂੰ। ਥੈਂਕ ਯੂ ਜੀ, ਥੈਂਕ ਯੂ ਤੁਹਾਡੇ ਦੋਨਾਂ ਦਾ ਵਿਚਾਰ ਪੇਸ਼ ਕਰਨਾ ਤੇ ਇਟਸ ਵੈਰੀ ਐਨਲਾਈਟਨਿੰਗ। ਤੇ ਆਪਾਂ ਹੁਣ ਚੱਲੀਏਗਾ, ਦੇਖੋ ਗੁਰੂ ਸਾਹਿਬ ਦੇ, ਗੁਰੂ ਅਰਜਨ ਦੇਵ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਤਾਈਂ ਹੋਰ ਕੀ ਇੰਤਜ਼ਾਮ ਕੀਤੇ ਉਹਨਾਂ ਨੇ ਕਿ ਬਈ ਲੋਕਾਂ ਨੂੰ ਬਰੋਬਰਤਾ ਦਾ ਸੁਨੇਹਾ ਮਿਲੇ। ਜਿਵੇਂ ਫਰਜ਼ ਕਰੋ ਮਹਾਰਾਜ ਨੇ ਮਸੰਦਾਂ ਦੀ ਜਿਹੜੀ ਅਪੁਆਇੰਟਮੈਂਟ ਕੀਤੀ ਜਾਂ ਪ੍ਰਚਾਰਕਾਂ ਦੀ ਅਪੁਆਇੰਟਮੈਂਟ ਕੀਤੀ, ਉਹਨਾਂ 'ਚ ਹਰ ਕਿਸਮ ਦੇ ਬੰਦੇ ਉਹਨਾਂ ਨੇ ਭਰਤੀ ਕੀਤੇ ਹੈ ਜੀ, ਜਿਹੜੇ ਕਾਬਲ ਸੀਗੇ, ਨਾ ਕਿ ਜਾਤ ਪਾਤ ਦੇ ਬੇਸ ਤੇ। ਤੇ ਇਸੇ ਤਰ੍ਹਾਂ ਹਸਪਤਾਲ ਖੋਲੇ ਜਾਂ ਹੋਰ ਇਹਨਾਂ ਬਾਰੇ ਆਪਣੇ ਵਿਚਾਰ ਦੱਸੋ ਡਾਕਟਰ ਕੁਲਵਿੰਦਰ ਸਿੰਘ ਜੀ। ਹਾਂਜੀ ਸਰ, ਹਾਂਜੀ ਸਰ। ਗੁਰੂ ਰਾਮਦਾਸ ਸਾਹਿਬ ਮਹਾਰਾਜ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬਾਂ ਨੇ 6ਵੇਂ ਪਾਤਸ਼ਾਹ ਨੇ 4 ਜੰਗਾਂ ਲੜੀਆਂ। ਹਾਂਜੀ, ਚਾਹੇ ਜੰਗਾਂ ਸਰਕਾਰ ਨਾਲ ਸਨ ਜਾਂ ਸਰਕਾਰ ਦੇ ਅਹਿਲਕਾਰਾਂ ਨਾਲ ਸਨ। ਗੁਰੂ ਸਾਹਿਬ ਤੇ ਅਟੈਕ ਕਰਦੇ ਨਹੀਂ ਸਨ ਕਿਸੇ ਤੇ, ਪਰ ਜਦੋਂ ਵੀ ਕੋਈ ਅਹਿਲਕਾਰ ਅਟੈਕ ਕਰਦਾ ਸੀ ਤੇ ਗੁਰੂ ਸਾਹਿਬ ਦੀ ਜਿਹੜੀ ਨੀਤੀ ਸੀ ਜੰਗ ਦੀ, ਇੰਨੀ ਵਧੀਆ ਨੀਤੀ ਸੀ ਕਿ ਗੁਰੂ ਸਾਹਿਬ ਹਰ ਜੰਗ ਵਿੱਚ ਜਿੱਤਦੇ ਰਹੇ 6ਵੇਂ ਪਾਤਸ਼ਾਹ। ਔਰ ਉਹਦਾ ਕਾਰਨ ਜੋ ਮੰਨਿਆ ਜਾਂਦਾ, ਇੱਕ ਇਹ ਵੀ ਕਾਰਨ ਬੜਾ ਵੱਡਾ ਸੀ ਕਿ ਸਿੱਖ ਧਰਮ ਦੇ ਵਿੱਚ ਜਾਤ ਪਾਤ ਦਾ ਫਰਕ ਨਾ ਹੋਣ ਕਰਕੇ ਇਹ ਹਰ ਪਾਸੇ ਤੋਂ ਚੰਗੇ ਚੰਗੇ ਸੂਰਮੇ ਗੁਰੂ ਸਾਹਿਬ ਕੋਲ ਆਉਂਦੇ ਸਨ। ਚੰਗੇ ਸੂਰਮੇ ਹੋਣ ਕਰਕੇ ਜੰਗਾਂ ਦੇ ਵਿੱਚ ਗੁਰੂ ਸਾਹਿਬ ਨੇ ਜਿਹੜੇ ਇੰਨਾ ਐਸਟੈਬਲਿਸ਼ ਰਾਜ ਸੀ ਮੁਗਲ ਰਾਜ, ਉਹਦਾ ਵੀ ਮੁਕਾਬਲਾ ਕੀਤਾ। ਸੋ 4 ਜੰਗਾਂ ਗੁਰੂ ਸਾਹਿਬ ਨੇ ਇਤਿਹਾਸਿਕ ਦੱਸੀਆਂ ਗਈਆਂ ਔਰ 4 ਜੰਗਾਂ ਗੁਰੂ ਸਾਹਿਬ ਨੇ ਜਿੱਤੀਆਂ।
ਸੋ ਇਹ ਇੱਕ ਕਾਮਯਾਬੀ ਦੇ ਵਿੱਚ ਵੀ ਇਹ ਬੜਾ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ ਕਿ ਕਿਉਂਕਿ ਗੁਰੂ ਸਾਹਿਬ ਨੇ ਵਿਤਕਰਾ ਨਹੀਂ ਸੀ ਰੱਖਿਆ, ਤੇ ਹਰ ਧਰਮ ਚੋਂ, ਹਰ ਕੌਮ ਦੇ ਵਿੱਚੋਂ, ਹਰ ਗਰੁੱਪ ਚੋਂ ਯੋਧੇ ਆਉਂਦੇ ਸਨ, ਤੇ ਇਸ ਲਈ ਗੁਰੂ ਸਾਹਿਬ ਨਾ ਤਾਂ ਰਾਜੇ ਬਣ ਕੇ ਰਹਿੰਦੇ ਸਨ, ਨਾ ਪਬਲਿਕ ਕੋਲੋਂ ਕੋਈ ਟੈਕਸ ਗਰਾਉਂਦੇ ਸਨ। ਸੇਵਾ ਦੀ ਮਾਇਆ ਹੀ ਆਉਂਦੀ ਸੀ, ਕੋਈ ਖੁਸ਼ੀ ਨਾਲ ਦੇ ਦੇਵੇ ਦਸਵੰਧ, ਠੀਕ ਹੈ ਜੀ। ਕੋਈ ਜਬਰੀ ਟੈਕਸ ਨਹੀਂ ਸੀ ਹੈਗਾ। ਪਰ ਕੋਈ ਵੀ ਐਸਾ ਪ੍ਰਬੰਧ ਨਾ ਹੋਣ ਦੇ ਬਾਵਜੂਦ ਗੁਰੂ ਸਾਹਿਬ ਨੇ ਆਪ ਕਿਲੇ ਵੀ ਬਣਾਏ। ਹੁਣ ਸਵਾਲ ਫਿਰ ਉੱਥੋਂ ਆ ਜਾਂਦਾ ਹੈ, ਜਿਹੜਾ ਵੀ ਮੈਂ ਦੋ ਥਾਵਾਂ ਤੇ ਸਵਾਲ ਕਰਦਾ, ਇੱਕ ਆਪਣੇ ਹਿੰਦੂ ਵੀਰਾਂ ਦੇ ਸਵਾਲ ਹੈ ਤੇ ਇੱਕ ਸਿੱਖ ਵੀਰਾਂ ਦੇ ਸਵਾਲ ਹੈ। ਪਹਿਲਾਂ ਤੇ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਹੋਣੇ ਵਿਸ਼ਾ ਟੱਚ ਕੀਤਾ, ਉਹਨਾਂ ਨੇ ਆਪਣੀ ਸਤੀ ਦਾ, ਸਤੀ ਪ੍ਰਥਾ ਦੇ ਖਿਲਾਫ ਗੁਰੂ ਸਾਹਿਬ ਨੇ ਬਹੁਤ ਜ਼ਿਆਦਾ ਉਪਦੇਸ਼ ਕੀਤਾ। ਜਿਹੜੀਆਂ ਵਿਧਵਾ ਹੋ ਜਾਂਦੀਆਂ ਨੇ, ਵਿਡੋ ਮੈਰਿਜ ਨੂੰ ਗੁਰੂ ਸਾਹਿਬ ਨੇ ਬਹੁਤ ਜ਼ਿਆਦਾ ਪ੍ਰਮੋਟ ਕੀਤਾ, ਕਿਉਂਕਿ ਜਿਹੜੀ ਵਿਧਵਾ ਹੈ ਜੇ ਉਹ ਦੁਬਾਰਾ ਸ਼ਾਦੀ ਨਹੀਂ ਕਰਾ ਸਕਦੀ ਤੇ ਉਹਦੀ ਜ਼ਿੰਦਗੀ ਬੜੀ ਔਖੀ ਹੋ ਜਾਂਦੀ ਹੈ, ਕਿਉਂਕਿ ਪਹਿਲਾਂ ਤਾਂ ਔਰਤ ਕੰਮ ਵੀ ਨਹੀਂ ਸੀ ਕਰ ਸਕਦੀ। ਇਸੇ ਲਈ ਔਰਤ ਨੂੰ ਹੱਕ ਕੋਈ ਨਾ ਹੋਣ ਕਰਕੇ ਉਹਦਾ ਧੱਕਾ ਕਰਤਾ ਜਾਂਦਾ ਸੀ ਕਿ ਇਹਨੂੰ ਸਾੜ ਹੀ ਦਿਓ ਨਾਲ ਦੇ ਨਾਲ, ਕਿ ਹੁਣ ਇਹਦੀ ਜ਼ਿੰਦਗੀ ਜਿਹੜੀ ਇੱਥੇ ਵੀ ਨਰਕ ਵਰਗੀ ਹੈ। ਪਰ ਗੁਰੂ ਸਾਹਿਬ ਕਹਿੰਦੇ ਨਹੀਂ। ਗੁਰੂ ਸਾਹਿਬ ਦੀ ਬਾਣੀ ਸ਼ਬਦ ਆਉਂਦਾ ਹੈ ਸਤੀਆਂ ਬਾਰੇ, ਸਤੀਆਂ ਇਹ ਨਾ ਆਖੀਏ ਮੜੀਆਂ ਲੱਗ ਜਲਨ। ਉਹ ਕਹਿੰਦੇ ਤੁਸੀਂ ਧੱਕੇ ਦੇ ਨਾਲ, ਇੱਕ ਔਰਤ ਹੈ ਉਹਦਾ ਮਰਨ ਨੂੰ ਵਿਚਾਰੀ ਦਾ ਜੀਣ ਨੂੰ ਜੀ ਕਰਦਾ, ਉਹਦੇ ਬੱਚੇ ਵੀ ਨੇ, ਉਹਨੂੰ ਪਤਾ ਮੇਰੇ ਬੱਚੇ ਰੁੱਲ ਜਾਣੇ ਆ ਜੇ ਮੈਂ ਸਤੀ ਹੋ ਗਈ ਤੇ। ਮਰਨਾ ਵੈਸੇ ਵੀ ਸੌਖਾ ਨਹੀਂ ਹੈਗਾ, ਕਿਉਂਕਿ ਚਲੋ ਕੁਦਰਤ ਦੀ ਖੇਡ ਹੈ, ਇੱਕ ਦੋਨਾਂ ਚ ਇੱਕ ਦੀ ਡੈਥ ਹੋ ਸਕਦੀ ਹੈ ਪਹਿਲਾਂ, ਤੇ ਥੋੜੇ ਦੂਜੇ ਨੂੰ ਵੀ ਸਾੜਦਾ ਜਾਵੇ। ਸੋ ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਸਤੀਆਂ ਮੰਨਦਾ ਹੀ ਨਹੀਂ ਜਿਹੜੀਆਂ ਮੜੀਆਂ ਦੇ ਵਿੱਚ ਸੜ ਜਾਂਦੀਆਂ, ਕਿਉਂਕਿ ਉਹਨਾਂ ਦਾ ਪਿਛਲੇ ਜਿਹੜੇ ਉਹਨਾਂ ਦੇ ਫਰਜ਼ ਰਹਿ ਜਾਂਦੇ ਅਧੂਰੇ ਰਹਿ ਜਾਂਦੇ ਨੇ, ਤੇ ਧੱਕੇ ਨਾਲ ਸਾੜਿਆ ਜਾਂਦਾ ਹੈ। ਸੋ ਸਤੀਆਂ ਇਹ ਨਾ ਆਖੀਆਂ, ਉਹ ਸਤੀਆਂ ਨਹੀਂ ਹੈਗੀਆਂ ਜੇ ਮੜੀਆਂ ਲੱਗ ਜਲਨ। ਸਤੀਆਂ ਸਹੀ ਨਾਨਕਾ ਜੇ ਬਿਰਹਾ ਚੋਟ ਮਰਨ। ਉਹ ਕਹਿੰਦੇ ਸਤੀ ਤੇ ਫੇਰ ਹੈ ਵੀ ਜੇ ਪਤਾ ਲੱਗੇ ਮੇਰੇ ਪਤੀ ਦੀ ਮੌਤ ਹੋ ਗਈ ਹੈ, ਜਾਂ ਤੇ ਬਿਰਹਾ ਦੇ ਨਾਲ ਹੀ ਉਹਦੀ ਡੈਥ ਹੋ ਜਾਵੇ। ਕਈ ਐਸੇ ਤੇ ਅਸੀਂ ਕੇਸਿਸ ਸੁਣਦੇ ਹਾਂ ਕਿ ਹਸਬੈਂਡ ਦੀ ਡੈਥ ਹੋਈ, ਵਾਈਫ ਦਾ ਸੁਣਦਿਆਂ ਸਾਰੀ ਸਦਮਾ ਲੱਗਾ, ਝਟਕਾ ਲੱਗਾ ਤੇ ਉਹਦੀ ਨਾਲ ਮੌਤ ਹੋ ਗਈ। ਇਹ ਨੈਚੁਰਲ ਡੈਥ ਹੈ। ਉਹ ਕਹਿੰਦੇ ਉਹਨੂੰ ਤੇ ਮੈਂ ਸਤੀਆਂ ਮੰਨ ਸਕਦਾ ਵਾਂ। ਸਤੀਆਂ ਸਹੀ ਨਾਨਕਾ ਜੇ ਬਿਰਹਾ ਚੋਟ ਮਰਨ, ਜਿਨ੍ਹਾਂ ਨੂੰ ਬਿਰਹਾ ਦੇ ਵਿੱਚ ਜੀਣਾ ਭੁੱਲ ਜਾਵੇ ਤੇ ਉਹਨਾਂ ਨੂੰ ਮੌਤ ਆ ਜਾਵੇ। ਪਰ ਤੀਸਰੀ ਲਾਈਨ ਲਿਖਦੇ ਨੇ, ਵੀ ਸੋ ਸਤੀਆਂ ਆਖੀਆਂ ਸੀਲ ਸੰਤੋਖ ਰਹਨ। ਕਹਿੰਦੇ ਮੇਰੇ ਲਈ ਗੁਰੂ ਸਾਹਿਬ ਕਹਿੰਦੇ ਉਹ ਵੀ ਸਤੀਆਂ ਨੇ ਜਿਹੜੀਆਂ ਸੰਸਾਰ 'ਚ ਰਹਿੰਦੀਆਂ, ਆਪਣਾ ਸੀਲ ਸੰਜਮ ਤੇ ਸੰਤੋਖ ਕਾਇਮ ਰੱਖਣ, ਆਪਣਾ ਕਰੈਕਟਰ ਕਾਇਮ ਰੱਖਣ, ਉਹ ਵੀ ਸਤੀਆਂ ਨੇ। ਸੜਨ ਦੇ ਨਾਲ ਸਤੀ ਨਹੀਂ ਹੋ ਜਾਂਦੇ। ਪਤੀ ਦੇ ਮਰਨ ਤੋਂ ਬਾਅਦ ਜੇ ਤੁਸੀਂ ਪਰਿਵਾਰਿਕ ਫਰਜ਼ ਇਮਾਨਦਾਰੀ ਨਾਲ ਨਿਭਾ ਰਹੇ ਹੋ, ਆਪਣਾ ਉੱਚਾ ਸੁੱਚਾ ਜੀਵਨ ਰੱਖ ਕੇ, ਤੇ ਉਹ ਗੁਰੂ ਸਾਹਿਬ ਕਹਿੰਦੇ ਸਤੀ ਹੈ। ਸੋ ਇਹ ਸਤੀਆਂ ਬਾਰੇ ਵਿਸ਼ਾ, ਸਤੀਆਂ ਬਾਰੇ ਵਿਸ਼ਾ ਸੀ। ਹੁਣ ਦੂਜਾ ਮੇਰੇ ਮਨ 'ਚ ਸਵਾਲ ਆਇਆ ਜੋ ਕਾਸਟਿਜ਼ਮ ਬਾਰੇ ਹੋਇਆ, ਕਿ ਬਾਹਰਲੀਆਂ ਸਟੇਟਾਂ ਦੇ ਵਿੱਚ ਪ੍ਰਿੰਸੀਪਲ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਪੰਜਾਬ ਦੇ ਵਿੱਚ ਜਾਤਵਾਦ ਘੱਟ ਹੈ, ਬਾਹਰਲੀਆਂ ਸਟੇਟਾਂ 'ਚ ਬਹੁਤ ਜ਼ਿਆਦੀਆਂ ਐਸੀਆਂ ਖਬਰਾਂ ਸੁਣਨ ਤੋਂ ਆਉਂਦੀਆਂ। ਤੇ ਮੇਰੇ ਮਨ 'ਚ ਇੱਕ ਸਵਾਲ ਆਉਂਦਾ ਉਹਨਾਂ ਹਿੰਦੂ ਵੀਰਾਂ ਵਾਸਤੇ ਕਿ ਦੇਖੋ ਮੇਰੇ ਉਹੀ ਹਿੰਦੂ ਭਰਾ ਜਦੋਂ ਤੇ ਮੰਦਿਰ 'ਚ ਜਾਂਦੇ ਨੇ, ਉੱਥੇ ਮੰਦਿਰ ਦੇ ਵਿੱਚ ਕ੍ਰਿਸ਼ਨ ਮਹਾਰਾਜ ਦੀ ਮੂਰਤੀ ਨੂੰ ਪੂਜਨ ਲਈ, ਉਹਨੂੰ ਦੁੱਧ ਚੜਾਉਣ ਵਾਸਤੇ, ਉਹਦਾ ਚਰਨਾਮ੍ਰਿਤ ਲੈਣ ਵਾਸਤੇ, ਪ੍ਰਸ਼ਾਦ ਲੈਣ ਵਾਸਤੇ ਲਾਈਨਾਂ 'ਚ ਲੱਗਦੇ ਨੇ। ਔਖੇ ਹੋ ਕੇ ਪ੍ਰਸ਼ਾਦ ਦੀ ਪ੍ਰਾਪਤੀ ਕਰਦੇ ਨੇ ਕਿਸ ਕ੍ਰਿਸ਼ਨ ਜੀ ਕੋਲੋਂ? ਜਿਹੜੇ ਕ੍ਰਿਸ਼ਨ ਜੀ ਯਾਦਵ ਕੁਲ ਦੇ ਵਿੱਚੋਂ ਨੇ। ਮੰਦਿਰ ਦੇ ਵਿੱਚ ਤੇ ਉਸੇ ਹੀ ਕ੍ਰਿਸ਼ਨ ਜੀ ਕੋਲੋਂ ਪ੍ਰਸ਼ਾਦ ਲੈਣ ਵਾਸਤੇ ਉਹਨਾਂ ਦੀ ਮੂਰਤੀ ਕੋਲੋਂ ਲਾਈਨਾਂ 'ਚ ਲੱਗੇ ਨੇ, ਧੱਕੇ ਮਾਰ ਰਹੇ ਨੇ ਇੱਕ ਦੂਜੇ ਨੂੰ, ਔਖੇ ਹੋ ਰਹੇ ਨੇ। ਦੇ ਆਰ ਟਰਾਈਂਗ देयर ਹਾਰਡ। ਲੇਕਿਨ ਜਦੋਂ ਹੀ ਮੰਦਿਰ 'ਚੋਂ ਬਾਹਰ ਆਉਂਦੇ ਨੇ ਤੇ ਉੱਥੇ ਫਿਰ ਉਹ ਜਾਤ ਪਾਤ ਸ਼ੁਰੂ ਹੋ ਜਾਂਦਾ ਹੈ ਕਿ ਇਹ ਛੋਟੀ ਜਾਤ ਦਾ, ਇਹ ਯਾਦਵ ਹੈ, ਛੋਟੀ ਜਾਤ ਹੈ। ਇੱਕ ਪਾਸੇ ਅਸੀਂ ਯਾਦਵ ਨੂੰ ਪੂਜ ਰਹੇ ਹਾਂ ਤੇ ਦੂਜੇ ਪਾਸੇ ਮੰਦਿਰ 'ਚੋਂ ਬਾਹਰ ਆਉਂਦਿਆਂ ਹੀ ਅਸੀਂ ਉਹਨੂੰ ਸੇਮ ਜਾਤ ਨੂੰ ਛੋਟਾ ਕਹਿ ਰਹੇ ਹਾਂ। ਸੋ ਇਹਦਾ ਮਤਲਬ ਸਾਡਾ ਮਾਈਂਡ ਕਲੀਅਰ ਨਹੀਂ ਹੈਗਾ। ਸਿਮਿਲਰਲੀ ਜਿੱਦਾਂ ਸਿੱਖਾਂ ਦੇ ਵਿੱਚ ਵੀ ਜਾਤ ਪਾਤ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਕੁਝ ਬਠਿੰਡੇ ਵਾਲੇ ਪਾਸੇ ਕੁਝ ਥਾਵਾਂ ਤੇ ਵਿਤਕਰਾ ਬਹੁਤ ਜ਼ਿਆਦਾ ਦੇਖਣ 'ਚ ਆਇਆ। ਇਹ ਵਾਕਿਆ ਹੋਏਗਾ ਜ਼ਰੂਰ। ਹੁਣ ਉੱਥੇ ਵੀ ਸੇਮ ਸਵਾਲ ਹੁੰਦਾ ਹੈ ਕਿ ਜਦੋਂ ਤੇ ਮੇਰੇ ਉਹ ਸਿੱਖ ਵੀਰ ਜਿਹੜੇ ਵਿਤਕਰਾ ਕਰਦੇ ਨੇ, ਜਦੋਂ ਤੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਣਾ ਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਆਉਂਦਾ ਹੈ ਕਿ ਬਾਣੀ ਭੱਟਾਂ ਕੀ,
ਬਾਣੀ ਭਗਤ ਰਵਿਦਾਸ ਜੀ ਕੀ ਉੱਥੇ ਸਿਰ ਨਵਾਉਂਦੇ ਨੇ ਹੱਥ ਜੋੜ ਕੇ ਵੀ ਹੁਕਮਨਾਮਾ ਗੁਰੂ ਸਾਹਿਬ ਦਾ ਸੁਣਨਾ ਹੈ। ਉਸੇ ਰਵਿਦਾਸ ਜੀ ਤੇ ਉਸੇ ਕਬੀਰ ਜੀ ਦੀ ਬਾਣੀ ਅੱਗੇ ਸਿਰ ਨਵਾ ਰਹੇ ਹੁੰਦੇ ਨੇ। ਗੁਰਦੁਆਰਾ ਸਾਹਿਬ 'ਚ ਉਸ ਹੁਕਮਨਾਮਾ ਲਿਖਿਆ ਗਿਆ ਹੁੰਦਾ ਹੈ ਕਿ ਬਾਣੀ ਭਗਤ ਕਬੀਰ ਜੀ, ਬਾਣੀ ਭਗਤ ਧੰਨੇ ਕੀ, ਬਾਣੀ ਭਗਤ ਰਵਿਦਾਸ ਕੀ। ਲੇਕਿਨ ਜਿਉਂ ਹੀ ਗੁਰਦੁਆਰੇ ਦੇ ਬਾਹਰ ਪ੍ਰਬੰਧ ਦੀ ਗੱਲ ਵਾਰੀ ਆਉਂਦੀ ਤੇ ਉੱਥੇ ਵਿਤਕਰਾ ਸ਼ੁਰੂ ਹੋ ਜਾਂਦਾ ਹੈ। ਸੋ ਇਹਦਾ ਮਤਲਬ ਸਾਡਾ ਜਿਹੜਾ ਮਾਈਂਡ ਹੈ ਕਲੀਅਰ ਨਹੀਂ ਹੈਗਾ। ਕਰਨੀ ਹੋਰ ਤੇ ਕਹਿਣਾ ਹੋਰ, ਕਹਿਣਾ ਹੋਰ। ਅਸੀਂ ਬਾਣੀ ਨੂੰ ਸੁਣਦੇ ਹਾਂ ਲੇਕਿਨ ਬਾਣੀ ਨੂੰ ਫੋਲੋ ਨਹੀਂ ਕਰਦੇ। ਤੇ ਜਿਹੜਾ ਪ੍ਰਿੰਸੀਪਲ ਸਾਹਿਬ ਨੇ ਇਸ਼ੂ ਉਠਾਇਆ ਨਾ ਕਿ ਬਾਹਰਲੀਆਂ ਸਟੇਟਾਂ 'ਚ ਵਿਤਕਰਾ ਹੈ, ਮੈਂ ਜੋ ਜੱਜ ਕਰਦਾ ਵਾਂ ਕਿ ਕਿਉਂਕਿ ਲੋਕਾਂ ਨੂੰ ਅਸਲ 'ਚ ਪਤਾ ਹੀ ਨਹੀਂ ਹੈਗਾ। ਲੋਕਾਂ ਦੇ ਮਨ ਦੇ ਵਿੱਚ ਹੈ ਕਿ ਜਿਹੜੀ ਮਨੂ ਸਮ੍ਰਿਤੀ ਸੀ ਨਾ, ਕਿ ਸ਼ਾਇਦ ਇਹ ਉਹਨਾਂ ਦੇ ਦੇਵੀ ਦੇਵਤਿਆਂ ਤੋਂ ਆਈ ਹੈ, ਸ਼ਾਇਦ ਉਹ ਕ੍ਰਿਸ਼ਨ ਜੀ ਤੇ ਰਾਮਚੰਦਰ ਜੀ ਤੋਂ ਆਈ ਹੈ। ਉਹਨਾਂ ਨੂੰ ਪਤਾ ਨਹੀਂ ਹੈ ਕਿ ਮਨੂ ਜਿਹੜਾ ਸੀ ਉਹ ਨਾ ਤੇ ਕੋਈ ਦੇਵਤਾ ਸੀ ਤੇ ਨਾ ਕੋਈ ਸਗਤ ਸੀ, ਇੱਕ ਰਾਈਟਰ ਸੀ। ਹਾਂਜੀ, ਜਿਸ ਨੇ ਸਮੇਂ ਦੀ ਹਕੂਮਤ ਦੇ ਪ੍ਰਭਾਵ ਥੱਲੇ ਆ ਕੇ ਹਕੂਮਤ ਨੂੰ ਸ਼ਰਾਰਤ ਨਾਲ ਚਲਾਉਣ ਵਾਸਤੇ ਇਹ ਵੰਡੀਆਂ ਪਾਤੀਆਂ, ਮਤਭੇਦ ਪੈਦਾ ਕਰਤਾ, ਤਾਂ ਜੋ ਜਿਹੜੀ ਤਾਕਤ ਹੈ ਕੁਛ ਹੀ ਹੱਥਾਂ ਦੇ ਵਿੱਚ ਚੱਲਦੀ ਰਹੇ, ਤਾਕਤ ਦੀ ਬਰਾਬਰ ਵੰਡ ਨਾ ਹੋਵੇ। So it's a kind of classification system, ਹਾਂਜੀ ਹਾਂਜੀ ਹਾਂਜੀ, that's what he did, ਕਿ classification system ਕੀਤਾ ਤਾਂ ਹੁਣ ਕਨਵੀਨੀਅੰਸ ਦੇ ਲਈ। ਹਾਂਜੀ, ਜਿਵੇਂ ਆਪਾਂ ਕੀਤਾ ਐਨੀਮਲ ਕਿੰਗਡਮ ਨੂੰ ਕਲਾਸੀਫਾਈ ਕਰਦੇ ਆ, ਪਲਾਂਟ ਕਿੰਗਡਮ ਕਰਦੇ ਆ, ਪਰ ਹੋ ਗਿਆ ਕਿ ਉਹਨਾਂ ਦੇ ਬਣਾਤਾ ਪੰਡਤਾਂ ਨੇ ਪੱਕਾ ਕਰਤਾ, ਉਸ ਨੂੰ ਰੈਟੀਫਾਈ ਕਰਕੇ ਉਸ ਲਾ ਬਣਾਤਾ। ਹਾਂਜੀ ਹਾਂਜੀ ਹਾਂਜੀ, ਹੋਇਆ ਸੀਗਾ ਉਹ ਕਨਵੀਨੀਅੰਸ ਪੁਆਇੰਟ ਆਫ ਵਿਊ ਤੋਂ, ਕਨਵੀਨੀਅੰਸ ਤੋਂ। ਸੋ ਜਿਹੜਾ ਮਨੂਵਾਦ ਵੀ ਮਨੂਵਾਦ ਕਰਕੇ ਰੌਲਾ ਪਾਈ ਜਾਣਾ ਨਾ, ਇਹ ਵੀ ਇਟਸ ਨਾਟ ਰੀਅਲੀ ਕੁਆਇਟ। ਸ਼ੁਰੂ ਬੇਸ਼ੱਕ ਮਨੂਵਾਦ ਤੋਂ ਹੋਈ ਹੈ, ਮਨੂ ਤੋਂ ਹੋਈ ਹੈ, ਪਰ ਉਦੋਂ ਹੌਲੀ ਹੌਲੀ ਇਵਾਲਵ ਹੁੰਦਾ ਗਿਆ ਉਹ ਪਰਮਾਨੈਂਟ ਫਿਕਸਚਰ ਦੇ ਵਿੱਚ। ਤੇ ਪਰ ਹੁਣ ਜਿਹੜਾ ਮੇਨਟੇਨ ਕੀਤਾ ਜਾ ਰਿਹਾ ਨਾ, ਉਹ ਛੋਟੀਆਂ ਜਾਤਾਂ ਦਾ ਕਸੂਰ ਹੈ ਐਕਚੁਅਲੀ, ਕਿਉਂਕਿ ਉਹ ਇੱਕ ਦੂਜੇ ਨਾਲ ਮਿਲਣ ਜੁਲਣ ਦੇ ਤਾਂ ਇੱਕ ਦੂਜੇ ਤੋਂ ਦੂਰ ਹੋਈ ਜਾਂਦੀਆਂ ਨੇ, ਤੇ ਉਹਦੇ ਨਾਲ ਜਿਹੜੀ ਉਹਨਾਂ ਦੀ ਸੋਸ਼ਲ ਪਾਵਰ ਹੈ ਉਹ ਖੇਰੂ ਖੇਰੂ ਹੋ ਰਹੀ ਹੈ। ਤੇ ਉਹ ਜਿਹੜੀ ਸੋਸ਼ਲ ਪਾਵਰ ਖੇਰੂ ਖੇਰੂ ਹੋਣ ਦੇ ਨਾਲ ਉਹਨਾਂ ਦੀ ਕਮਜ਼ੋਰੀ ਵੱਧ ਰਹੀ ਹੈ, ਉਹਨਾਂ ਨੂੰ ਤਾਕਤ ਨਹੀਂ ਮਿਲਦੀ, ਕੋਈ ਵਡੱਪਣ ਤਾਂ ਨਹੀਂ ਮਿਲਦਾ। ਤੇ ਜੇ ਅਸੀਂ ਜਿਵੇਂ ਆਪਾਂ ਕਹਿੰਦੇ ਹੈਗੇ ਆ, ਖੁਆਰ ਹੋਏ ਸਭ ਮਿਲਾਂਗੇ ਬੱਚਾ ਸ਼ਰਨ ਜੋ ਹੋਏ, ਜੇ ਅਸੀਂ ਇਹ ਜਿਹੜੀ ਖੁਆਰੀ ਦੇ ਵਿੱਚ ਪੈ ਗਏ ਆ ਅਲੱਗ-ਅਲੱਗ ਦੂਰ ਦੂਰ ਹੋਣ ਤੋਂ, ਮੁੜ ਕੇ ਫੇਰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵਾਂਗੇ, ਅਕਾਲ ਪੁਰਖ ਦੇ ਨਾਂ ਦੇ ਥੱਲੇ ਇਕੱਠੇ ਹੋਵਾਂਗੇ। ਸਾਡੀ ਜਿਹੜੀ ਆ ਉਹ ਜਿਹੜੀ ਆ ਜਮਾਤ ਕਰਾਮਾਤ ਜਿਵੇਂ ਹੁੰਦੀ ਹੈ, ਤੇ ਉਹਦੇ ਨਾਲ ਫਿਰ ਸਾਡਾ ਜਿਹੜਾ ਛੁਟਕਾਰਾ ਵੀ ਹੋ ਸਕਦਾ, ਨਿਸਤਾਰਾ ਵੀ ਹੋ ਸਕਦਾ। ਅਦਰਵਾਈਜ਼ ਤਾਂ ਆਪਣੇ ਵੈਰੀ ਅਸੀਂ ਆਪ ਹੈ, ਨਾ ਕਿ ਕੋਈ ਦੂਜੇ ਨੇ। ਕੀ ਖਿਆਲ ਹੈ ਗਿਆਨੀ ਧਰਮ ਸਿੰਘ ਜੀ? ਆਪ ਜੀ ਨੇ ਬਿਲਕੁਲ ਠੀਕ ਕਿਹਾ ਵੀ ਆਪਾਂ ਆਪ ਹੀ, ਕਿਉਂਕਿ ਸਾਡਾ ਇਹ ਸਿਸਟਮ ਇਹੋ ਜਿਹਾ ਬਣਾ ਦਿੱਤਾ ਕਿ ਜੇ ਅੱਜ ਅਸੀਂ ਕਹੀਏ ਵੀ ਜਾਤ ਪਾਤ ਨੂੰ ਤੋੜ ਦਿੱਤਾ ਜਾਏ, ਤੇ ਜਿਹੜੇ ਜਾਟਿਆ ਜੱਟਾਂ ਨੂੰ ਦੀ ਉੱਚੀ ਜਾਤ ਤੇ ਕੋਈ ਹੈ ਨਹੀਂ, ਪਰ ਬਹੁਤੀਆਂ ਕਿਉਂਕਿ ਜ਼ਮੀਨਾਂ ਦੇ ਮਾਲਕ ਹੋਣ ਕਰਕੇ ਦੂਸਰੇ ਜਿਨ੍ਹਾਂ ਕੋਲ ਨਹੀਂ ਆ ਉਹਨਾਂ ਨੂੰ ਕੰਮ ਕਰਨਾ ਪੈਂਦਾ ਤੇ ਉਹਨਾਂ ਨੂੰ ਨੀਵੇਂ ਸਮਝ ਲਿਆ। ਇਹ ਛੱਡਣ ਨੂੰ ਤਿਆਰ ਨਹੀਂ ਹੋਣਗੇ ਕਿਉਂਕਿ ਇਹਨਾਂ ਦੇ ਆਪਣੇ ਤੋਂ ਥੱਲੇ ਆ, ਜਿਹੜੀਆਂ ਸਾਡੇ ਤੋਂ ਆਪਣੇ ਹੋਰ ਇਹਨਾਂ ਤੋਂ ਥੱਲੇ ਦੀਆਂ ਵਾ, ਉਹਨਾਂ ਦੇ ਥੱਲੇ ਹੋਰ ਆ। ਹਰ ਕੋਈ ਬੰਦਾ ਜਿਹੜਾ ਇਸ ਇੱਕ ਅਗਿਆਨਤਾ ਤੇ ਇੱਕ ਆਪਣੇ ਮਤਲਬਾਂ ਦੇ ਵਿੱਚ ਫਸਿਆ ਹੋਇਆ ਹੋਣ ਕਰਕੇ ਛੱਡਣ ਨੂੰ ਤਿਆਰ ਨਹੀਂ। ਤਾਂ ਜਿੱਥੋਂ ਤੱਕ ਗੱਲ ਆਪ ਜੀ ਨੇ ਸ਼ੁਰੂ ਕੀਤੀ ਸੀ ਕਿ ਗੁਰੂ ਸਾਹਿਬਾਂ ਨੇ ਹੋਰ ਕੀ ਉਪਰਾਲੇ ਕੀਤੇ, ਸਤੀ ਪ੍ਰਥਾ ਦੀ ਗੱਲ ਡਾਕਟਰ ਸਾਹਿਬ ਨੇ ਬੜੀ ਸੋਹਣੀ ਕੀਤੀ ਗੁਰਬਾਣੀ ਤੋਂ ਉਦਾਹਰਨਾਂ ਦੇ ਕੇ। ਸਤਿਗੁਰੂ ਸਾਹਿਬ ਜੀ ਨੇ ਜਿੱਥੇ ਪ੍ਰਚਾਰ ਕੀਤਾ, ਲੋਕਾਂ ਨੂੰ ਜਾਗਰੂਕ ਕੀਤਾ, ਉੱਥੇ ਕਿਉਂਕਿ ਇਕੱਲੇ ਗਿਆਨ ਨਾਲ ਨਹੀਂ ਗੱਲ ਬਣਦੀ, ਜਦੋਂ ਤੱਕ ਕੋਈ ਸ਼ਕਤੀ ਨਾ ਹੋਵੇ। ਉਹਨਾਂ ਨੇ ਅਕਬਰ ਨੂੰ ਕਹਿ ਕੇ ਤੇ ਜ਼ਬਰਦਸਤੀ ਸਤੀ ਪ੍ਰਥਾ ਤੇ ਰੋਕ ਲਵਾਈ ਸੀ। ਇਹ ਇੱਕ ਬਹੁਤ ਵੱਡੀ ਗੱਲ ਸੀਗੀ। ਤੇ ਇਸੇ ਤਰ੍ਹਾਂ ਹੀ ਜਿੱਦਾਂ ਅੰਗਰੇਜ਼ਾਂ ਦੇ ਵੇਲੇ ਜਿਹੜਾ ਬਨਾਰਸ ਦੇ ਵਿੱਚ ਉਹ ਗੰਗਾ ਦੇ ਕਰਲਵੱਤਰ ਸੀਗਾ, ਜਿਹਦੇ ਨਾਲ ਲੋਕ ਮਰ ਜਾਂਦੇ ਸੀਗੇ ਚੀਰ ਕੇ, ਤੇ ਕਹਿੰਦੇ ਮੁਕਤੀ ਮਿਲੂਗੀ, ਉਹ ਹਟਾਇਆ ਗਿਆ ਸੀਗਾ। ਤੋ ਇਹ ਕਈ ਗੱਲਾਂ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦੀਆਂ ਕੀਤੀਆਂ। ਫਿਰ ਲੰਗਰ ਪ੍ਰਥਾ ਦਾ ਤੇ ਆਪਾਂ ਜ਼ਿਕਰ ਬਹੁਤ ਚੰਗੀ ਤਰ੍ਹਾਂ ਕਰ ਚੁੱਕੇ ਹਾਂ। ਪ੍ਰਚਾਰਕ ਫਿਰ ਜਿਹੜੀ ਸਤੀ ਪ੍ਰਥਾ ਖਤਮ ਕੀਤੀ,
ਉਹਨਾਂ ਨੇ ਜਿਹੜਾ ਲੰਗਰ ਦੇ ਵਿੱਚ ਪਹਿਲੇ ਪੰਗਤ ਪਾਤਸ਼ਾਹ ਸੰਗਤ ਅੱਜ ਵੀ ਉਹ ਜਿਹੜੀਆਂ ਜਿੱਥੇ ਗੁਰੂ ਸਾਹਿਬਾਂ ਦੇ ਸਥਾਨ ਨੇ ਕਿਸੇ ਨੂੰ ਜਾਤ ਪਾਤ ਨਹੀਂ ਪੁੱਛੀ ਜਾਂਦੀ, ਹਰ ਕੋਈ ਬੰਦਾ ਆ ਕੇ ਤੇ ਲੰਗਰ ਦੇ ਵਿੱਚ ਬਹਿ ਕੇ ਛਕ ਸਕਦਾ, ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦਾ। ਇਹ ਤੇ ਜਿਹੜੇ ਬਾਕੀ ਸਾਰੇ ਗੁਰੂ ਸਾਹਿਬਾਨ ਜੀ ਨੇ ਇਹਨਾਂ ਤੇ ਪੂਰਨੇ ਪਾਏ, ਪਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਜਿਹੜੀ ਕਮਾਲ ਕੀਤੀ ਉਹ ਪਹਿਲੇ ਆਪਾਂ ਥੋੜਾ ਜਿਹਾ ਜ਼ਿਕਰ ਕਰ ਚੁੱਕੇ ਸੀਗੇ, ਕਿਉਂਕਿ ਉਹ ਸਰੀਰਕ ਰੂਪ ਦੇ ਵਿੱਚ ਸਾਡੇ ਆਖਰੀ ਸਤਿਗੁਰੂ ਜੀ ਸੀਗੇ ਤੇ ਉਹਨਾਂ ਨੇ ਇਹੋ ਜਿਹਾ ਕਰ ਦਿੱਤਾ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਵੀ ਉਹਨਾਂ ਨੂੰ ਜਿਹੜੇ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਮਜ਼ਹਬਾਂ ਦੇ ਵੱਖਰੀਆਂ ਜਾਤਾਂ ਬਰਾਦਰੀਆਂ ਦੇ ਵਿੱਚੋਂ ਸੀ, ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਜਦੋਂ ਅੰਮ੍ਰਿਤ ਛਕਾਇਆ ਤੇ ਫਿਰ ਉਹਨਾਂ ਦਾ ਹੀ ਅੰਮ੍ਰਿਤ ਜਿਹੜਾ ਉਹਨਾਂ ਕੋਲੋਂ ਆਪ ਮੰਗ ਕੇ ਲਿਆ। ਇਹ ਬਹੁਤ ਵੱਡੀ ਗੱਲ ਸੀਗੀ ਗੁਰੂ ਸਾਹਿਬ ਜੀ ਦੇ ਜਿਹੜੀ ਮਨੁੱਖਤਾ ਦੇ ਭਲੇ ਦੇ ਵਾਸਤੇ। ਤਾਂ ਸਤਿਗੁਰੂ ਸਾਹਿਬ ਜੀ ਨੇ ਤੇ ਸਾਡੇ ਤੇ ਬੜੀਆਂ ਕਿਰਪਾ ਕੀਤੀਆਂ ਨੇ ਤੇ ਸਮੁੱਚੀ ਮਾਨਵਤਾ ਨੂੰ ਇਹ ਸਮਝ ਲੈਣਾ ਚਾਹੀਦਾ, ਜਿਨ੍ਹਾਂ ਦਾ ਗੱਲਾਂ ਦਾ ਜ਼ਿਕਰ ਡਾਕਟਰ ਸਾਹਿਬ ਜੀ ਨੇ ਵੀ ਆਪ ਜੀ ਨੇ ਵੀ ਪਹਿਲੇ ਕੀਤਾ ਆ, ਕਿ ਜਦੋਂ ਤੱਕ ਅਸੀਂ ਜਿਹੜੇ ਨੀਚ ਅਖਵਾਉਣ ਵਾਲੇ ਜਾਂ ਸ਼ੂਦਰ ਅਖਵਾਏ ਜਾਣ ਵਾਲੇ ਆ, ਜਦੋਂ ਤੱਕ ਅਸੀਂ ਆਪਣੇ ਆਪ ਦੇ ਅੰਦਰ ਸਵੈਮਾਨ ਨਹੀਂ ਲਿਆਉਂਦੇ ਉਦੋਂ ਤੱਕ ਇਹਦੇ ਤੇ ਕੋਈ ਬਹੁਤਾ ਅਸਰ ਨਹੀਂ ਹੋਣਾ। ਜਿਹੜੀ ਗੱਲ ਹੈਗੀ ਸੀਗੀ ਭਈ ਕਸੂਰਵਾਰ ਏਦਾਂ ਆ ਭਈ ਜਿਹਦੇ ਹੱਥ 'ਚ ਸ਼ਕਤੀ ਹੁੰਦੀ ਆ ਉਹ ਉਹੋ ਹੀ ਹੁੰਦਾ ਆ, ਜਿੱਦਾਂ ਕ੍ਰਿਸ਼ਨ ਜੀ ਦਾ ਜ਼ਿਕਰ ਡਾਕਟਰ ਸਾਹਿਬ ਜੀ ਨੇ ਕੀਤਾ ਆ। ਉਹ ਇਸ ਕਰਕੇ ਉਹਨਾਂ ਨੂੰ, ਕਿਉਂਕਿ ਉਹਨਾਂ ਦੇ ਕੋਲ ਰਾਜ ਭਾਗ ਵੀ ਸੀਗਾ। ਗੁਰਬਾਣੀ 'ਚ ਲਿਖਿਆ ਹੋਇਆ ਕਿ ਜੁਗਾ ਜੁਗਾ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ। ਅੱਜ ਜੇ ਸਿੱਖੀ ਦਾ ਨੁਕਸਾਨ ਕਰਨ ਵਾਲਿਆਂ ਦੀ ਗਿਣਤੀ ਹਰ ਪੱਖ ਤੋਂ ਰਾਜਨੀਤਿਕ ਸਮਾਜਿਕ ਜੇ ਦੇਖਿਆ ਜਾਏ ਤੇ ਮੇਰੇ ਖਿਆਲ ਦੇ ਵਿੱਚ ਵੀ ਬਾਦਲ ਪਰਿਵਾਰ ਤੋਂ ਵੱਧ ਕੋਈ ਨਹੀਂ ਆ, ਤੇ ਉਹਨੂੰ ਫਖਰੇ ਕੌਮ ਦਾ ਮਾਣ ਜਿਹੜਾ ਦਿੱਤਾ ਗਿਆ ਸਿਰਫ ਇਸੇ ਕਰਕੇ ਕਿ ਉਹ ਰਾਜਾ ਆ। ਥੈਂਕ ਯੂ। ਤੇ ਇਸੇ ਤਰ੍ਹਾਂ ਹੁਣ ਦੇਖੋ ਸਾਡੀ ਜਿਹੜੀ ਵਿਦਿਆ ਦੀ ਪ੍ਰਣਾਲੀ ਹੈ, ਜਿਹੜੀ ਕਿ ਬਰੋਬਰਤਾ ਪੈਦਾ ਕਰਦੀ ਹੈ, ਵਿਦਿਆ ਦੀ ਪ੍ਰਣਾਲੀ, ਹਾਂਜੀ, ਉਹ ਬੜੀ ਕਮਜ਼ੋਰ ਹੈ। ਨਾ ਤੇ ਸਾਡੇ ਗੁਰਦੁਆਰੇ ਕਰ ਰਹੇ ਨੇ ਪ੍ਰਚਾਰ ਵਿਦਿਆ ਦਾ, ਵੀ ਲੋਕਾਂ ਨੂੰ ਸਿਖਾਇਆ ਜਾਵੇ, ਐਜੂਕੇਸ਼ਨ ਦਿੱਤੀ ਜਾਵੇ, ਤੇ ਨਾ ਸਾਡੇ ਸਕੂਲ ਹੀ ਹੈ, ਕਿਉਂਕਿ ਉਹ ਵੀ ਪ੍ਰਾਈਵੇਟਾਈਜ਼ ਹੋ ਗਏ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਗਈਆਂ। ਦੇਖੋ ਹੁਣ ਆਹ ਸੇਕਰਡ ਹਾਰਟ ਸਕੂਲ ਹੋ ਗਿਆ, ਫਲਾਨਾ ਹੋ ਗਿਆ, ਉੱਥੇ ਭੇਜੀ ਜਾਂਦੇ ਲੋਕ। ਆਪਣੇ ਜਿਹੜੇ ਸਕੂਲ ਨੇ ਉਹਨਾਂ ਨੂੰ ਕੋਈ ਪੁੱਛਦਾ ਦੱਸਦਾ ਨਹੀਂ, ਉੱਥੇ ਜੇ ਕੋਈ ਸਕੂਲ ਟੀਚਰ ਵੀ ਨਹੀਂ ਹੈ ਪੜ੍ਹਾਉਣ ਦੇ ਲਈ। ਸੋ ਜਿਹੜੀਆਂ ਚੀਜ਼ਾਂ ਮਤਲਬ ਸਾਨੂੰ ਜਿਹੜੀਆਂ ਸਾਡੇ ਦਿਮਾਗ ਨੂੰ ਗਾਂ ਲੌਜਿਕ ਨੂੰ ਕ੍ਰੀਏਟ ਕਰ ਰਹੀਆਂ ਨੇ, ਉਹਨਾਂ ਦਾ ਜਿਹੜਾ ਪ੍ਰਚਾਰ ਹੈ ਉਹ ਨਹੀਂ ਹੋ ਰਿਹਾ, ਕਿਉਂਕਿ ਚੀਜ਼ਾਂ ਕਿਉਂ ਖਤਮ ਹੋ ਗਈਆਂ ਨੇ ਤੇ ਕਿਉਂ ਇਹਨਾਂ ਪਾਸਿਓਂ ਅਸੀਂ ਅਵੇਸਲੇ ਹੋ ਗਏ ਆ। ਕੀ ਖਿਆਲ ਹੈ ਆਪਣੇ ਡਾਕਟਰ ਕੁਲਵਿੰਦਰ ਸਿੰਘ ਜੀ, ਕਿਉਂ ਇਸ ਵੱਲੋਂ ਅਵੇਸਲੇ ਹੋ ਗਏ ਆ? ਹਾਂਜੀ ਸਰ ਦੇਖੋ ਵਿਸ਼ਾ ਤੇ ਬਹੁਤ ਵਿਸ਼ਾਲ ਹੈ। ਇਹ ਜਿਹੜਾ ਹੈ ਇਹਦੇ ਵਿੱਚ ਮੇਨ ਜਿਹੜਾ ਮੁੱਦਾ ਆ ਜਾਂਦਾ ਹੈ ਕਿ ਜਦੋਂ ਇੱਕ ਕਿਸੇ ਵੀ ਗਰੁੱਪ ਨੂੰ ਦੂਸਰਾ ਗਰੁੱਪ ਜਦੋਂ ਉਹਨੂੰ ਕੰਡੈਮ ਕਰਦਾ ਹੈ ਨਾ, ਉਹਨੂੰ ਪਿੱਛੇ ਸੁੱਟਦਾ ਹੈ। ਜਿੱਦਾਂ ਗੁਰਦੁਆਰੇ ਅਲੱਗ-ਅਲੱਗ ਧਰਮਾਂ ਦੇ ਬਣ ਗਏ, ਅਲੱਗ-ਅਲੱਗ ਧਰਮਾਂ ਦੇ ਗੁਰਦੁਆਰੇ ਬਣਨ ਕਰਕੇ, ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਬਾਬਾ ਜੀ ਨੇ ਕਿਹਾ ਸੀ ਕਿ ਸਾਡੇ ਅੰਦਰ ਅਗਰ ਕੰਪੀਟੀਸ਼ਨ ਹੈ ਤੇ ਉਹ ਨੈਗੇਟਿਵ ਕੰਪੀਟੀਸ਼ਨ ਹੀ ਹੋਣਾ ਚਾਹੀਦਾ, ਪੋਜ਼ਿਟਿਵ ਕੰਪੀਟੀਸ਼ਨ ਹੋਣਾ ਚਾਹੀਦਾ। ਅਸੀਂ ਕੀ ਕਰਦੇ ਹਾਂ, ਜਿਸ ਤਰ੍ਹਾਂ ਪਿਛਲੀਆਂ ਡਿਸਕਸ਼ਨ ਦੇ ਵਿੱਚ ਵਿਚਾਰ ਹੋਇਆ ਸੀ, ਤੇ ਉੱਥੇ ਕੀ ਇੱਕ ਆਇਆ ਸੀ ਵਿਚਾਰ ਵੀ ਜਿਹੜੇ ਵੀ ਪ੍ਰੋਫੈਟ ਹੋਏ ਨੇ, ਜਿਹੜੇ ਸਪਿਰਿਚੁਅਲ ਬੰਦੇ ਨੇ, ਉਹ ਮਨੁੱਖਤਾ ਨੂੰ ਜੋੜ ਕੇ ਲੋਕਾਂ ਦੇ ਦਿਨਾਂ ਦੇ ਰਾਜ ਕਰਦੇ ਆ, ਲੇਕਿਨ ਜਿਹੜਾ ਸੰਸਾਰੀ ਬੰਦਾ ਹੈ ਉਹ ਲੋਕਾਂ ਨੂੰ ਡਿਵਾਈਡ ਕਰਕੇ ਰਾਜ ਕਰਦਾ ਹੈ। ਸੋ ਜਿਸ ਤਰ੍ਹਾਂ ਡਾਕਟਰ ਸਾਹਿਬ ਆਪ ਜੀ ਨੇ ਹੁਣ ਸਵਾਲ ਕੀਤਾ ਸੀ ਕਿ ਜਿਹੜੇ ਕਬੀਰ ਪੰਥੀ, ਰਵਿਦਾਸੀਏ ਜਾਂ ਇਹ ਜਿੰਨੇ ਨੇ, ਇਹਨਾਂ ਨੂੰ ਗੁਰੂ ਸਾਹਿਬਾਨ ਨੇ ਤੇ ਬਰਾਬਰ ਦਾ ਦਰਜਾ ਦਿੱਤਾ, ਲੇਕਿਨ ਇਹ ਵੱਖਰੇ ਹੋਈ ਜਾ ਰਹੇ ਨੇ। ਉਹਦੇ ਵਿੱਚ ਉਹੀ ਇਸ਼ੂ ਆਉਂਦਾ ਹੈ ਕਿ ਕਿਉਂਕਿ ਜਦੋਂ ਸਿੱਖ ਜਗਤ ਦੀਆਂ ਕੁਝ ਥਾਵਾਂ ਤੇ ਉਹਨਾਂ ਨਾਲ ਵਿਤਕਰਾ ਹੁੰਦਾ ਹੈ, ਬਜਾਏ ਕਿ ਉਸ ਵਿਤਕਰੇ ਦੇ ਨਾਲ ਲੜਿਆ ਜਾਵੇ, ਤੇ ਜਿਹੜੇ ਕੁਝ ਲੋਕ ਉਹਨਾਂ ਚੋਂ ਤਾਕਤ ਦੇ ਪੁਜਾਰੀ ਹੁੰਦੇ ਨੇ ਨਾ, ਜਿੱਦਾਂ ਪ੍ਰਿੰਸੀਪਲ ਸਾਹਿਬ ਨੇ ਕਿਹਾ, ਫਿਰ ਕ੍ਰਿਸ਼ਨ ਜੀ ਮਹਾਰਾਜ ਦੇ ਕੋਲ ਕਿਉਂਕਿ ਤਾਕਤ ਸੀ,
ਤੇ ਉਹਨਾਂ ਨੂੰ ਸਮੇਂ ਦਾ ਅਵਤਾਰ ਮੰਨਣਾ ਪਿਆ। ਇਹ ਬੜਾ ਵਧੀਆ ਸਵਾਲ ਹੈ। ਮੇਰੇ ਮਨ 'ਚ ਕਈ ਵਾਰੀ ਆਉਂਦਾ ਹੁੰਦਾ ਹੈ ਵੀ ਇੰਨੇ ਜ਼ਿਆਦਾ ਸੰਤ ਮਹਾਂਪੁਰਖ ਸੰਸਾਰ ਤੇ ਹੋਏ, ਲੇਕਿਨ ਜਿੰਨੇ ਵੀ ਸੰਤ ਮਹਾਂਪੁਰਖ ਐਸਟੈਬਲਿਸ਼ ਹੋਏ ਨੇ, ਜੀਸਸ ਕ੍ਰਾਈਸਟ ਐਸਟੈਬਲਿਸ਼ ਹੋਏ ਹੈ ਕਿਉਂਕਿ ਉਹਨਾਂ ਨੇ ਭਗਤੀ ਦੇ ਨਾਲ ਸ਼ਹੀਦੀ ਪਾਈ ਕੌਜ਼ ਵਿੱਚ, ਜਿਹੜਾ ਆਮ ਬੰਦਾ ਨਹੀਂ ਪਾ ਸਕਦਾ। ਸੰਸਾਰ ਨੇ ਉਹਨਾਂ ਨੂੰ ਪ੍ਰੋਫਿਟ ਬਣਿਆ। ਕ੍ਰਿਸ਼ਨ ਜੀ ਮਹਾਰਾਜ ਖੁਦ ਰਾਜੇ ਸਨ, ਉਹਨਾਂ ਨੇ ਝੂਠ ਦੇ ਖਿਲਾਫ ਬੜੀਆਂ ਜੰਗਾਂ ਲੜੀਆਂ, ਤੇ ਇਸ ਕਰਕੇ ਕ੍ਰਿਸ਼ਨ ਜੀ ਮਹਾਰਾਜ ਨੂੰ ਸਮੇਂ ਦਾ ਅਵਤਾਰ ਮੰਨਿਆ ਗਿਆ, ਕਿਉਂਕਿ ਭਗਤੀ ਦੇ ਨਾਲ ਸ਼ਕਤੀ ਹੋਣੀ ਬਹੁਤ ਜ਼ਰੂਰੀ ਹੈ। ਰਾਮਚੰਦਰ ਜੀ, ਉਹਨਾਂ ਨੇ ਵੀ ਲੜਾਈਆਂ ਲੜੀਆਂ, ਲੰਕਾ ਰਾਵਣ ਨੂੰ ਹਰਾਇਆ। ਇਸੇ ਤਰ੍ਹਾਂ ਗੁਰੂ ਸਾਹਿਬਾਂ ਨੇ ਵੀ ਸੱਚ ਦੇ ਹੱਕ ਵਿੱਚ ਝੂਠ ਨੂੰ ਖਦੇੜਨ ਵਾਸਤੇ ਜੰਗਾਂ ਲੜੀਆਂ, ਤੇ ਹਮੇਸ਼ਾ ਹੀ ਉਹੀ ਸੰਤ ਮਹਾਂਪੁਰਖ ਉਭਰੇ ਨੇ ਜਿਨ੍ਹਾਂ ਨੇ ਭਗਤੀ ਦੇ ਨਾਲ ਸ਼ਕਤੀ ਨੂੰ ਵੀ ਆਪਣੇ ਦੇ ਨਾਲ ਰੱਖਿਆ ਤੇ ਉਹਨੂੰ ਪ੍ਰਗਟਾਇਆ। ਕੱਲੀ ਭਗਤੀ ਨੂੰ ਕੋਈ ਨਹੀਂ ਮੰਨਦਾ। ਹੁਣ ਦੂਜਾ ਜਿਹੜਾ ਸਵਾਲ ਹੈ ਵੈ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੱਖਵਾਦ ਕਿਉਂ ਪੈਂਦਾ? ਵੱਖਵਾਦ ਉਹੀ ਪੋਲੀਟੀਕਲ ਸੋਚ ਵਾਲੇ ਬੰਦੇ ਪਾ ਦਿੰਦੇ ਨੇ। ਉਹ ਦੇਖਦੇ ਨੇ ਵੀ ਇੱਕ ਕੌਮ ਦੇ ਨਾਲ ਵਿਤਕਰਾ ਹੋ ਰਿਹਾ ਹੈ, ਉਸ ਵਿਤਕਰੇ ਨੂੰ ਖਤਮ ਕਰਨ ਦੀ ਥਾਵੇਂ ਉਹਨੂੰ ਵਧਾ ਦਿੰਦੇ ਨੇ, ਤਾਂ ਜੋ ਇੱਕਦਮ ਜਿਹੜੇ ਲੋਕ ਸਾਡੇ ਮਗਰ ਲੱਗ ਜਾਣ ਤੇ ਉਹ ਇੱਕ ਨਵਾਂ ਵੋਟ ਬੈਂਕ ਤਿਆਰ ਕਰਨ ਵਾਸਤੇ ਹੀ ਇਹ ਫਰਕ ਪਾਏ ਜਾਂਦੇ ਨੇ। ਹਾਂ, ਉਹਦਾ ਗੱਲ ਤੁਹਾਡੀ ਠੀਕ ਹੈ ਜੀ, ਪਾਏ ਜਾਂਦੇ ਨੇ ਫਰਕ ਇਹ ਜਾਣਬੁੱਝ ਕੇ। ਪਰ ਸਵਾਲ ਇਹ ਆ ਕਿ ਬਈ ਇਹ ਜਿਹੜੇ ਫਰਕ ਨੇ ਹਮੇਸ਼ਾ ਜਿੱਥੇ ਅਸੰਖ ਜਪ ਸੰਖ ਪਾਓ, ਦੂਜੇ ਪਾਸੇ ਅਸੰਖ ਮੂਰਖੰਦ ਕੋ ਨਾਲੋਂ ਨਾਲ ਹੀ ਚੱਲਦੇ ਆਏ। ਹਾਂਜੀ, ਪਰ ਉਹ ਜਿਹੜਾ ਸਾਡੇ ਜਿਹੜਾ ਸਮਾਜਿਕ ਜਿਹਨੂੰ ਚਾਹੀਦਾ ਕਿ ਉਹ ਜਿਹੜੀ ਆ ਇਹ ਚੀਜ਼ਾਂ ਦੀ ਵਿਰੋਧਤਾ ਦੇ ਲਈ ਜਾਂ ਇਹਨਾਂ ਤੋਂ ਦੂਰ ਕਰਨ ਦੇ ਲਈ ਸਾਨੂੰ ਦੂਜਾ ਹਿੱਸਾ ਜਿਹੜਾ ਉਹਨੂੰ ਸਟਰੋਂਗ ਕੀਤਾ ਜਾਵੇ, ਵਿਦਿਆ ਦਾ ਕੇਂਦਰ ਸਾਡੇ ਗੁਰਦੁਆਰਿਆਂ ਰਾਹੀਂ ਜਾਂ ਸਾਡੇ ਘਰਾਂ ਦੇ ਰਾਹੀਂ ਜਾਂ ਸਾਡੇ ਆਲੇ ਦੁਆਲੇ ਦੇ ਰਾਹੀਂ, ਉਧਰ ਕਿਉਂ ਨਹੀਂ ਜ਼ੋਰ ਦਿੱਤਾ ਜਾ ਰਿਹਾ? ਬਜਾਏ ਇਹਦੇ ਕਿ ਬਈ ਪਾਠ ਤੇ ਪਾਠ ਕਰੀ ਜਾਓ ਤੇ ਕੀਰਤਨ ਕਰੀ ਜਾਓ, ਪਰ ਜਿਹੜਾ ਪੜ੍ਹਾਈ ਲਿਖਾਈ ਦਾ ਜਾਂ ਵਿਚਾਰ ਦਾ ਜਿਵੇਂ ਆਪਾਂ ਗੱਲਾਂ ਕਰ ਰਹੇ ਹਾਂ ਜਾਂ ਗੁਰ ਇਤਿਹਾਸ, ਇਹਨਾਂ ਪਾਸ ਕਿਉਂ ਨਹੀਂ ਦਿੱਤਾ ਜਾਂਦਾ ਹੈ? ਇਹਨੂੰ ਸੋ ਕਹਿੰਦੇ ਨੇ ਇਹ ਤਾਂ ਝੂਠੀਆਂ ਮੂਠੀਆਂ ਗੱਲਾਂ ਨੇ, ਇਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ ਹੈ। ਕਈ ਲੋਕ ਇਹ ਵੀ ਕਹਿੰਦੇ ਨੇ। ਹਾਂਜੀ ਸਰ, ਇਹ ਸਰ ਮੇਰੇ ਖਿਆਲ ਮੁਤਾਬਕ ਹੈ ਵੈ ਵੀ ਜਿਸ ਤਰ੍ਹਾਂ ਹਰ ਥਾਂ ਤੇ ਚਾਹੇ ਗੁਰਦੁਆਰਾ ਨੇ ਚਾਹੇ ਮੰਦਿਰ ਨੇ, ਜਿਹੜੇ ਪ੍ਰਬੰਧਕ ਜੇ ਮੈਨੇਜਮੈਂਟ ਕਮੇਟੀ ਹੈ ਉਹਦੇ ਵਿੱਚ ਪੋਲੀਟੀਕਲ ਬੰਦੇ ਕਾਬਜ ਨੇ। ਜਦੋਂ ਪੋਲੀਟੀਕਲ ਬੰਦੇ ਕਾਬਜ ਹੋ ਜਾਂਦੇ ਨੇ, ਧਰਮ ਉਹਨਾਂ ਦਾ ਆਮ ਤੌਰ ਤੇ ਮੋਟਿਵ ਹੀ ਨਹੀਂ ਹੁੰਦਾ। ਉਹਨਾਂ ਦਾ ਮੋਟਿਵ ਉਹਦੇ ਵਿੱਚੋਂ ਕੇਵਲ ਤੇ ਕੇਵਲ ਆਪਣੀ ਪੋਲੀਟੀਕਲ ਮਾਈਲੇਜ ਕੱਢਣੀ ਹੁੰਦੀ ਹੈ। ਰਾਈਟ, ਧਰਮ ਦੀ ਤਾਂ ਸਟੱਡੀ ਨਹੀਂ ਕਰਦੇ, ਸੋ ਉਹ ਜੋੜਨ ਦੀ ਗੱਲ ਕਿੱਥੋਂ ਕਰਨਗੇ? ਉਹ ਤਾਂ ਹਮੇਸ਼ਾ ਉਹ ਗੱਲ ਕਰਨਗੇ ਜਿਹਦੇ ਵਿੱਚ ਸਿਰਫ ਉਹਨਾਂ ਦਾ ਆਪਣਾ ਮਕਸਦ ਹੱਲ ਹੁੰਦਾ ਹੋਵੇ। ਨਹੀਂ, ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਪਰ ਉਸ ਦੇ ਇਲਾਵਾ ਫਿਰ ਵੀ ਹਾਂਜੀ ਹਰ ਇੱਕ ਜਗ੍ਹਾ ਇਸੇ ਤਰ੍ਹਾਂ ਹੀ ਆ, ਚਾਹੇ ਕ੍ਰਿਸਚੀਅਨਿਟੀ ਦੇਖ ਲਓ ਚਾਹੇ ਦੂਜੇ, ਪਰ ਫਿਰ ਵੀ ਉਹਨਾਂ ਦਾ ਜਿਹੜਾ ਉਹ ਕੰਪੋਨੈਂਟ ਆ, ਉਹ ਜਿਹੜਾ ਹਿੱਸਾ ਜੇ ਆਪਣੀ ਡਿਊਟੀ ਸਮਝਦਾ ਕਿ ਬਈ ਅਸੀਂ ਧਾਰਮਿਕ ਚੀਜ਼ਾਂ ਧਾਰਮਿਕ ਤਰੀਕੇ ਅਨੁਸਾਰ ਕਰੀਏ, ਉਹ ਉਹਨਾਂ ਤੋਂ ਦੂਰ ਰਹਿੰਦੇ ਨੇ ਜਾਂ ਉਹਨਾਂ ਦੇ ਬਜਾਏ ਵਿਰੋਧਤਾ ਦੇ ਵਿੱਚ ਪੈਣ ਦੇ ਉਹ ਆਪਣਾ ਜਿਹੜਾ ਕੰਮ ਹੈ ਉਸੇ ਤਰ੍ਹਾਂ ਹੀ ਰੱਖਦੇ ਨੇ ਚਾਲੂ, ਛੋਟੇ ਲੈਵਲ ਤੇ ਵੱਡੇ ਲੈਵਲ ਤੇ, ਤਾਂ ਕਿ ਉਹ ਨਵੀਂ ਪਨੀਰੀ ਜਿਹੜੀ ਹੈ ਪੈਦਾ ਹੋ ਰਹੀ ਹੈ ਉਸ ਨੂੰ ਸਟਰੋਂਗ ਕੀਤਾ ਜਾ ਸਕੇ। ਕਿਉਂਕਿ ਹੌਲੀ ਹੌਲੀ ਵਿਰੋਧਤਾ ਕਰਨ ਦੇ ਵਿੱਚ ਇੱਕ ਦੂਜੇ ਨੂੰ ਬੁਰਾ ਭਲਾ ਕਹਿਣ ਦਾ ਯੂ ਅਚੀਵ ਨਥਿੰਗ। ਬਿਲਕੁਲ ਹੈ ਤੇ ਤੁਸੀਂ 50 ਬੰਦੇ 100 ਤਿਆਰ ਕਰਦੇ ਪੜ੍ਹੇ ਲਿਖੇ, ਜਿਹੜੇ ਕਿ ਫਿਰ ਪ੍ਰੋਪਰ ਪੋਜੀਸ਼ਨ ਹਾਸਲ ਕਰ ਸਕਣਗੇ ਇਨ ਡਿਊ ਕੋਰਸ ਆਫ ਟਾਈਮ, ਇਸ ਸਮਾਜ ਦੇ ਵਿੱਚ ਜਿਹੜੀ ਹੈਗੀ ਆ ਚੰਗਿਆਈ ਵੱਧਦੀ ਜਾਏਗੀ। ਪਰ ਇਹ ਕਿਉਂ ਨਹੀਂ ਹੋ ਰਿਹਾ? ਹਾਂਜੀ ਸਰ, ਇੱਕ ਨਾ ਇੱਕ ਉਹ ਹੈਗਾ ਵੀ ਉਹ ਕਹਿੰਦੇ ਏ ਫੂਲ ਕੈਨ ਥਰੋ ਏ ਪੈਬਲ ਇਨ ਏ ਪੌਂਡ। ਇੱਕ ਮੂਰਖ ਬੰਦੇ ਲਈ ਬੜਾ ਸੌਖਾ ਕੰਮ ਹੈ ਵੀ ਇੱਕ ਪੱਥਰ ਚੁੱਕਿਆ ਤੇ ਛੱਪੜ ਸੁੱਟਤਾ। ਹਾਂਜੀ, ਬਟ 100 ਵਾਈਜ਼ ਮੈਨ ਕੈਨੋਟ ਬ੍ਰਿੰਗ ਦੈਟ ਆਊਟ। ਵਿਗਾੜ ਜੋ ਸੰਸਾਰ ਦੇ ਵਿੱਚ ਪਾਣਾ ਬਹੁਤ ਸੌਖਾ ਹੈ ਤੇ ਉਹਨੂੰ ਸਵਾਰਨਾ ਬਹੁਤ ਔਖਾ ਹੈ। ਦੂਜਾ ਕਾਰਨ ਕੀ ਹੋ ਜਾਂਦਾ ਹੈ? ਰਿਸੋਰਸਿਸ। ਕਿ ਜਿਹੜੇ ਬੰਦੇ ਜਦੋਂ ਜਿਹੜੇ ਪ੍ਰਚਾਰ ਵਾਲੇ ਪਾਸੇ ਲੱਗੇ ਨੇ, ਸੁਧਾਰ ਵਾਲੇ ਪਾਸੇ ਲੱਗੇ ਨੇ, ਉਹਨਾਂ ਦੇ ਕੋਲ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ, ਇਕੱਠੇ ਹੋਣਾ ਘੱਟ ਹੈ, ਉਹਨਾਂ ਕੋਲ ਰਿਸੋਰਸਿਸ ਬੜੇ ਘੱਟ ਹੈ। ਉਦਾਹਰਨ ਤੌਰ ਤੇ ਹੁਣ ਦੇਖੋ ਪੋਲੀਟੀਕਲ ਹੈ, ਪੋਲੀਟੀਕਲ ਜਿਹੜਾ ਬੰਦਾ ਪੋਲੀਟੀਕਲੀ ਐਸਟੈਬਲਿਸ਼ਡ ਹੈ, ਉਹਦੇ ਕੋਲ ਕੋਈ ਗੌਰਮੈਂਟ ਦਾ ਕੰਟਰੋਲ ਹੈ ਤੇ ਉੱਥੋਂ ਦੇ ਜਿਹੜੇ ਬਜਟ ਨੇ ਲੱਖਾਂ ਕਰੋੜਾਂ ਚ ਨੇ, ਐਨੇ ਟ੍ਰਿਲੀਅਨ। ਉਹਦੇ ਕੋਈ ਸ਼ੱਕ ਨਹੀਂ, ਤੁਹਾਡੀ ਗੱਲ ਮੈਂ ਸਮਝਦਾ,
ਪਰ ਦੇਖੋ ਨਾ ਗੁਰੂ ਨਾਨਕ ਸਾਹਿਬ ਦੇ ਮੌਕੇ ਵੀ ਤਾਂ ਹਿੰਦੂ ਰਾਜੇ ਵੀ ਸੀਗੇ, ਮੁਸਲਮਾਨ ਵੀ ਜ਼ਗੀਰਦਾਰ ਸੀਗੇ ਸਾਰੇ। ਉਹਨਾਂ ਦੀ ਕਿੰਨੀ ਵਿਰੋਧਤਾ ਹੋ ਰਹੀ ਸੀ ਸਾਰਿਆਂ ਥਾਵਾਂ ਤੇ, ਸਾਰੇ ਗੁਰੂਆਂ ਦੇ ਮੌਕੇ ਤੇ, ਪਰ ਉਹ ਫਿਰ ਵੀ ਆਪਣਾ ਜਿਹੜਾ ਮਿਸ਼ਨ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਗਾਂਹ ਵਧਾਉਂਦੇ ਰਹੇ ਨੇ। What's the secret there? Why can't we get insight from there and move on? ਬਜਾਏ ਅਸੀਂ ਕਿਵੇਂ ਦੂਜੇ ਲੋਕ ਨੇ ਉਹਨਾਂ ਦੇ। ਹਾਂਜੀ ਠੀਕ ਸਰ, ਇਹ ਬੜਾ ਤੁਹਾਡਾ ਡੀਪ ਕੁਐਸਚਨ ਹੈ ਸਰ। ਇਹਦੇ ਵਿੱਚ ਦੋ ਹੀ ਗੱਲਾਂ ਹੈ, ਹਰ ਚੀਜ਼ ਦਾ ਜਿਹੜਾ ਅਸਰ ਹੁੰਦਾ ਉਹਦੇ ਲਈ ਪਾਵਰ ਜ਼ਰੂਰ ਚਾਹੀਦੀ ਹੁੰਦੀ ਹੈ, ਲੌਜਿਕ ਐਂਡ ਪਾਵਰ। ਗੁਰੂ ਨਾਨਕ ਸਾਹਿਬ ਦੇ ਕੋਲ ਸਪਿਰਿਚੁਅਲ ਪਾਵਰ ਸੀ, ਜਾਂ ਤੇ ਸਾਡੇ ਕੋਲ ਧਰਮ ਦੀ ਪਾਵਰ ਹੋਣੀ ਚਾਹੀਦੀ ਹੈ ਜਾਂ ਸਪਿਰਿਚੁਅਲ ਪਾਵਰ ਹੋਣੀ ਚਾਹੀਦੀ ਹੈ, ਕਿਉਂਕਿ ਪਾਵਰ ਤੋਂ ਬਿਨਾਂ ਕੋਈ ਤੁਹਾਡੇ ਮਗਰ ਨਹੀਂ ਲੱਗਦਾ। ਜਦੋਂ ਤੁਸੀਂ ਇੱਕ ਮਾਰਵਲਸ ਕੰਮ ਕਰਨਾ ਹੈ, ਤੁਸੀਂ ਇੱਕ ਜਿਹੜਾ ਬੜਾ ਵੱਡਾ ਕੰਮ ਕਰਨਾ ਹੈ, ਜਿਹਨੂੰ ਕਹਿੰਦੇ ਨਾ ਮਿਰੇਕਲਸ ਕੰਮ ਕਰਨਾ ਹੈ, ਤੇ ਉਹਦੇ ਲਈ ਜਾਂ ਸਪਿਰਿਚੁਅਲ ਪਾਵਰ ਬਹੁਤ ਚਾਹੀਦੀ ਹੈ, ਤੇ ਜਾਂ ਜਿੱਦਾਂ ਇੱਕ ਸ਼ਲੋਕ ਆਉਂਦਾ ਹੈ ਭਈ ਯਤੋ ਕ੍ਰਿਸ਼ਨ ਤਤੋ ਧਰਮ, ਜੇ ਕ੍ਰਿਸ਼ਨ ਹੈ ਤੇ ਧਰਮ ਹੈ, ਤੇ ਯਤੋ ਧਰਮ ਤਤੋ ਜਿਹੜੀ ਰਾਜ ਵੀ ਜੇ ਧਰਮ ਹੈ ਤੇ ਰਾਜ ਦਾ ਫਾਇਦਾ ਨਹੀਂ ਤੇ ਰਾਜ ਦਾ ਕੋਈ ਫਾਇਦਾ ਨਹੀਂ। ਉਹ ਜਿਹੜਾ ਪਿੱਛੇ ਸ਼ਲੋਕ ਪੜਿਆ ਸੀ ਵੀ ਰਾਜ ਬਿਨਾ ਨੈ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਸੋ ਤਾਕਤ ਦੀ ਜ਼ਰੂਰਤ ਹੈਗੀ ਹੈ, ਜਾਂ ਸਪਿਰਿਚੁਅਲ ਪਾਵਰ ਚਾਹੀਦੀ ਗੁਰੂ ਨਾਨਕ ਸਾਹਿਬ ਵਾਂਗੂ ਬੰਦੇ ਕੋਲ ਜਿੰਨੇ ਕੋਈ ਵਾਕਿਆ ਮਿਰੇਕਲਸ ਕੰਮ ਕਰਨਾ ਹੈ, ਤੇ ਜਾਂ ਉਹਦੇ ਕੋਲ ਪੋਲੀਟੀਕਲ ਪਾਵਰ ਚਾਹੀਦੀ ਹੈ। ਪਾਵਰ ਤੋਂ ਬਿਨਾਂ ਮਹਾਰਾਜ ਨੇ ਗੱਦੀ ਦਿੱਤੀ ਹੈ, ਗ੍ਰੰਥ ਤੇ ਪੰਥ ਨੂੰ ਦਿੱਤੀ ਹੈ, ਨਾ ਕਿ ਇਕੱਲੇ ਗ੍ਰੰਥ ਦਿੱਤੀ ਹੈ। ਬਿਲਕੁਲ ਜੀ, ਜਿਹੜਾ ਸ਼ਾਸਤਰ ਆ ਉਹਦੇ ਲਈ ਸ਼ਾਸਤਰ ਵੀ ਚਾਹੀਦਾ, ਤੇ ਜਿਹੜਾ ਸ਼ਾਸਤਰ ਆ ਉਹਦੇ ਲਈ ਸ਼ਾਸਤਰ ਨਹੀਂ ਤੇ ਫਿਰ ਉਹ ਟਾਇਰੈਂਟ ਬਣ ਜਾਂਦਾ। ਤਾਂ ਹੀ ਸੰਤ ਸਭਾ ਦੀ ਕਨਸੈਪਟ ਆਈ ਨਾ ਸਾਡੇ ਵਿੱਚ। ਗੁਰੂ ਗ੍ਰੰਥ ਸਾਹਿਬ ਸੰਤ ਰੂਪ ਹੈ, ਜਿਹੜੀ ਮਨੁੱਖਤਾ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਜਿਹੜਾ ਪੰਥ ਹੈ ਉਹ ਹੈਗਾ ਸੰਗਤ ਰੂਪ ਜਿਹੜੀ ਹੈਗੀ ਸੰਗਤ। ਠੀਕ ਹੈ ਜੀ। ਤੇ ਗਿਆਨੀ ਧਰਮ ਸਿੰਘ ਜੀ ਤੁਸੀਂ ਦੱਸੋ ਇਸ ਪਾਸੇ ਕਿਉਂ ਸਾਡਾ ਜਿਹੜਾ ਮਿਸ਼ਨ ਹੈ, ਤੁਹਾਡਾ ਕੀ ਖਿਆਲ ਹੈ, ਇਹ ਕਿਉਂ ਨਹੀਂ ਚੱਲ ਰਿਹਾ ਬਾਵਜੂਦ ਇਸ ਦੇ ਕਿ ਵੀ ਸਾਡੇ ਗੁਰੂ ਮਹਾਰਾਜ ਨੇ ਔਖੇ ਸੌਖੇ ਹੋ ਗਏ, ਉਸ ਨੂੰ ਬਾਵਜੂਦ ਇੰਨੀ ਵਿਰੋਧਤਾ ਹੋਣ ਦੇ ਫਿਰ ਵੀ ਗਾਂਹ ਲੈ ਕੇ ਜਾਂਦੇ ਰਹੇ ਨੇ। ਹਾਂਜੀ, ਮੈਂ ਇਹ ਗੱਲ ਆਪ ਜੀ ਨਾਲ ਸਾਂਝੀ ਕਰਦਾ ਵੀ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀਆਂ ਪੰਗਤੀਆਂ ਵਾ ਨਾ ਵੀ ਰਾਜ ਬਿਨਾ ਨਾ ਧਰਮ ਚਲਾ ਹੈ, ਧਰਮ ਬਿਨਾ ਸਭ ਦਲਾ ਮਲਾ ਹੈ, ਇਹਦੇ ਚ ਕੋਈ ਸ਼ੱਕ ਨਹੀਂ ਆ ਕਿ ਜਦੋਂ ਸ਼ਕਤੀ ਨਹੀਂ ਹੁੰਦੀ ਤੇ ਉਦੋਂ ਫਿਰ ਜੋ ਕੁਝ ਹੁੰਦਾ ਅੱਜ ਜੋ ਸਾਡੇ ਨਾਲ ਜੋ ਮੁਸਲਮਾਨਾਂ ਨਾਲ ਵਾਪਰ ਰਿਹਾ ਜਾਂ ਦਲਿਤਾਂ ਨਾਲ ਉਹ ਸਾਰਿਆਂ ਦੇ ਸਾਹਮਣੇ ਆ। ਦੂਸਰੀ ਗੱਲ ਮੈਂ ਇਹਦੇ ਨਾਲ ਇਹ ਇੱਕ ਆਪਣੇ ਇਤਿਹਾਸ ਤੋਂ ਹੀ ਦੱਸਦਾ ਵਾਂ ਵੀ ਇਹਦੇ ਨਾਲੋਂ ਵੱਡੀ ਗੱਲ ਹੁੰਦੀ ਆ ਵੀ ਏਕਤਾ ਤੇ ਜਿਹੜੀ ਆਰਗੇਨਾਈਜੇਸ਼ਨ ਆ ਉਹਦਾ ਅਸਰ। ਹੁਣ ਜਦੋਂ ਸਿੱਖੀ ਸ਼ੁਰੂ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਨਾ ਤੇ ਉਦੋਂ ਆਪਣਾ ਰਾਜ ਸੀ ਤੇ ਨਾ ਹੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਆਪਣਾ ਰਾਜ ਸੀ, ਪਰ ਸਿੱਖੀ ਵੱਧਦੀ ਗਈ ਕਿਉਂਕਿ ਜਿਹੜੀ ਸਾਡੀ ਅਗਵਾਈ ਕਰਨ ਵਾਲੇ ਸੀਗੇ ਉਹ ਮਤਲਬ ਤੋਂ ਬਹੁਤ ਪਰੇ ਕੁਰਬਾਨੀ ਦਾ ਜਜ਼ਬਾ ਰੱਖ ਕੇ ਤੇ ਆਪਣਾ ਸਾਰਾ ਕੁਝ ਵਾਰ ਕੇ ਵੀ ਤੇ ਉਸ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਸੀ, ਤੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਮਾਣ ਦਿੱਤਾ ਜਿਹੜੇ ਬਿਨਾਂ ਜਾਤ ਪਾਤ ਤੋਂ ਜਿਹੜੇ ਉਸ ਮਾਰਗ ਦੇ ਪਾਂਧੀ ਬਣੇ। ਅੱਜ ਇਹਨਾਂ ਗੱਲਾਂ ਦੀ ਘਾਟ ਆ। ਅੱਜ ਗੁਰਦੁਆਰੇ ਜਿਹੜੇ ਪਿੰਡਾਂ ਦੇ ਵਿੱਚ ਵੱਖਰੇ ਰਵਿਦਾਸੀਆਂ ਦਾ ਵੱਖਰਾ, ਬਾਲਮੀਕੀਆਂ ਦਾ ਵੱਖਰਾ, ਤੇ ਜੱਟਾਂ ਦਾ ਵੱਖਰਾ, ਰਾਮਗੜੀਆਂ ਦਾ ਵੱਖਰਾ। ਇਹਦਾ ਕਾਰਨ ਕਿ ਸਾਡੀ ਐਡੀ ਵੱਡੀ ਸੰਸਥਾ ਸ਼੍ਰੋਮਣੀ ਕਮੇਟੀ ਹੋਣ ਦੇ ਬਾਵਜੂਦ ਜਿਹੜੀ ਕਿ ਇਸ ਨੂੰ ਮੈਨੇਜ ਕਰ ਸਕਦੀ ਵੀ ਹਰ ਪਿੰਡ 'ਚ ਇੱਕ ਗੁਰਦੁਆਰਾ ਹੋਏ। ਭਾਵੇਂ ਜੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ 'ਚ ਲਿਆ, ਇਹਨਾਂ ਦਾ ਵੀ ਪ੍ਰਬੰਧ ਆਪਣੇ ਹੱਥ 'ਚ ਲੈ ਸਕਦੇ ਵੀ ਗ੍ਰੰਥੀ ਅਸੀਂ ਭੇਜਾਂਗੇ, ਪ੍ਰਬੰਧ ਅਸੀਂ ਕਰਾਂਗੇ, ਤੇ ਕੋਈ ਘਾਟਾ ਤੇ ਨਹੀਂ। ਗਿਆਨੀ ਜੀ ਗੱਲ ਤੁਹਾਡੀ ਵਿਚਾਲੇ ਹੀ ਹੈ ਕਿਉਂਕਿ ਵੀ ਆਰ ਰਨਿੰਗ ਆਊਟ ਆਫ ਟਾਈਮ, ਵੀ ਵਿਲ ਕੰਟੀਨਿਊ ਦਿਸ ਨੈਕਸਟ ਸੈਸ਼ਨ। ਪਰ ਗੱਲ ਇਹ ਆ ਕਿ ਵੀ ਸਾਡੇ ਜਿਹੜੇ ਹੈਗੀਆਂ ਨੇ ਨਾ ਚੀਜ਼ਾਂ, ਹਾਂਜੀ, ਮਹਾਰਾਜ ਦੇ ਮੌਕੇ ਵੀ ਤਾਂ ਬਸੰਤ ਜਿਹੜੇ ਸੀਗੇ, ਬਸੰਤ ਚੰਗੇ ਕੰਮ ਲਈ ਸ਼ੁਰੂ ਕੀਤੇ ਸੀਗੇ ਪਰ ਉਹ ਕਰਪਟ ਹੋ ਗਏ, ਹਾਂਜੀ, ਫਿਰ ਉਹਨਾਂ ਨੂੰ ਬੰਦ ਕਰਨਾ ਪਿਆ। ਇਸ ਤਰ੍ਹਾਂ SGPC ਚੰਗੇ ਕੰਮ ਲਈ ਸ਼ੁਰੂ ਕੀਤੀ ਸੀ, ਹੁਣ ਉਹ ਕਰਪਟ ਹੋ ਗਈ। ਇਸ ਜਿਹੜੀਆਂ ਨੇ ਇਹ ਤਾਂ ਬੜੀਆਂ ਆਈਆਂ ਨੇ, ਤਾਂ ਹੀ ਉਹ ਰਾਜ ਬਦਲਦੇ ਰਹਿੰਦੇ ਨੇ ਤੇ ਸਿਸਟਮ ਬਦਲਦੇ ਰਹਿੰਦੇ ਨੇ, ਤਾਂ ਕਿ ਉਹਨਾਂ ਦੇ ਵਿੱਚ ਕੁਰੀਤੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਸੇਮਸ ਲਾਈਕ ਕਿ ਵੀ ਸਾਡੇ ਜਿਹੜੇ ਚੀਜ਼ਾਂ ਨੇ ਬਜਾਏ ਬਦਲਣ ਦੇ, ਉਹਨਾਂ ਨੂੰ ਸੈਲਫ ਰੀਨਿਊ ਕਰਨ ਦੇ,
ਇੱਕ ਕਿਸਮ ਦੇ ਖਤਮ ਹੋ ਰਹੀਆਂ ਨੇ। ਸੋ ਉਹ ਬੜੇ ਅਫਸੋਸ ਦੀ ਗੱਲ ਹੈ, ਉਹਦੇ ਵੱਲ ਸਾਨੂੰ ਵਿਚਾਰ ਦੇਣ ਦੀ ਲੋੜ ਹੈ। ਨੈਕਸਟ ਟਾਈਮ ਵੀ ਕੈਨ ਮੇਬੀ address that idea in greater detail. ਤੇ ਹੁਣ it's time for the last word before we say ਫਤਿਹ। ਗਿਆਨੀ ਡਾਕਟਰ ਕੁਲਵਿੰਦਰ ਸਿੰਘ ਜੀ, 2 minutes। ਹਾਂਜੀ, ਠੀਕ ਸਰ। ਮੇਨ ਫਿਰ ਉਹੀ ਜੋ ਵਿਸ਼ਾ ਅਸੀਂ ਟੱਚ ਕੀਤਾ ਸੀ ਕਿ ਧਰਮ ਨੂੰ ਚਲਾਉਣ ਵਾਸਤੇ ਅੱਜ ਕੱਲ ਜੋ ਫਰਕ ਪੈ ਰਿਹਾ ਹੈ ਨਾ, ਫਰਕ ਪੈਣ ਦਾ ਮੁੱਖ ਕਾਰਨ ਹੈ ਪੋਲੀਟੀਕਲ ਇੰਟਰਫੇਰੈਂਸ। ਮੀਰੀ ਪੀਰੀ ਦੇ ਸਿਧਾਂਤ ਦੇ ਵਿੱਚ ਜਿਹੜੀ ਪੀਰੀ ਸੀ ਉਹਨੇ ਉੱਚਾ ਰਹਿਣਾ ਸੀ, ਗੁਰੂ ਦਾ ਸਿਧਾਂਤ ਹੈ ਵੈ। ਲੇਕਿਨ ਜੋ ਦੇਖਣ ਚ ਆ ਰਿਹਾ ਅੱਜ ਦੇ ਸਮੇਂ ਦੇ ਵਿੱਚ, ਉਹ ਪੀਰੀ ਦੇ ਨਾਲੋਂ ਜਿਹੜੀ ਮੀਰੀ ਹੈ ਡੋਮੀਨੈਂਟ ਹੈ। ਜਿਹੜਾ ਤਾਕਤਵਰ ਹੈ, ਜਿਹੜਾ ਸਾਕਤ ਹੈ, ਉਹ ਧਰਮ ਨੂੰ ਆਪਣੇ ਮਤਲਬ ਨਾਲ ਚਲਾ ਰਿਹਾ ਵੈ, ਧਰਮ ਦੇ ਵਿੱਚੋਂ ਆਪਣਾ ਮਕਸਦ ਕੱਢ ਰਿਹਾ। ਧਰਮ ਉਹ ਪ੍ਰਚਾਰ ਕਰਨ ਵਾਸਤੇ ਲੋਕਾਂ ਦੀ ਸਹੂਲਤ ਲਈ ਨਹੀਂ ਵਰਤ ਰਿਹਾ, ਸਿਰਫ ਤੇ ਸਿਰਫ ਆਪਣੇ ਆਪ ਨੂੰ ਚਮਕਾਉਣ ਵਾਸਤੇ ਵਰਤ ਰਿਹਾ। ਔਰ ਬਹੁਤੇ ਨਿਗਾਰਾਂ ਦਾ ਹਰ ਧਰਮ ਦੇ ਵਿੱਚ, ਇੱਕ ਸਿੱਖ ਧਰਮ ਦੀ ਗੱਲ ਜਾਂ ਹਿੰਦੂ ਧਰਮ ਦੀ ਗੱਲ ਨਹੀਂ, ਜਿੰਨੇ ਵੀ ਧਰਮ ਨੇ ਉਹ ਸਭ ਧਰਮਾਂ ਦੇ ਵਿੱਚ ਇਦਾਂ ਹੀ ਸਮੇਂ ਦੀਆਂ ਤਾਕਤਾਂ ਨੇ ਧਰਮ ਨੂੰ ਆਪਣੇ ਪਰਪਸ ਲਈ ਵਰਤਿਆ ਤੇ ਧਰਮ ਨੂੰ ਵਿਗਾੜਿਆ। ਥੈਂਕ ਯੂ ਜੀ। ਇਸੇ ਲਈ ਹਾਂਜੀ ਗਿਆਨੀ ਜੀ। ਬਸ ਇਹੋ ਹੀ ਆ ਵੀ ਜਿਹੜੇ ਜਿਨ੍ਹਾਂ ਨੇ ਨਹੀਂ ਮੰਨਣਾ ਉਹਨਾਂ ਨੇ ਤੇ ਆਪਣਾ ਕਰੀ ਜਾਣਾ, ਜਿਨ੍ਹਾਂ ਨੂੰ ਸਮਝਿਆ, ਜਿਹੜੇ ਗੁਰੂ ਨੂੰ ਸਮਰਪਿਤ ਹੋਣਾ ਚਾਹੁੰਦੇ ਆ, ਉਹ ਗੁਰੂ ਦੀ ਸਿੱਖਿਆ ਮੰਨ ਕੇ ਆਪਣਾ ਉਦਮ ਕਰੀ ਜਾਣ। ਇੱਕ ਇੱਕ ਨੂੰ ਸਮਝਾ ਕੇ, ਦੋਵਾਂ ਨੂੰ ਸਮਝਾ ਕੇ ਜਿੰਨਾ ਕਰ ਸਕਦੇ ਇੰਨਾ ਕੀਤਾ ਜਾਏ। Thank you ji, thank you for your participation and appreciate that. We'll continue the discussion next time. ਕਿ ਕਿਉਂ ਖਾਸ ਤੌਰ ਤੇ ਮਹਾਰਾਜ ਨੇ 5 ਮੇਲ ਤੋਂ ਕਿਉਂ, ਜਦੋਂ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਕਿਉਂ ਇਹ ਕਿਹਾ ਸੀਗਾ ਵੀ 5 ਮੇਲ ਨਾਲ ਨਹੀਂ ਵਰਤਣਾ, ਤੇ ਕਿਸ ਤਰ੍ਹਾਂ ਮੰਨ ਲਓ ਆਇਡੈਂਟੀਫਾਈ ਕੀਤੀਆਂ ਵਿਰੋਧੀ ਪਾਵਰ ਜਿਹੜੀਆਂ ਸੀਗੀਆਂ ਤਾਂ ਕਿ ਸਾਡੇ ਤੇ ਅਸਰ ਨਾ ਕਰਨ। ਸੋ ਉਹਦੇ ਲਈ ਜਰਾ ਤੁਸੀਂ ਆਪਣਾ ਗੌਰ ਫਰਮਾਇਓ ਨੈਕਸਟ ਟਾਈਮ। ਤੇ ਤੁਹਾਡਾ ਬਹੁਤ ਸ਼ੁਕਰੀਆ ਪਾਰਟਿਸਿਪੇਟ ਕਰਨ ਦਾ, ਤੇ ਆਲਸੋ ਸ਼ੁਕਰੀਆ ਸਾਡੇ ਸਰੋਤਿਆਂ ਦਾ ਜਿਨ੍ਹਾਂ ਨੇ ਧਿਆਨ ਦੇ ਨਾਲ ਇਹ ਸਾਰੇ ਵਿਚਾਰ ਸੁਣੇ ਨੇ। Again, please subscribe to the program if you're not already doing. And thank you for Voice of Manavata TV and Meghraj Singhuni for giving us this opportunity to discuss these very, very important points. Because for our progress, we have to look at our fundamental principles, review them, practice them, and try to figure out new strategies so that we can flourish in our mission of Nanak Naam Chaddi Kala Tere Pane Se Vadda Pala. Vaheguru Ji Ka Khalsa, Vaheguru Ji Ki Fateh।